ਜੌਨ ਬੋਇਨ ਦਾ ਲਿਖਿਆ ਤੇ ਗੁਰਚਰਨ ਸਿੰਘ ਜੈਤੋ ਦਾ ਅਨੁਵਾਦਿਤ ਨਾਵਲ ਹੈ ਧਾਰੀਦਾਰ ਪਜਾਮੇ ਵਾਲਾ ਮੁੰਡਾ। ਅੰਗ 6ਵਾਂ। ਬਹੁਤੀ ਤਨਖਾਹ ਵਾਲੀ ਨੌਕਰਾਣੀ। ਕੁਝ ਦਿਨਾਂ ਪਿੱਛੋਂ ਆਪਣੇ ਕਮਰੇ 'ਚ ਮੰਜੇ ਤੇ ਪਿਆ ਉੱਪਰ ਛੱਤ ਵੱਲ ਵੇਖ ਰਿਹਾ ਸੀ। ਚਿੱਟਾ ਰੰਗ ਰੋਗਨ ਬੁਰੀ ਤਰ੍ਹਾਂ ਕਈ ਥਾਵਾਂ ਤੋਂ ਉਖੜਿਆ ਹੋਇਆ ਸੀ। ਇਹ ਰੰਗ ਰੋਗਨ ਬਰਲਿਨ ਵਾਲੇ ਘਰ 'ਚ ਹੋਏ ਪੇਂਟ ਵਰਗਾ ਨਹੀਂ ਸੀ, ਜਿਹੜਾ ਕਦੇ ਵੀ ਉਖੜਿਆ ਨਹੀਂ ਸੀ ਤੇ ਹਰ ਸਾਲ ਗਰਮੀਆਂ 'ਚ ਮਾਂ ਉਹਨਾਂ ਲੋਕਾਂ ਨੂੰ ਬੁਲਾ ਲਿਆ ਕਰਦੀ ਸੀ ਜਿਹੜੇ ਮੁੜ ਕੇ ਉਹਨੂੰ ਤਾਜ਼ਾ ਕਰ ਦਿਆ ਕਰਦੇ ਸਨ। ਤੇ ਅੱਜ ਉਹ ਦੁਪਹਿਰ ਪਿੱਛੋਂ ਪਿਆ ਮੱਕੜੀ ਵਰਗੀਆਂ ਤਰੇੜਾਂ ਨੂੰ ਵੇਖ ਰਿਹਾ ਸੀ। ਉਹਨੇ ਆਪਣੀਆਂ ਅੱਖਾਂ ਥੋੜ੍ਹਾ ਹੋਰ ਮੀਟ ਲਈਆਂ ਤਾਂ ਕਿ ਉਹ ਦੇਖ ਸਕੇ ਕਿ ਇਹਨਾਂ ਤਰੇੜਾਂ ਦੇ ਪਿੱਛੇ ਕੀ ਸੀ। ਉਹਨੇ ਅੰਦਾਜ਼ਾ ਲਾਇਆ ਕਿ ਜਿਵੇਂ ਛੱਤ ਤੇ ਰੰਗ ਰੋਗਨ ਦੇ ਵਿਚਕਾਰ ਕੀੜੇ ਮਕੌੜੇ ਰਹਿੰਦੇ ਹੋਣਗੇ ਜਿਹੜੇ ਰੰਗ ਰੋਗਨ ਨੂੰ ਅੱਗੇ ਧੱਕ ਰਹੇ ਸਨ, ਇੰਜ ਤਰੇੜਾਂ ਹੋਰ ਵੱਡੀਆਂ ਹੋ ਜਾਂਦੀਆਂ ਹੋਣਗੀਆਂ ਤਾਂ ਕਿ ਉਹ ਆਪਣੀ ਕਿਸੇ ਖਿੜਕੀ ਵਾਂਗ ਬਣਾ ਸਕਣ ਜਿੱਥੋਂ ਬਾਹਰ ਆ ਸਕਣ। ਬਰੂਨੋ ਪਿਆ ਸੋਚ ਰਿਹਾ ਸੀ ਕਿ ਕੀੜੇ ਮਕੌੜੇ ਵੀ ਜਿਵੇਂ ਇਸ ਆਊਟਵਿਦ ਵਾਲੇ ਘਰ 'ਚ ਨਹੀਂ ਸੀ ਰਹਿਣਾ ਚਾਹੁੰਦੇ। ਇੱਥੇ ਸਭ ਕੁਝ ਭਿਆਨਕ ਹੈ, ਉਹਨੇ ਉੱਚੀ ਆਵਾਜ਼ 'ਚ ਕਿਹਾ, ਜਦੋਂ ਕਿ ਨੇੜੇ ਤੇੜੇ ਕੋਈ ਸੁਣਨ ਵਾਲਾ ਵੀ ਨਹੀਂ ਸੀ। ਪਰ ਫਿਰ ਵੀ ਜੋ ਸ਼ਬਦ ਉਹਨੇ ਕਹੇ ਉਹਨਾਂ ਨੂੰ ਸੁਣ ਕੇ ਉਹਦੀ ਜਿਵੇਂ ਤਸੱਲੀ ਹੋ ਗਈ। ਮੈਨੂੰ ਇਸ ਘਰ ਨਾਲ ਨਫ਼ਰਤ ਹੈ, ਮੈਨੂੰ ਆਪਣੇ ਕਮਰੇ ਨਾਲ ਨਫ਼ਰਤ ਹੈ ਤੇ ਇੱਥੋਂ ਦਾ ਰੰਗ ਰੋਗਨ ਵੀ ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਇੱਥੋਂ ਦੀ ਹਰ ਚੀਜ਼ ਨਾਲ ਨਫ਼ਰਤ ਹੈ, ਹਰ ਇੱਕ ਚੀਜ਼ ਨਾਲ। ਜਿਉਂ ਹੀ ਇਹ ਕੁਝ ਕਹਿ ਕੇ ਹਟਿਆ ਤਾਂ ਮਰੀਆ ਧੋਤੇ ਤੇ ਪ੍ਰੈਸ ਕੀਤੇ ਹੋਏ ਕੱਪੜੇ ਲੈ ਕੇ ਅੰਦਰ ਦਾਖਲ ਹੋਈ। ਉਹਨੂੰ ਉੱਥੇ ਮੰਜੇ ਤੇ ਪਿਆ ਵੇਖ ਉਹ ਥੋੜਾ ਝਿਜਕੀ, ਪਰ ਫਿਰ ਸਿਰ ਨੀਵਾਂ ਕਰਕੇ ਅਲਮਾਰੀ ਵੱਲ ਚਲੀ ਗਈ। ਹੈਲੋ, ਬਰੂਨੋ ਨੇ ਕਿਹਾ। ਭਾਵੇਂ ਕਿਸੇ ਨੌਕਰਾਨੀ ਨਾਲ ਗੱਲ ਕਰਨੀ ਕੁਝ ਹੋਰ ਸੀ ਤੇ ਦੋਸਤਾਂ ਨਾਲ ਗੱਲ ਕਰਨੀ ਕੁਝ ਹੋਰ। ਉੱਥੇ ਗੱਲ ਕਰਨ ਲਈ ਕੋਈ ਹੈ ਨਹੀਂ ਸੀ। ਇਸ ਤੋਂ ਚੰਗਾ ਸੀ ਕਿ ਬਜਾਏ ਆਪਣੇ ਆਪ ਨਾਲ ਗੱਲਾਂ ਕੀਤੀਆਂ ਜਾਣ। ਗ੍ਰੈਟਲ ਵੀ ਕਿਧਰੇ ਉਹਨੂੰ ਦਿਸਦੀ ਨਹੀਂ ਸੀ ਤੇ ਉਹਨੂੰ ਇਹ ਫਿਕਰ ਖਾ ਰਿਹਾ ਸੀ ਕਿ ਉਹ ਕੱਲ੍ਹ ਨਾਲ ਫਿਕਰਮੰਦ ਹੋ ਜਾਏਗਾ। ਮਾਸਟਰ ਬਰੂਨੋ, ਮਰੀਆ ਨੇ ਹੌਲੀ ਜਿਹੀ ਕਿਹਾ ਤੇ ਉਹ ਕੱਪੜਿਆਂ ਵਿੱਚੋਂ ਉਹਦੀਆਂ ਬਨੈਨਾਂ, ਪੈਂਟਾਂ ਤੇ ਹੇਠਾਂ ਪਾਉਣ ਵਾਲੇ ਕੱਪੜੇ ਵੱਖਰੇ ਵੱਖਰੇ ਖਾਨਿਆਂ 'ਚ ਰੱਖਣ ਲੱਗ ਪਈ। ਮੈਨੂੰ ਲੱਗਦਾ ਮੇਰੇ ਵਾਂਗ ਵੀ ਤੈਨੂੰ ਇਹ ਨਵੀਂ ਥਾਂ ਪਸੰਦ ਨਹੀਂ ਆਈ, ਬਰੂਨੋ ਨੇ ਕਿਹਾ। ਉਹ ਮੁੜ ਕੇ ਉਸ ਵੱਲ ਵੇਖਣ ਲੱਗ ਪਈ ਜਿਵੇਂ ਉਹਨੂੰ ਸਮਝ ਨਾ ਆਈ ਹੋਵੇ ਕਿ ਉਹਦਾ ਮਤਲਬ ਕੀ ਸੀ। ਉੱਠ ਕੇ ਬੈਠ ਗਿਆ ਤੇ ਇੱਧਰ ਉੱਧਰ ਵੇਖਦਿਆਂ ਕਿਹਾ, ਇੱਥੋਂ ਦੀ ਹਰ ਚੀਜ਼ ਕਿੰਨੀ ਭੈੜੀ ਹੈ ਕਿ ਨਹੀਂ? ਕੀ ਤੁਹਾਨੂੰ ਵੀ ਇਸ ਨਾਲ ਨਫ਼ਰਤ ਹੈ? ਮਰੀਆ ਨੇ ਕੁਝ ਕਹਿਣ ਲਈ ਆਪਣਾ ਮੂੰਹ ਖੋਲ੍ਹਿਆ ਤੇ ਫਿਰ ਛੇਤੀ ਨਾਲ ਬੰਦ ਕਰ ਲਿਆ। ਉਹ ਆਪਣੇ ਜਵਾਬ ਬਾਰੇ ਗੰਭੀਰਤਾ ਨਾਲ ਸੋਚ ਰਹੀ ਸੀ ਤਾਂ ਕਿ ਸੰਭਲ ਕੇ ਜਵਾਬ ਦੇਵੇ, ਠੀਕ ਸ਼ਬਦ ਚੁਣੇ ਤੇ ਉਹਨਾਂ ਨੂੰ ਕਹਿਣ ਲਈ ਤਿਆਰੀ ਕਰ ਸਕੇ ਜਾਂ ਕਹਿਣ ਤੋਂ ਪਹਿਲਾਂ ਨਕਾਰ ਦੇਵੇ। ਬਰੂਨੋ ਵੀ ਉਹਨੂੰ ਆਪਣੀ ਸਾਰੀ ਉਮਰ ਦੇਖਦਾ ਰਿਹਾ ਸੀ। ਜਦੋਂ 3 ਸਾਲਾਂ ਦੀ ਉਦੋਂ ਉਹਨਾਂ ਦੇ ਘਰ ਕੰਮ ਕਰਨ ਆਈ ਸੀ ਤੇ ਬਹੁਤਾ ਸਮਾਂ ਉਹ ਇੱਕ ਦੂਜੇ ਨਾਲ ਠੀਕ ਠਾਕ ਹੀ ਸੀ। ਪਰ ਮਰੀਆ ਨੇ ਪਹਿਲਾਂ ਕਦੇ ਵੀ ਜੀਵਨ ਲਈ ਕੋਈ ਬਹੁਤੀ ਗੱਲਬਾਤ ਨਹੀਂ ਸੀ ਕੀਤੀ। ਉਹ ਤਾਂ ਆਪਣੇ ਕੰਮ ਕਰਦੀ ਰਹਿੰਦੀ ਸੀ, ਫਰਨੀਚਰ ਦੀ ਸਫਾਈ, ਕੱਪੜੇ ਧੋਣੇ, ਬਾਜ਼ਾਰੋਂ ਸਮਾਨ ਲਿਆਉਣਾ ਵਿੱਚ ਮਦਦ ਕਰਨੀ ਤੇ ਖਾਣਾ ਬਣਾਉਣਾ, ਕਦੇ ਕਦਾਈ ਉਹਨੂੰ ਸਕੂਲ ਛੱਡ ਕੇ ਆਉਣਾ ਤੇ ਲੈ ਕੇ ਆਉਣਾ। ਇਹ ਕੰਮ ਉਹ ਬਰੂਨੋ ਦੇ 8 ਸਾਲ ਦੀ ਉਮਰ ਹੋਣ ਤੱਕ ਕਰਦੀ ਰਹੀ ਸੀ। ਜਦੋਂ 9 ਸਾਲ ਦਾ ਹੋ ਗਿਆ ਤਾਂ ਉਹ ਸਕੂਲੋਂ ਤੇ ਘਰੋਂ ਇਕੱਲਾ ਆਉਣ ਜਾਣ ਲੱਗ ਪਿਆ ਸੀ। ਛੱਡ ਪਰਾਂ, ਤੈਨੂੰ ਇੱਥੇ ਚੰਗਾ ਨਹੀਂ ਲੱਗਦਾ? ਉਹਨੇ ਅਖੀਰ ਇਹੋ ਕਿਹਾ। ਛੱਡ ਪਰਾਂ, ਬਰੂਨੋ ਨੇ ਹੱਸਦਿਆਂ ਇੱਕ ਹੌਕਾ ਜਿਹਾ ਲੈਂਦਿਆਂ ਕਿਹਾ। ਚੰਗਾ, ਉਹਨੇ ਫੇਰ ਦੁਹਰਾਇਆ, ਪਰ ਇਸ ਵਾਰੀ ਉਹ ਉੱਚੀ ਬੋਲਿਆ ਸੀ। ਬਿਲਕੁਲ ਮੈਨੂੰ ਚੰਗਾ ਨਹੀਂ ਲੱਗਦਾ। ਇਹ ਕਿੰਨਾ ਭਿਆਨਕ ਹੈ। ਕਰਨ ਲਈ ਕੁਛ ਹੈ ਨਹੀਂ, ਖੇਡਣ ਨੂੰ ਕੋਈ ਹੈ ਨਹੀਂ। ਤੁਸੀਂ ਕਿਵੇਂ ਕਹੋਗੇ ਕਿ ਇੱਥੇ ਮੈਂ ਖੁਸ਼ ਹਾਂ? ਇਹ ਗੱਲ ਤਾਂ ਪੱਕੀ ਹੈ। ਬਰਲਿਨ 'ਚ ਮੈਨੂੰ ਘਰ ਦਾ ਬਗੀਚਾ ਚੰਗਾ ਲੱਗਦਾ ਸੀ, ਮਰੀਆ ਨੇ ਕਿਹਾ। ਉਹਨੇ ਇੱਕ ਵੱਖਰੇ ਸਵਾਲ ਦੇ ਜਵਾਬ 'ਚ ਕਿਹਾ, ਜਦੋਂ ਗਰਮੀਆਂ 'ਚ ਜਿਸ ਦਿਨ ਬਹੁਤੀ ਗਰਮੀ ਹੋਣੀ ਤਾਂ ਛੋਟੇ ਪੱਕੇ ਤਲਾਅ ਦੇ ਨੇੜੇ ਰੁੱਖ ਹੇਠਾਂ ਬਹਿ ਕੇ ਮੈਂ ਦੁਪਹਿਰ ਦਾ ਖਾਣਾ ਖਾਇਆ ਕਰਦੀ ਸੀ। ਉੱਥੇ ਬੜੇ ਸੋਹਣੇ ਫੁੱਲ ਸਨ ਤੇ ਉਹਨਾਂ ਦੀ ਖੁਸ਼ਬੂ ਵੀ ਬੜੀ ਚੰਗੀ ਸੀ। ਮਧੂ ਮੱਖੀਆਂ ਉਹਨਾਂ ਫੁੱਲਾਂ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਸਨ। ਤੁਹਾਨੂੰ ਉਹ ਕੁਝ ਨਹੀਂ ਸੀ ਕਹਿੰਦੀਆਂ। ਜੇ ਤੁਸੀਂ ਉਹਨਾਂ ਨੂੰ ਛੇੜੋ ਨਾ ਤਾਂ ਤੁਹਾਨੂੰ ਇੱਥੇ ਚੰਗਾ ਨਹੀਂ ਲੱਗਦਾ? ਬਰੂਨੋ ਨੇ ਪੁੱਛਿਆ। ਤੁਹਾਨੂੰ ਵੀ ਓਨਾ ਹੀ ਬੁਰਾ ਲੱਗਦਾ ਜਿੰਨਾ ਮੈਨੂੰ? ਮਰੀਆ ਨੇ ਕੁਝ ਸੋਚ ਕੇ ਕਿਹਾ, ਇਹ ਕੋਈ ਇੰਨਾ ਜ਼ਰੂਰੀ ਤਾਂ ਨਹੀਂ। ਬਰੂਨੋ ਨੇ ਪਰੇਸ਼ਾਨ ਤੇ ਚਿੜਚਿੜਾ ਹੁੰਦਿਆਂ ਉਸ ਵੱਲ ਵੇਖਿਆ ਤੇ ਕਿ ਉਹ ਸਭ ਕੁਝ ਜਾਣ ਬੁੱਝ ਕੇ ਔਖੀ ਤਾਂ ਨਹੀਂ ਸੀ ਹੋ ਰਹੀ। ਤੁਸੀਂ ਵੀ ਤਾਂ ਇਸ ਪਰਿਵਾਰ ਦਾ ਹਿੱਸਾ ਹੋ, ਬਰੂਨੋ ਨੇ ਕਿਹਾ।
ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਪਿਤਾ ਜੀ ਇਸ ਨਾਲ ਸਹਿਮਤ ਹੋਣਗੇ ਕਿ ਨਹੀਂ। ਮਰੀਆ ਨੇ ਜੋ ਕੁਝ ਕਹਿਣਾ ਸੀ ਕਹਿ ਦਿੱਤਾ, ਪਰ ਜੋ ਕੁਝ ਬਰੂਨੋ ਨੇ ਕਿਹਾ ਸੀ ਉਹਦਾ ਅਸਰ ਤਾਂ ਉਹਦੇ ਦਿਲ ਤੇ ਹੋਇਆ ਸੀ। ਤੁਹਾਨੂੰ ਤੁਹਾਡੀ ਮਰਜ਼ੀ ਦੇ ਵਿਰੁੱਧ ਇੱਥੇ ਲਿਆਂਦਾ ਗਿਆ ਸੀ, ਜਿਵੇਂ ਮੈਂ ਆਈ ਹਾਂ। ਜੇ ਤੁਸੀਂ ਮੈਨੂੰ ਪੁੱਛੋ ਤਾਂ ਸਾਡੀ ਦੋਹਾਂ ਦੀ ਹਾਲਤ ਇੱਕੋ ਜਿਹੀ ਹੈ। ਲੱਗਦਾ ਆਪਾਂ ਦੋਵੇਂ ਇੱਕੋ ਕਿਸ਼ਤੀ 'ਚ ਬੈਠੇ ਹਾਂ ਤੇ ਇਸ ਕਿਸ਼ਤੀ 'ਚ ਕਿਸੇ ਮੋਰੀ ਵਿੱਚੋਂ ਪਾਣੀ ਭਰੀ ਜਾ ਰਿਹਾ ਹੈ। ਬਰੂਨੋ ਨੂੰ ਇੱਕ ਪਲ ਲਈ ਲੱਗਿਆ ਕਿ ਮਰੀਆ ਕੀ ਸੋਚ ਰਹੀ ਸੀ। ਉਹ ਆਪਣੇ ਮਨ 'ਚ ਕੀ ਹੈ ਦੱਸੇਗੀ। ਉਹਨੇ ਹੱਥ ਵਾਲੇ ਕੱਪੜੇ ਮੰਜੇ ਤੇ ਰੱਖ ਦਿੱਤੇ ਤੇ ਉਹਦੀਆਂ ਦੋਵੇਂ ਹੱਥਾਂ ਦੀਆਂ ਮੁੱਠੀਆਂ ਘੁੱਟੀਆਂ ਗਈਆਂ, ਜਿਵੇਂ ਕਿਸੇ ਗੱਲ ਬਾਰੇ ਉਹਨੂੰ ਬਹੁਤ ਗੁੱਸਾ ਹੋਵੇ। ਉਹਦਾ ਮੂੰਹ ਇੱਕ ਪਲ ਲਈ ਖੁੱਲਿਆ ਤੇ ਉਵੇਂ ਹੀ ਖੁੱਲਾ ਰਹਿ ਗਿਆ, ਜਿਵੇਂ ਜੋ ਕੁਝ ਉਹਨੇ ਕਿਹਾ ਸੀ ਉਹ ਕੁਝ ਕਹਿਣ ਤੋਂ ਜਿਵੇਂ ਡਰ ਲੱਗਦਾ ਹੋਵੇ। ਮਰੀਆ ਪਲੀਜ਼ ਮੈਨੂੰ ਦੱਸੋ, ਬਰੂਨੋ ਨੇ ਕਿਹਾ। ਜੇ ਆਪਾਂ ਸਾਰੇ ਇੱਕੋ ਜਿਹਾ ਮਹਿਸੂਸ ਕਰਦੇ ਹਾਂ ਤਾਂ ਆਪਾਂ ਪਿਤਾ ਜੀ ਨੂੰ ਵਾਪਸ ਘਰ ਜਾਣ ਵਾਸਤੇ ਮਨਾ ਲਵਾਂਗੇ। ਉਹਨੇ ਕੁਝ ਦੇਰ ਮੂੰਹ ਪਾਸੇ ਕੀਤਾ। ਕੁਝ ਪਲਾਂ ਪਿੱਛੋਂ ਉਹਨੇ ਜਿਵੇਂ ਉਦਾਸੀ ਵਿੱਚ ਸਿਰ ਹਿਲਾਇਆ ਹੋਵੇ। ਫਿਰ ਉਹਨੇ ਬਰੂਨੋ ਵੱਲ ਦੇਖਦਿਆਂ ਕਿਹਾ, ਤੁਹਾਡੇ ਪਿਤਾ ਜੀ ਨੂੰ ਪਤਾ ਹੈ ਕਿ ਸਭ ਤੋਂ ਚੰਗਾ ਕੀ ਹੈ। ਤੁਹਾਨੂੰ ਇਸ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਉਹਨੇ ਕਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਭਰੋਸਾ ਹੈ। ਮੈਨੂੰ ਲੱਗਦਾ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਬਰੂਨੋ ਨੇ ਕਿਹਾ। ਤਾਂ ਆਪਾਂ ਨੂੰ ਸਾਰਿਆਂ ਨੂੰ ਇਸ ਗਲਤੀ ਨਾਲ ਰਹਿਣਾ ਪਵੇਗਾ। ਜੇ ਮੈਂ ਕੋਈ ਗਲਤੀ ਕਰਾਂ ਤਾਂ ਮੈਨੂੰ ਸਜ਼ਾ ਮਿਲਦੀ ਹੈ, ਬੜੀ ਤਲਖੀ ਨਾਲ ਬਰੂਨੋ ਨੇ ਕਿਹਾ। ਬਰੂਨੋ ਸੋਚ ਰਿਹਾ ਸੀ ਕਿ ਰੂਲ ਬੱਚਿਆਂ ਲਈ ਬਣਾਏ ਜਾਂਦੇ ਨੇ ਤੇ ਵੱਡਿਆਂ ਤੇ ਕਦੇ ਵੀ ਲਾਗੂ ਨਹੀਂ ਹੁੰਦੇ। ਅਸਲੀਅਤ ਵਿੱਚ ਉਹਨਾਂ ਨੂੰ ਲਾਗੂ ਕਰਨ ਵਾਲੇ ਉਹ ਆਪ ਹੀ ਹੁੰਦੇ ਨੇ। ਬੇਵਕੂਫ ਪਿਤਾ, ਉਹਨੇ ਆਪਣੇ ਮੂੰਹ 'ਚ ਹੀ ਕਿਹਾ। ਮਰੀਆ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਉਹਨੇ ਇੱਕ ਕਦਮ ਬਰੂਨੋ ਵੱਲ ਪੁੱਟਿਆ। ਉਹਨੇ ਡਰ ਨਾਲ ਦੋਵੇਂ ਹੱਥਾਂ ਨਾਲ ਆਪਣਾ ਮੂੰਹ ਬੰਦ ਕਰ ਲਿਆ। ਉਹਨੇ ਇੱਧਰ ਉੱਧਰ ਉਸ ਤਰ੍ਹਾਂ ਵੇਖਿਆ ਕਿ ਕੋਈ ਉਹਨਾਂ ਦੀਆਂ ਗੱਲਾਂ ਸੁਣ ਤਾਂ ਨਹੀਂ ਸੀ ਰਿਹਾ ਕਿ ਜੋ ਵੀ ਬਰੂਨੋ ਨੇ ਹੁਣੇ ਆਪਣੇ ਮੂੰਹ 'ਚ ਕਿਹਾ ਸੀ। ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ। ਤੁਹਾਨੂੰ ਆਪਣੇ ਪਿਤਾ ਜੀ ਬਾਰੇ ਅਜਿਹੀ ਕੋਈ ਵੀ ਗੱਲ ਕਦੀ ਵੀ ਨਹੀਂ ਕਰਨੀ ਚਾਹੀਦੀ, ਮਰੀਆ ਨੇ ਕਿਹਾ। ਮੈਨੂੰ ਲੱਗਦਾ ਕਿਉਂ ਨਹੀਂ। ਉਹਨੂੰ ਅਜਿਹਾ ਕਹਿਣ ਤੇ ਕੁਝ ਸ਼ਰਮ ਵੀ ਆ ਰਹੀ ਸੀ। ਉਹ ਸੋਚ ਰਿਹਾ ਸੀ ਜੇ ਉਹਦੇ ਖਿਆਲਾਂ ਦੀ ਕਿਸੇ ਨੂੰ ਪਰਵਾਹ ਨਹੀਂ ਤਾਂ ਉਹ ਵੀ ਬੈਠ ਕੇ ਸੁਣਨ ਦਾ ਵੀ ਕੋਈ ਹੱਕ ਨਹੀਂ, ਕਿਉਂਕਿ ਤੁਹਾਡੇ ਪਿਤਾ ਜੀ ਇੱਕ ਚੰਗੇ ਇਨਸਾਨ ਨੇ। ਉਹ ਬੜੇ ਚੰਗੇ ਨੇ, ਸਾਡਾ ਸਾਰਿਆਂ ਦਾ ਖਿਆਲ ਰੱਖਦੇ ਨੇ। ਸਾਨੂੰ ਸਾਰਿਆਂ ਨੂੰ ਇੱਥੇ ਲਿਆਉਣ ਲਈ ਤੁਹਾਡਾ ਮਤਲਬ ਇੱਥੇ ਜਿੱਥੇ ਨੇੜੇ ਤੇੜੇ ਕੁਝ ਵੀ ਨਹੀਂ ਕਿ ਇਹ ਸਾਡਾ ਖਿਆਲ ਰੱਖਣਾ। ਬਹੁਤ ਸਾਰੇ ਕੰਮ ਕੀਤੇ ਨੇ ਤੁਹਾਡੇ ਪਿਤਾ ਜੀ ਨੇ, ਬਹੁਤ ਸਾਰੇ, ਜਿਸ ਲਈ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ। ਜੇ ਤੁਹਾਡੇ ਪਿਤਾ ਜੀ ਨਾ ਕਰਦੇ ਤਾਂ ਮੈਂ ਅੱਜ ਕਿੱਥੇ ਹੋਣਾ ਸੀ। ਮੈਨੂੰ ਲੱਗਦਾ ਬਰਲਿਨ 'ਚ ਕਿਸੇ ਚੰਗੇ ਘਰ 'ਚ ਕਿਸੇ ਛਾਂ ਵਾਲੇ ਰੁੱਖ ਹੇਠਾਂ ਬਹਿ ਕੇ ਦੁਪਹਿਰ ਦਾ ਖਾਣਾ ਖਾਂਦੇ ਹੋਣਾ ਸੀ ਤੇ ਮੱਖੀਆਂ ਨੂੰ ਛੇੜਨਾ ਨਹੀਂ ਸੀ, ਬਰੂਨੋ ਨੇ ਕਿਹਾ। ਜਦੋਂ ਮੈਂ ਤੁਹਾਡੇ ਘਰ ਕੰਮ ਕਰਨ ਆਈ ਸੀ, ਕੀ ਤੁਹਾਨੂੰ ਯਾਦ ਨਹੀਂ? ਉਹਨੇ ਇੱਕ ਪਲ ਮੰਜੇ ਤੇ ਇੱਕ ਪਾਸੇ ਬਹਿੰਦਿਆਂ ਕਿਹਾ, ਜਿਹੜਾ ਉਹਨੇ ਕਦੇ ਵੀ ਨਹੀਂ ਸੀ ਕੀਤਾ। ਤੁਹਾਨੂੰ ਨਹੀਂ ਯਾਦ? ਤੁਸੀਂ ਉਦੋਂ 3 ਸਾਲ ਦੇ ਸੀ। ਤੁਹਾਡੇ ਪਿਤਾ ਨੇ ਮੈਨੂੰ ਸ਼ਰਨ ਦਿੱਤੀ ਜਦੋਂ ਮੈਨੂੰ ਲੋੜ ਸੀ। ਉਹਨਾਂ ਨੇ ਮੈਨੂੰ ਨੌਕਰੀ ਦਿੱਤੀ, ਰਹਿਣ ਲਈ ਘਰ, ਖਾਣਾ ਦਿੱਤਾ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਭੁੱਖ ਕੀ ਹੁੰਦੀ ਹੈ। ਜਦੋਂ ਭੁੱਖ ਲੱਗਦੀ ਹੈ ਤਾਂ ਖਾਣਾ। ਤੁਸੀਂ ਤਾਂ ਕਦੇ ਵੀ ਭੁੱਖੇ ਨਹੀਂ ਰਹੇ, ਹੈ ਕਿ ਨਹੀਂ? ਬਰੂਨੋ ਨੂੰ ਚੰਗਾ ਨਾ ਲੱਗਾ। ਉਹ ਕਹਿਣਾ ਚਾਹੁੰਦਾ ਸੀ ਕਿ ਥੋੜਾ ਹੁਣ ਪਰੇਸ਼ਾਨ ਸੀ। ਉਹਨੇ ਮਰੀਆ ਵੱਲ ਦੇਖਿਆ ਤੇ ਉਹਨੂੰ ਪਹਿਲੀ ਵਾਰ ਲੱਗਾ ਕਿ ਉਹਨੇ ਕਦੇ ਮਰੀਆ ਬਾਰੇ ਇਹ ਸੋਚਿਆ ਹੀ ਨਹੀਂ ਸੀ ਕਿ ਇੱਕ ਇਨਸਾਨ ਦਾ ਆਪਣੇ ਜੀਵਨ ਦਾ ਇਤਿਹਾਸ ਵੀ ਹੁੰਦਾ ਹੈ। ਆਖਰ ਉਹਨੇ ਕਦੇ ਵੀ ਕੁਝ ਨਹੀਂ ਸੀ ਕੀਤਾ। ਜਿੱਥੋਂ ਤੱਕ ਉਹ ਜਾਣਦਾ ਸੀ ਕਿ ਉਹ ਸਾਡੇ ਘਰ ਦੀ ਨੌਕਰਾਣੀ ਸੀ, ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਉਹਨੇ ਕਦੇ ਉਹਦੇ ਘਰ ਦੀ ਨੌਕਰਾਣੀ ਵਾਲੇ ਕੱਪੜਿਆਂ ਬਿਨਾਂ ਕੋਈ ਹੋਰ ਕੱਪੜੇ ਪਾਏ ਦੇਖੇ ਹੋਣ। ਪਰ ਹੁਣ ਜਦੋਂ ਇਸ ਬਾਰੇ ਸੋਚ ਰਿਹਾ ਸੀ ਤਾਂ ਉਹਨੇ ਮੰਨ ਲਿਆ ਕਿ ਜੀਵਨ 'ਚ ਸਿਰਫ ਘਰ 'ਚ ਨੌਕਰ ਵਾਂਗ ਕਰਨਾ ਹੀ ਸਭ ਕੁਝ ਨਹੀਂ ਹੁੰਦਾ, ਹੋਰ ਵੀ ਕਿੰਨਾ ਕੁਝ ਚਾਹੀਦਾ ਹੁੰਦਾ ਹੈ। ਉਹਦੇ ਸਿਰ 'ਚ ਆਪਣੇ ਖਿਆਲ ਵੀ ਘੁੰਮਦੇ ਹੋਣਗੇ, ਜਿਵੇਂ ਉਹ ਵੀ ਕਈ ਵਾਰ ਸੋਚਦਾ ਹੈ। ਕੁਝ ਅਜਿਹੀਆਂ ਚੀਜ਼ਾਂ ਵੀ ਹੋਣਗੀਆਂ ਜਿਹੜੀਆਂ ਉਹਨੂੰ ਨਹੀਂ ਮਿਲ ਸਕੀਆਂ। ਕੁਝ ਅਜਿਹੇ ਦੋਸਤ ਜਿਨ੍ਹਾਂ ਨੂੰ ਕਦੇ ਨਹੀਂ ਮਿਲ ਸਕੀ ਤੇ ਉਹਨਾਂ ਨੂੰ ਮਿਲਣ ਨੂੰ ਦਿਲ ਕਰਦਾ ਹੋਏਗਾ, ਜਿਵੇਂ ਉਹਨੂੰ ਵੀ ਆਪਣੇ ਦੋਸਤ ਯਾਦ ਆਉਂਦੇ ਨੇ। ਉਹ ਇੱਥੇ ਆਉਣ ਤੋਂ ਪਿੱਛੋਂ ਕੀ ਪਤਾ ਰਾਤ ਨੂੰ ਸੌਣ ਵੇਲੇ ਰੋਂਦੀ ਹੋਏਗੀ, ਉਹਨਾਂ ਬੱਚਿਆਂ ਵਾਂਗ ਜਿਹੜੇ ਉਹ ਤੋਂ ਘੱਟ ਵੱਡੇ ਹੋਣ ਪਰ ਬਹਾਦਰ ਹੋਣ। ਉਹ ਕੁਝ ਸੋਹਣੀ ਵੀ ਸੀ। ਉਹਨੇ ਵੇਖਿਆ ਜੇ ਆ ਕੁਝ ਸੋਚਦਿਆਂ ਉਹਨੂੰ ਅੰਦਰੋਂ ਹਾਸਾ ਵੀ ਆ ਰਿਹਾ ਸੀ। ਮੇਰੀ ਮਾਂ ਤੁਹਾਡੇ ਪਿਤਾ ਜੀ ਨੂੰ ਉਸ ਵੇਲੇ ਤੋਂ ਜਾਣਦੀ ਸੀ ਜਦੋਂ ਤੁਹਾਡੀ ਉਮਰ ਦੇ ਬੱਚੇ ਸਨ, ਕੁਝ ਪਲਾਂ ਪਿੱਛੋਂ ਮਰੀਆ ਨੇ ਕਿਹਾ। ਮੇਰੀ ਮਾਂ ਤੁਹਾਡੀ ਦਾਦੀ ਦੇ ਘਰ ਕੰਮ ਕਰਿਆ ਕਰਦੀ ਸੀ, ਉਹਨਾਂ ਦੀਆਂ ਪੁਸ਼ਾਕਾਂ ਦਾ ਖਿਆਲ ਰੱਖਦੀ ਸੀ। ਜਦੋਂ ਤੁਹਾਡੀ ਦਾਦੀ ਜਵਾਨ ਸੀ ਤੇ ਸਾਰੇ ਜਰਮਨੀ 'ਚ ਡਰਾਮੇ ਕਰਨ ਜਾਇਆ ਕਰਦੀ ਸੀ ਤਾਂ ਮੇਰੀ ਮਾਂ ਡਰਾਮੇ 'ਚ ਲੋੜੀਂਦੀਆਂ ਸਾਰੀਆਂ ਪੁਸ਼ਾਕਾਂ ਦਾ ਖਿਆਲ ਰੱਖਦੀ ਸੀ ਤੇ ਉਹਨਾਂ
ਕੱਪੜਿਆਂ ਨੂੰ ਧੋਣਾ, ਪ੍ਰੈਸ ਕਰਨਾ, ਮੁਰੰਮਤ ਕਰਨ ਦੇ ਸਾਰੇ ਕੰਮ ਮੇਰੀ ਮਾਂ ਹੀ ਕਰਿਆ ਕਰਦੀ ਸੀ। ਉਹਨਾਂ ਦੇ ਸਾਰੇ ਗਾਊਨ ਬਹੁਤ ਸੁੰਦਰ ਹੋਇਆ ਕਰਦੇ ਸਨ। ਬਰੂਨੋ ਜੀ, ਕੱਪੜੇ ਸਿਉਣਾ ਵੀ ਇੱਕ ਆਰਟ ਹੈ, ਕਲਾ ਹੈ। ਹਰ ਡਿਜ਼ਾਈਨ ਇੱਕ ਕਲਾ ਹੈ। ਅੱਜ ਕੱਲ੍ਹ ਇਹੋ ਜਿਹੇ ਸਿਲਾਈ ਕਰਨ ਵਾਲੇ ਕਿਧਰੇ ਨਹੀਂ ਦਿਸਦੇ। ਉਹਨੇ ਇਹ ਕਹਿੰਦਿਆਂ ਇੱਕ ਹਲਕਾ ਜਿਹਾ ਆਪਣੇ ਸਿਰ ਨੂੰ ਝਟਕਾ ਦਿੱਤਾ, ਜਦੋਂ ਕਿ ਬਰੂਨੋ ਬੜਾ ਚੁੱਪ ਕਰਕੇ ਉਹਦੀਆਂ ਗੱਲਾਂ ਸੁਣ ਰਿਹਾ ਸੀ। ਉਹ ਹਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਵੀ ਤੁਹਾਡੀ ਦਾਦੀ ਡਰੈਸਿੰਗ ਰੂਮ 'ਚ ਆਉਂਦੀ ਤਾਂ ਉਸ ਤੋਂ ਪਹਿਲਾਂ ਹੀ ਸਾਰੇ ਲੋੜੀਂਦੇ ਕੱਪੜੇ ਤਿਆਰ ਕਰਕੇ ਰੱਖ ਛੱਡਦੀ। ਤੇ ਜਦੋਂ ਤੁਹਾਡੀ ਦਾਦੀ ਰਿਟਾਇਰ ਹੋ ਗਏ ਤਾਂ ਵੀ ਮੇਰੀ ਮਾਂ ਦਾ ਉਹਨਾਂ ਨਾਲ ਸਰੋਕਾਰ ਕਾਇਮ ਰਿਹਾ, ਜਿਸ ਲਈ ਮੇਰੀ ਮਾਂ ਨੂੰ ਕੁਝ ਪੈਨਸ਼ਨ ਵੀ ਮਿਲਦੀ ਸੀ। ਪਰ ਉਹ ਦਿਨ ਬੜੇ ਸਖਤ ਸਨ। ਤਾਂ ਤੁਹਾਡੇ ਪਿਤਾ ਜੀ ਨੇ ਮੈਨੂੰ ਇਹ ਨੌਕਰੀ ਦਿੱਤੀ। ਮੇਰੀ ਇਹ ਪਹਿਲੀ ਨੌਕਰੀ ਹੈ ਜਿਹੜੀ ਮੈਂ ਕਦੇ ਵੀ ਕੀਤੀ ਹੋਵੇ। ਫਿਰ ਕੁਝ ਮਹੀਨਿਆਂ ਪਿੱਛੋਂ ਮੇਰੀ ਮਾਂ ਬਿਮਾਰ ਹੋ ਗਈ, ਉਹਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਤਾਂ ਵੀ ਤੁਹਾਡੇ ਪਿਤਾ ਜੀ ਨੇ ਉਹ ਸਾਰਾ ਬੰਦੋਬਸਤ ਕੀਤਾ, ਭਾਵੇਂ ਉਹਨਾਂ ਨੂੰ ਕੋਈ ਹੋਰ ਲੋੜ ਨਹੀਂ ਸੀ। ਸਾਰਾ ਖਰਚਾ ਉਹਨਾਂ ਨੇ ਆਪਣੀ ਜੇਬ 'ਚੋਂ ਕੀਤਾ, ਕਿਉਂਕਿ ਉਹਨਾਂ ਦੀ ਮਾਂ ਦੀ ਦੋਸਤ ਸੀ। ਇਸੇ ਕਰਕੇ ਤੁਹਾਡੇ ਪਿਤਾ ਜੀ ਨੇ ਮੈਨੂੰ ਆਪਣੇ ਘਰ 'ਚ ਨੌਕਰਾਣੀ ਰੱਖ ਕੇ ਸਭ ਕੁਝ ਕੀਤਾ। ਤੇ ਜਦੋਂ ਮੇਰੀ ਮਾਂ ਗੁਜ਼ਰ ਗਈ ਤਾਂ ਉਹਦਾ ਸੰਸਕਾਰ ਲਈ ਸਾਰਾ ਖਰਚਾ ਕੀਤਾ। ਤਾਂ ਬਰੂਨੋ ਜੀ, ਕਦੇ ਵੀ ਆਪਣੇ ਪਿਤਾ ਜੀ ਨੂੰ ਬੇਵਕੂਫ ਨਹੀਂ ਕਹਿਣਾ। ਜੇ ਮੈਂ ਨੇੜੇ ਤੇੜੇ ਹੋਵਾਂ ਤਾਂ ਕਦੇ ਵੀ ਨਹੀਂ ਕਹਿਣਾ, ਕਿਉਂਕਿ ਅਜਿਹਾ ਮੈਂ ਹੋਣ ਨਹੀਂ ਦਿਆਂਗੀ। ਬਰੂਨੋ ਨੇ ਆਪਣੇ ਬੁੱਲ ਟੁੱਕ ਲਿਆ। ਉਹਨੂੰ ਉਮੀਦ ਸੀ ਕਿ ਮਰੀਆ ਉਹਦਾ ਪੱਖ ਲਏਗੀ ਤਾਂ ਕਿ ਸਾਰੇ ਇੱਕ ਰਾਏ ਨਾਲ ਆਊਟਵੇਅ ਤੋਂ ਵਾਪਸ ਜਾ ਸਕਣ ਤੇ ਦੇਖ ਸਕੇ ਉਹਦੀ ਰਾਏ ਕਿਸ ਪਾਸੇ ਸੀ। ਪਰ ਉਹਨੂੰ ਹੁਣ ਮੰਨਣਾ ਪਿਆ ਕਿ ਉਹਨੂੰ ਆਪਣੇ ਪਿਤਾ ਤੇ ਮਾਣ ਸੀ ਜਦੋਂ ਉਹਨੇ ਮਰੀਆ ਦੇ ਮੂੰਹੋਂ ਇਹ ਕਹਾਣੀ ਸੁਣੀ। ਚਲੋ ਚੰਗਾ, ਉਹਨਾਂ ਦੀ ਚੰਗਿਆਈ ਸੀ। ਉਹ ਬਜਾਏ ਹੋਰ ਕੁਝ ਚੁਸਤ ਸੋਚਣ ਤੋਂ ਇਲਾਵਾ ਹੁਣ ਹੋਰ ਕੀ ਰਹਿ ਗਿਆ ਸੀ। ਹਾਂ, ਮਰੀਆ ਉੱਠੀ ਤੇ ਖਿੜਕੀ ਕੋਲ ਜਾ ਕੇ ਬਾਹਰ ਦੇਖਣ ਲੱਗ ਪਈ। ਜੋ ਕੁਝ ਵੀ ਬਰੂਨੋ ਦੇਖਿਆ ਕਰਦਾ ਸੀ, ਝੌਂਪੜੀਆਂ ਤੋਂ ਦੂਰ ਤੁਰੇ ਫਿਰਦੇ ਲੋਕ, ਉਹ ਮੇਰੇ ਤੇ ਮਿਹਰਬਾਨ ਸਨ। ਉਹਨੇ ਹੌਲੀ ਆਪਣੀ ਗੱਲ ਜਾਰੀ ਰੱਖੀ ਤੇ ਖਿੜਕੀ ਤੋਂ ਬਾਹਰ ਸਿਪਾਹੀਆਂ ਤੇ ਲੋਕਾਂ ਨੂੰ ਆਪੋ ਆਪਣੇ ਕੰਮ ਕਰਦਿਆਂ ਵੇਖਦੀ ਰਹੀ। ਉਹਨਾਂ ਦੀ ਆਤਮਾ 'ਚ ਬੜੀ ਦਇਆ ਹੈ, ਸੱਚੀ, ਜਿਸ ਨਾਲ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਕਹਿੰਦਿਆਂ ਉਹ ਚੁੱਪ ਜਿਹਾ ਕਰ ਗਈ। ਜਦੋਂ ਉਹਨੇ ਲੋਕਾਂ ਵੱਲ ਦੂਰ ਵੇਖਿਆ ਤਾਂ ਉਹਦੇ ਬੋਲ ਲੜਖੜਾ ਗਏ। ਇਉਂ ਲੱਗਦਾ ਸੀ ਜਿਵੇਂ ਰੋਣ ਲੱਗੀ ਹੋਵੇ। ਕਿਸ ਗੱਲ ਦੀ ਹੈਰਾਨੀ? ਬਰੂਨੋ ਨੇ ਪੁੱਛਿਆ। ਹੈਰਾਨੀ ਕਿ ਉਹ ਕਿਵੇਂ ਕੀ? ਬਰੂਨੋ ਨੇ ਜ਼ਿੱਦ ਨਾਲ ਪੁੱਛਿਆ। ਹੇਠੋਂ ਅਚਾਨਕ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਈ, ਜਿਹੜੀ ਸਾਰੇ ਘਰ 'ਚ ਗੂੰਜੀ, ਜਿਵੇਂ ਕਿਧਰੇ ਗੋਲੀ ਚੱਲੀ ਹੋਵੇ। ਬਰੂਨੋ ਇੱਕਦਮ ਤ੍ਰਭਕਿਆ ਤੇ ਮਰੀਆ ਦੇ ਮੂੰਹੋਂ ਨਿੱਕੀ ਜਿਹੀ ਚੀਕ ਨਿਕਲ ਗਈ। ਬਰੂਨੋ ਨੇ ਉਹਨਾਂ ਵੱਲ ਆ ਰਹੇ ਕਦਮਾਂ ਨੂੰ ਪਛਾਣ ਲਿਆ ਸੀ। ਉਹ ਛੇਤੀ ਨੇੜੇ ਆਉਂਦੇ ਰਹੇ ਤਾਂ ਉਹਨੇ ਝੱਟ ਪਿੱਛੇ ਹੋ ਕੇ ਕੰਧ ਨਾਲ ਢੋ ਲਾ ਲਈ, ਜਿਵੇਂ ਉਹਨੂੰ ਡਰ ਹੋਵੇ ਕਿ ਅਗਲੇ ਪਲ ਪਤਾ ਨਹੀਂ ਕੀ ਹੋਣ ਵਾਲਾ ਹੈ। ਪਰ ਉਹ ਤਾਂ ਗ੍ਰੈਟਲ ਸੀ, ਇੱਕ ਫਜ਼ੂਲ। ਉਹਨੇ ਬੂਹੇ 'ਚੋਂ ਆਪਣਾ ਸਿਰ ਅੰਦਰ ਕਰਦਿਆਂ ਜਦੋਂ ਦੇਖਿਆ ਕਿ ਉਹਦਾ ਭਰਾ ਤੇ ਘਰ ਦੀ ਨੌਕਰਾਣੀ ਆਪਸ 'ਚ ਗੱਲਾਂ ਕਰ ਰਹੇ ਸਨ। ਇਹ ਹੋ ਕੀ ਰਿਹਾ? ਗ੍ਰੈਟਲ ਨੇ ਪੁੱਛਿਆ। ਕੁਝ ਵੀ ਨਹੀਂ, ਤੈਨੂੰ ਕੀ ਚਾਹੀਦਾ? ਚਲੀ ਜਾ ਇੱਥੋਂ, ਬਰੂਨੋ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ। ਜਾ ਇੱਥੋਂ, ਤੂੰ ਦਫਾ ਹੋ, ਉਹਨੇ ਕਿਹਾ। ਭਾਵੇਂ ਇਹ ਉਹਦਾ ਕਮਰਾ ਸੀ। ਫਿਰ ਉਹ ਮਰੀਆ ਵੱਲ ਮੁੜੀ ਤੇ ਆਪਣੀਆਂ ਅੱਖਾਂ ਸੁੰਗੇੜਦਿਆਂ ਜਿਵੇਂ ਉਹਨੂੰ ਕੋਈ ਸ਼ੱਕ ਹੋਵੇ ਮਰੀਆ ਨੂੰ ਕਿਹਾ, ਮਰੀਆ, ਮੇਰੇ ਨਹਾਉਣ ਲਈ ਪਾਣੀ ਛੱਡ ਦੇ, ਛੇਤੀ ਕਰ। ਤੂੰ ਆਪਣੇ ਨਹਾਉਣ ਲਈ ਆਪ ਪਾਣੀ ਨਹੀਂ ਭਰ ਸਕਦੀ? ਬਰੂਨੋ ਨੇ ਗੁੱਸੇ ਨਾਲ ਕਿਹਾ। ਕਿਉਂਕਿ ਉਹ ਨੌਕਰਾਣੀ ਹੈ, ਤੂੰ ਇੱਥੇ ਇਸ ਕੰਮ ਲਈ ਹੈ, ਗ੍ਰੈਟਲ ਨੇ ਕਿਹਾ। ਬਰੂਨੋ ਇੱਕਦਮ ਗੁੱਸੇ 'ਚ ਉੱਠਿਆ ਤੇ ਉਸ ਵੱਲ ਵਧਿਆ। ਉਹ ਇਸ ਕੰਮ ਲਈ ਨਹੀਂ ਹੈ ਇੱਥੇ। ਉਹ ਹਰ ਵੇਲੇ ਸਾਡੇ ਸਾਰੇ ਕੰਮਾਂ ਲਈ ਨਹੀਂ ਹੈ ਇੱਥੇ। ਤੈਨੂੰ ਤਾਂ ਪਤਾ ਹੀ ਹੈ, ਖਾਸ ਕਰ ਜਿਹੜੇ ਕੰਮ ਅਸੀਂ ਆਪ ਕਰ ਸਕਦੇ ਹਾਂ। ਗ੍ਰੈਟਲ ਨੇ ਉਸ ਵੱਲ ਇਉਂ ਦੇਖਿਆ ਜਿਵੇਂ ਉਹ ਪਾਗਲ ਹੋ ਗਿਆ ਹੋਵੇ, ਤੇ ਫਿਰ ਉਹਨੇ ਮਰੀਆ ਵੱਲ ਦੇਖਿਆ, ਜਿਹਨੇ ਹਾਂ 'ਚ ਸਿਰ ਹਿਲਾਇਆ। ਬਿਲਕੁਲ ਗ੍ਰੈਟਲ ਜੀ, ਮੈਂ ਛੇਤੀ ਤੁਹਾਡੇ ਭਰਾ ਦੀਆਂ ਚੀਜ਼ਾਂ ਸਾਂਭ ਕੇ ਛੇਤੀ ਤੋਂ ਛੇਤੀ ਤੁਹਾਡੇ ਕੋਲ ਆਵਾਂਗੀ। ਚੰਗਾ, ਬਹੁਤੀ ਦੇਰ ਨਾ ਲਾਈ, ਗ੍ਰੈਟਲ ਨੇ ਰੁੱਖੀ ਜਿਹੀ ਆਵਾਜ਼ 'ਚ ਕਿਹਾ, ਕਿਉਂਕਿ ਬਰੂਨੋ ਵਾਂਗ ਉਹਨੇ ਕਦੀ ਨਹੀਂ ਸੋਚਿਆ ਕਿ ਮਰੀਆ ਦੀਆਂ ਭਾਵਨਾਵਾਂ ਹੋਣਗੀਆਂ ਉਸ ਵਾਂਗ ਹੀ। ਤੇ ਬੂਹਾ ਬੰਦ ਕਰਕੇ ਆਪਣੇ ਕਮਰੇ ਵੱਲ ਚਲੀ ਗਈ। ਮਰੀਆ ਦੀ ਨਜ਼ਰ ਨੇ ਉਹਦਾ ਪਿੱਛਾ ਨਹੀਂ ਸੀ ਕੀਤਾ, ਪਰ ਉਹਦੀਆਂ ਗੱਲਾਂ ਤਾਂ ਫਿਰ ਵੀ ਲਾਲ ਹੋ ਗਈਆਂ ਸਨ। ਮੈਂ ਸੋਚਦਾ ਉਹਨਾਂ ਨੇ ਬੜੀ ਭਿਅੰਕਰ ਗਲਤੀ ਕੀਤੀ ਹੈ, ਕੁਝ ਮਿੰਟਾਂ ਪਿੱਛੋਂ ਬਰੂਨੋ ਨੇ ਹੌਲੀ ਜਿਹੀ ਕਿਹਾ ਸੀ। ਉਹ ਸੋਚ ਰਿਹਾ ਸੀ ਕਿ ਉਹਨੂੰ ਆਪਣੀ ਭੈਣ ਦੇ ਬੁਰੇ ਵਰਤਾਰੇ ਕਰਕੇ ਮਾਫੀ ਮੰਗਣੀ ਚਾਹੀਦੀ ਹੈ, ਪਰ ਜਿਵੇਂ ਉਹਨੂੰ ਪਤਾ ਨਹੀਂ ਸੀ ਕਿ ਅਜਿਹਾ ਕਰਨਾ ਠੀਕ ਵੀ ਹੋਏਗਾ ਜਾਂ ਨਹੀਂ। ਇਹੋ ਜਿਹੀਆਂ ਸਥਿਤੀਆਂ ਬਰੂਨੋ ਨੂੰ ਪਰੇਸ਼ਾਨ ਕਰਦੀਆਂ, ਕਿਉਂਕਿ ਉਹਨੂੰ ਭਰੋਸਾ ਸੀ ਕਿ ਕਿਸੇ ਨਾਲ ਖਰਵੀ ਗੱਲ ਕਰਨ ਦਾ ਕੋਈ ਮਤਲਬ ਨਹੀਂ ਸੀ, ਭਾਵੇਂ ਉਹ ਤੁਹਾਡੇ ਲਈ
ਕੋਈ ਵੀ ਕੰਮ ਕਰਦੇ ਹੋਣ, ਅਕਸਰ ਸ਼ਿਸ਼ਟਾਚਾਰ ਵੀ ਤਾਂ ਕੋਈ ਚੀਜ਼ ਹੁੰਦੀ ਹੈ। ਭਾਵੇਂ ਤੁਸੀਂ ਅਜਿਹਾ ਸੋਚਦੇ ਹੋ ਤਾਂ ਵੀ ਤੁਹਾਨੂੰ ਅਜਿਹੀ ਗੱਲ ਉੱਚੀ ਨਹੀਂ ਕਹਿਣੀ ਚਾਹੀਦੀ। ਮਰੀਆ ਨੇ ਇੱਕਦਮ ਇਹ ਕਿਹਾ ਤੇ ਉਸ ਵੱਲ ਇੰਝ ਆਈ ਜਿਵੇਂ ਉਹ ਆਪਣੀ ਗੱਲ ਨਾਲ ਉਸ 'ਚ ਕੋਈ ਚੰਗਿਆਈ ਭਰਨਾ ਚਾਹੁੰਦੀ ਹੋਵੇ। ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਕਦੇ ਵੀ ਅਜਿਹਾ ਨਹੀਂ ਕਰੋਗੇ। ਪਰ ਕਿਉਂ? ਬਰੂਨੋ ਨੇ ਹੈਰਾਨ ਹੁੰਦਿਆਂ ਪੁੱਛਿਆ। ਮੈਂ ਜਿਵੇਂ ਮਹਿਸੂਸ ਕਰਦਾ ਉਹੀ ਮੈਂ ਕਹਿ ਦਿੱਤਾ। ਕਿ ਮੈਨੂੰ ਇਹ ਕਹਿਣ ਦਾ ਵੀ ਹੱਕ ਨਹੀਂ ਹੈ ਕਿ ਨਹੀਂ? ਨਹੀਂ, ਤੈਨੂੰ ਕੋਈ ਹੱਕ ਨਹੀਂ, ਮਰੀਆ ਨੇ ਕਿਹਾ। ਕੀ ਮੈਨੂੰ ਜੋ ਵੀ ਮੈਂ ਮਹਿਸੂਸ ਕਰ ਰਿਹਾ ਕਹਿਣ ਦਾ ਕੋਈ ਹੱਕ ਨਹੀਂ? ਉਹਨੇ ਫੇਰ ਕਿਹਾ। ਨਹੀਂ, ਉਹਨੇ ਜ਼ਿੱਦ ਨਾਲ ਕਿਹਾ ਤੇ ਉਹਦੀ ਆਵਾਜ਼ 'ਚ ਭਾਰੀਪਨ ਆ ਰਿਹਾ ਸੀ। ਜਿਉਂ ਹੀ ਉਹਨੇ ਕਹਿਣਾ ਸ਼ੁਰੂ ਕੀਤਾ, ਇਸ ਬਾਰੇ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਬਰੂਨੋ ਜੀ। ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨੀ ਗੜਬੜ ਕਰ ਸਕਦੇ ਹੋ ਸਾਡੇ ਸਾਰਿਆਂ ਲਈ? ਬਰੂਨੋ ਉਸ ਵੱਲ ਵੇਖਣ ਲੱਗ ਪਿਆ। ਉਹਦੀਆਂ ਅੱਖਾਂ 'ਚ ਡਰ ਵਰਗਾ ਫਿਕਰ ਸੀ ਜਿਹੜਾ ਉਹਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੇ ਉਹਨੇ ਬਰੂਨੋ ਨੂੰ ਪਰੇਸ਼ਾਨ ਕਰ ਦਿੱਤਾ। ਚੰਗਾ, ਕਹਿ ਕੇ ਉਹ ਖੜਾ ਹੋ ਗਿਆ ਤੇ ਬੂਹੇ ਵੱਲ ਜਾਣ ਲੱਗਾ, ਜਿਵੇਂ ਅਚਾਨਕ ਉਹ ਤੋਂ ਦੂਰ ਹੋ ਜਾਣਾ ਚਾਹੁੰਦਾ ਹੋਵੇ। ਮੈਂ ਤਾਂ ਸਿਰਫ ਇਹੋ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਇੱਥੇ ਚੰਗਾ ਨਹੀਂ ਲੱਗ ਰਿਹਾ। ਜਦੋਂ ਤੁਸੀਂ ਕੱਪੜੇ ਸਾਂਭ ਰਹੇ ਸੀ ਤੇ ਮੈਂ ਗੱਲਬਾਤ ਕਰਨੀ ਚਾਹੁੰਦਾ ਸੀ। ਅਜਿਹੀ ਕੋਈ ਗੱਲ ਨਹੀਂ ਕਿ ਮੈਂ ਇੱਥੋਂ ਕਿਧਰੇ ਭੱਜ ਜਾਣਾ ਚਾਹੁੰਦਾ। ਜੇ ਮੈਂ ਕਹਿ ਵੀ ਰਿਹਾ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਇਸ ਬਾਰੇ ਬੁਰਾ ਭਲਾ ਕਹਿ ਸਕਦਾ ਹੈ। ਤੇ ਇਸ ਨਾਲ ਭਾਵੇਂ ਤੁਹਾਡੇ ਮਾਤਾ ਪਿਤਾ ਦੀ ਅੱਧੀ ਜਾਨ ਵੀ ਕਿਉਂ ਨਾ ਨਿਕਲ ਜਾਏ, ਮਰੀਆ ਨੇ ਕਿਹਾ। ਬਰੂਨੋ ਜੀ, ਜੇ ਤੁਹਾਨੂੰ ਥੋੜੀ ਜਿੰਨੀ ਵੀ ਅਕਲ ਹੈ ਤਾਂ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਹੈ ਤੇ ਆਪਣੇ ਸਕੂਨ ਦਾ ਕੰਮ ਕਰਨਾ ਚਾਹੀਦਾ ਹੈ ਤੇ ਉਹ ਕੁਝ ਕਰਨਾ ਚਾਹੀਦਾ ਹੈ ਜੋ ਕੁਝ ਵੀ ਤੁਹਾਡੇ ਪਿਤਾ ਜੀ ਕਹਿੰਦੇ ਨੇ। ਆਪਾਂ ਸਾਰਿਆਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਜਿੰਨਾ ਚਿਰ ਇਹ ਖਤਮ ਨਹੀਂ ਹੁੰਦਾ, ਘੱਟੋ ਘੱਟ ਮੈਂ ਤਾਂ ਇਹੋ ਸਮਝਦੀ ਹਾਂ। ਆਖਰ ਇਹ ਤੋਂ ਵੱਧ ਆਪਾਂ ਹੋਰ ਕਰ ਵੀ ਕੀ ਸਕਦੇ ਹਾਂ? ਅਸੀਂ ਕੁਝ ਵੀ ਬਦਲ ਨਹੀਂ ਸਕਦੇ ਜੋ ਕੁਝ ਵੀ ਇੱਥੇ ਹੋ ਰਿਹਾ। ਅਚਾਨਕ ਕੋਈ ਕਾਰਨ ਨਹੀਂ ਸੀ ਨਜ਼ਰ ਆ ਰਿਹਾ ਕਿ ਉਹ ਕੁਝ ਸੋਚ ਸਕਦਾ। ਬਰੂਨੋ ਨੂੰ ਲੱਗਿਆ ਉਹ ਹੁਣ ਰੋ ਪਏਗਾ। ਉਹਨੇ ਕਈ ਵਾਰ ਆਪਣੀਆਂ ਅੱਖਾਂ ਝਪਕੀਆਂ ਤੇ ਇੰਨੀ ਜਲਦੀ ਨਾਲ ਝਪਕੀਆਂ ਕਿ ਚਾਹੁੰਦਾ ਸੀ ਕਿ ਮਰੀਆ ਕਿਧਰੇ ਦੇਖ ਨਾ ਲਵੇ। ਇਸ ਗੱਲ ਨੇ ਵੀ ਉਹਨੂੰ ਹੈਰਾਨ ਕਰ ਦਿੱਤਾ ਤੇ ਅਖੀਰ ਉਹਨੇ ਉਹਦੀਆਂ ਅੱਖਾਂ ਵੱਲ ਦੇਖਿਆ ਤਾਂ ਉਹਨੂੰ ਲੱਗਿਆ ਜਿਵੇਂ ਹਵਾ ਵਿੱਚ ਕੁਝ ਅਜਿਹਾ ਸੀ ਜਿਹੜਾ ਬੜਾ ਅਜੀਬ ਜਿਹਾ ਸੀ। ਕਿਉਂਕਿ ਉਹਦੀਆਂ ਅੱਖਾਂ 'ਚ ਹੰਝੂ ਸਨ। ਉਹ ਝੱਟ ਮੁੜਿਆ ਤੇ ਬੂਹੇ ਵੱਲ ਤੁਰ ਪਿਆ। ਤੁਸੀਂ ਕਿੱਥੇ ਜਾ ਰਹੇ ਹੋ? ਮਰੀਆ ਨੇ ਪੁੱਛਿਆ। ਬਾਹਰ, ਬਰੂਨੋ ਗੁੱਸੇ ਨਾਲ ਬੋਲਿਆ। ਤੁਹਾਨੂੰ ਇਸ ਨਾਲ ਕੀ? ਉਹ ਹੌਲੀ ਹੌਲੀ ਬਾਹਰ ਚਲਾ ਗਿਆ ਤੇ ਜਿਉਂ ਹੀ ਉਹ ਪੌੜੀਆਂ ਕੋਲ ਪਹੁੰਚਿਆ, ਬੜੀ ਤੇਜ਼ੀ ਨਾਲ ਪੌੜੀਆਂ ਉਤਰਨ ਲੱਗਾ ਤੇ ਸੋਚਣ ਲੱਗਾ ਕਿ ਜੇ ਉਹ ਘਰ 'ਚ ਰਿਹਾ ਤਾਂ ਬੇਹੋਸ਼ ਹੋ ਜਾਏਗਾ। ਕੁਝ ਸਕਿੰਟਾਂ 'ਚੋਂ ਬਾਹਰ ਨਿਕਲ ਗਿਆ। ਕੁਝ ਦੇਰ ਉਹਨੂੰ ਉਹ ਵੱਡਾ ਗੇਟ ਵੀ ਦਿਸ ਗਿਆ ਜਿੱਥੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਸ਼ੁਰੂ ਹੁੰਦੀ ਸੀ। ਉਸ ਰੇਲਵੇ ਸਟੇਸ਼ਨ ਤੋਂ ਗੱਡੀਆਂ ਬਰਲਿਨ ਵਾਲੇ ਘਰ ਵੱਲ ਜਾਂਦੀਆਂ ਸਨ। ਪਰ ਉਹ ਸੋਚ ਕੇ ਕਿ ਇਕੱਲਿਆਂ ਉਸ ਥਾਂ ਤੋਂ ਦੌੜ ਕੇ ਜਾਣ ਵਾਲੀ ਤੇ ਉਹ ਵੀ ਕਿਸੇ ਨੂੰ ਦੱਸੇ ਬਿਨਾਂ ਕੋਈ ਚੰਗੀ ਗੱਲ ਤਾਂ ਨਹੀਂ। ਇੱਥੇ ਤਾਂ ਰਹਿਣ ਨਾਲੋਂ ਵੀ ਮਾੜੀ ਸੋਚ ਸੀ ਜਿਹੜੀ ਉਹਨੂੰ ਕਦੀ ਚੰਗੀ ਨਹੀਂ ਲੱਗੀ। ਧੰਨਵਾਦ। ਅਗਲਾ ਅੰਗ ਹੈ 7ਵਾਂ। ਮਾਂ ਨੂੰ ਉਹਦਾ ਫਲ ਕਿਵੇਂ ਮਿਲਿਆ ਜੋ ਉਹਨੇ ਨਹੀਂ ਸੀ ਕੀਤਾ। ਜਦੋਂ ਦਾ ਬਰੂਨੋ ਆਪਣੇ ਪਰਿਵਾਰ ਨਾਲ ਕਈ ਹਫ਼ਤੇ ਪਹਿਲਾਂ ਆਊਟਵੇਦ ਆਇਆ ਸੀ ਤਾਂ ਉਹਦੇ ਦੋਸਤਾਂ ਨੂੰ ਮਿਲ ਸਕਣ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਸੀ ਆ ਰਹੀ। ਉਹਨੇ ਅਖੀਰ ਇਹ ਫੈਸਲਾ ਕੀਤਾ ਕਿ ਉਹਨੂੰ ਆਪਣੇ ਮਨੋਰੰਜਨ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ, ਨਹੀਂ ਤਾਂ ਉਹਦਾ ਦਿਮਾਗ ਖਰਾਬ ਹੋ ਜਾਏਗਾ। ਬਰੂਨੋ ਸਿਰਫ ਇੱਕੋ ਬੰਦੇ ਨੂੰ ਜਾਣਦਾ ਸੀ ਜਿਹਨੂੰ ਉਹ ਪਾਗਲ ਸਮਝਦਾ ਸੀ। ਉਹਦਾ ਨਾਮ ਹਿਊ ਰੋਲਰ ਸੀ। ਉਹਦੀ ਉਮਰ ਲਗਭਗ ਉਹਦੇ ਪਿਤਾ ਦੀ ਉਮਰ ਦੇ ਬਰਾਬਰ ਹੋਏਗੀ। ਉਹ ਬਰਲਿਨ 'ਚ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਰਹਿੰਦਾ ਸੀ। ਉਹ ਅਕਸਰ ਸਾਰਾ ਦਿਨ ਗਲੀ 'ਚ ਉੱਧਰ ਦਿਨ ਰਾਤ ਤੁਰਿਆ ਫਿਰਦਾ ਰਹਿੰਦਾ ਸੀ। ਉਹ ਆਪਣੇ ਆਪ ਨਾਲ ਉੱਚੀ ਉੱਚੀ ਗੱਲਾਂ ਕਰਕੇ ਉਤੇਜਿਤ ਹੋ ਜਾਂਦਾ ਸੀ। ਕਈ ਵਾਰੀ ਇਹ ਗਰਮ ਬਹਿਸ ਕਰਦਿਆਂ ਉਹ ਵੱਸੋਂ ਬਾਹਰਾਂ ਹੋ ਜਾਇਆ ਕਰਦਾ ਸੀ ਤੇ ਫਿਰ ਉਹ ਗੁੱਸੇ 'ਚ ਆ ਕੇ ਕੰਧ ਤੇ ਪੈਰੀ ਆਪਣੀ ਛਾਂ ਨੂੰ ਹੀ ਮੁੱਕੇ ਮਾਰਨ ਲੱਗ ਪੈਂਦਾ ਸੀ। ਇੰਜ ਕਰਦਿਆਂ ਪੂਰੇ ਜ਼ੋਰ ਨਾਲ ਕੰਧ ਤੇ ਮੁੱਕੇ ਜਦੋਂ ਮਾਰਦਾ ਸੀ ਤੇ ਉਹਦੇ ਹੱਥ 'ਚੋਂ ਖੂਨ ਨਿਕਲਣ ਲੱਗ ਪੈਂਦਾ ਸੀ, ਜਿਹਨੂੰ ਦੇਖ ਕੇ ਉਹ ਗੋਡਿਆਂ ਭਾਰ ਬਹਿ ਜਾਂਦਾ ਸੀ ਤੇ ਜ਼ੋਰ ਨਾਲ ਰੋਣ ਲੱਗ ਪੈਂਦਾ ਸੀ। ਫਿਰ ਆਪਣੇ ਸਿਰ ਦੇ ਦੋਹਾਂ ਹੱਥਾਂ ਨਾਲ ਮੁੱਕੇ ਮਾਰਨ ਲੱਗ ਪੈਂਦਾ ਸੀ। ਕੁਝ ਮੌਕਿਆਂ ਤੇ ਉਹਨੇ ਸੁਣਿਆ ਸੀ ਕਿ ਜਿਹੜੇ ਸ਼ਬਦ ਉਹ ਬੋਲਦਾ ਸੀ ਬਰੂਨੋ ਲਈ ਉਹੋ ਜਿਹੇ ਸ਼ਬਦ ਵਰਜਿਤ ਸਨ। ਜਦੋਂ ਅਜਿਹਾ ਕਰਦਾ ਸੀ ਤਾਂ ਬਰੂਨੋ ਹੱਸਣਾ ਬੰਦ ਕਰ ਦਿਆ ਕਰਦਾ ਸੀ। ਉਸ ਗਰੀਬ ਹਿਊ ਰੋਲਰ ਨੇ ਤੈਨੂੰ ਹੱਸਣਾ ਬਿਲਕੁਲ ਨਹੀਂ
ਬਿਲਕੁਲ ਨਹੀਂ ਚਾਹੀਦਾ। ਮਾਂ ਨੇ ਇੱਕ ਦਿਨ ਦੁਪਹਿਰ ਮਗਰੋਂ ਜਦੋਂ ਬਰੂਨੋ ਨੇ ਤਾਜ਼ੀ ਗੱਲ ਮਾਂ ਨੂੰ ਦੱਸਣੀ ਚਾਹੀ ਸੀ ਤਾਂ ਸਮਝਾਉਂਦਿਆਂ ਕਿਹਾ ਸੀ, ਤੈਨੂੰ ਪਤਾ ਵੀ ਨਹੀਂ ਕਿ ਜੀਵਨ 'ਚ ਉਸ ਵਿਚਾਰੇ ਨਾਲ ਕੀ ਵਾਪਰਿਆ ਸੀ। ਉਹ ਤਾਂ ਪਾਗਲ ਹੈ। ਬਰੂਨੋ ਨੇ ਆਪਣੇ ਸਿਰ ਦੁਆਲੇ ਉਂਗਲਾਂ ਘੁਮਾਉਂਦਿਆਂ ਇਸ਼ਾਰਾ ਕਰਕੇ ਮਾਂ ਨੂੰ ਦੱਸਣਾ ਚਾਹਿਆ। ਪਤਾ ਹੈ ਕਿ ਉਹ ਇੱਕ ਦਿਨ ਬਿੱਲੀ ਕੋਲ ਗਿਆ ਤੇ ਉਹਨੂੰ ਦੁਪਹਿਰ ਮਗਰੋਂ ਹੀ ਚਾਹ ਪੀਣ ਲਈ ਸੱਦਾ ਦੇਣ ਗਿਆ। ਤੇ ਬਿੱਲੀ ਨੇ ਕੀ ਕਿਹਾ? ਗ੍ਰੈਟਲ ਖੜੀ ਰਸੋਈ ਘਰ 'ਚ ਸੈਂਡਵਿਚ ਬਣਾ ਰਹੀ ਸੀ ਤਾਂ ਉਹਨੇ ਪੁੱਛਿਆ। ਕੁਝ ਨਹੀਂ, ਉਹ ਤਾਂ ਬਿੱਲੀ ਸੀ, ਬਰੂਨੋ ਨੇ ਕਿਹਾ। ਮੇਰਾ ਮਤਲਬ ਸਾਫ਼ ਹੈ। ਫਰਾਂਸ ਇੱਕ ਸੋਹਣਾ ਸੁਨੱਖਾ ਜਵਾਨ ਮੁੰਡਾ ਸੀ। ਮੈਂ ਅਜੇ ਛੋਟੀ ਸੀ ਜਦੋਂ ਤੋਂ ਉਹਨੂੰ ਮੈਂ ਜਾਣਦੀ ਸੀ। ਉਹ ਸਮਝਦਾਰ ਤੇ ਸਿਆਣਾ ਮੁੰਡਾ ਸੀ ਤੇ ਡਾਂਸ ਕਰਨ ਲਈ ਡਾਂਸ ਫਲੋਰ ਤੇ ਫਰੈਡ ਐਸਟੇਅਰ ਵਾਂਗ ਹੀ ਆਉਂਦਾ ਸੀ। ਜੰਗ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਤੇ ਉਹ ਸੱਟ ਉਹਦੇ ਸਿਰ 'ਚ ਵੱਜੀ ਸੀ ਤੇ ਇਸੇ ਕਰਕੇ ਉਹ ਇਹੋ ਜਿਹਾ ਹੋ ਗਿਆ ਜਿਹੋ ਜਿਹਾ ਹੁਣ ਹੈ। ਇਸ ਤੇ ਹੱਸਣ ਦਾ ਕੋਈ ਮਤਲਬ ਨਹੀਂ। ਉਸ ਜਵਾਨ ਨੇ ਕਿਹੋ ਜਿਹੀਆਂ ਮੁਸੀਬਤਾਂ ਸਹੀਆਂ ਉਸ ਵੇਲੇ ਕਿਸੇ ਨੂੰ ਅੰਦਾਜ਼ਾ ਨਹੀਂ। ਉਹਨਾਂ ਦੇ ਦੁੱਖਾਂ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ। ਉਸ ਵੇਲੇ ਬਰੂਨੋ 6 ਸਾਲ ਦਾ ਸੀ। ਉਹਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਮਾਂ ਕਿਹੜੀ ਗੱਲ ਨੂੰ ਯਾਦ ਕਰਕੇ ਕੁਝ ਕਹਿ ਰਹੀ ਸੀ। ਕਈ ਸਾਲ ਹੋ ਗਏ ਇਹਨਾਂ ਗੱਲਾਂ ਨੂੰ। ਤੇਰੇ ਜਨਮ ਤੋਂ ਪਹਿਲਾਂ ਫਰਾਂਸ ਇੱਕ ਜਵਾਨ ਮੁੰਡਾ ਸੀ ਜਿਹਨੇ ਖਾਈਆਂ 'ਚ ਬਹਿ ਕੇ ਸਾਡੀ ਖਾਤਰ ਲੜਾਈ ਲੜੀ ਸੀ। ਤੇਰੇ ਪਿਤਾ ਜੀ ਉਹਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦੋਹਾਂ ਨੇ ਇਕੱਠੀ ਲੜਾਈ ਲੜੀ ਸੀ। ਮਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨੇ ਇਹ ਸਾਰੀ ਗੱਲ ਦੱਸੀ ਸੀ। ਉਹਨੂੰ ਹੋਇਆ ਕੀ ਸੀ? ਬਰੂਨੋ ਨੇ ਪੁੱਛਿਆ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੰਗ ਬਾਰੇ ਗੱਲਾਂ ਕਰਨੀਆਂ ਕੋਈ ਚੰਗੀ ਗੱਲ ਨਹੀਂ। ਅਸੀਂ ਇਸ ਬਾਰੇ ਗੱਲਾਂ ਕਰਕੇ ਆਪਣਾ ਸਮਾਂ ਵੀ ਬਰਬਾਦ ਕਰਾਂਗੇ, ਮਾਂ ਨੇ ਜਵਾਬ 'ਚ ਕਿਹਾ। ਉਸ ਬੁਰੇ ਸਮੇਂ ਨੂੰ 3 ਸਾਲ ਹੋ ਚੁੱਕੇ ਸਨ ਜਦੋਂ ਉਹਨਾਂ ਨੂੰ ਆਊਟਵੇਦ ਆਉਣਾ ਪਿਆ ਸੀ। ਇੰਨੇ ਸਮੇਂ 'ਚ ਬਰੂਨੋ ਨੂੰ ਹਿਓ ਰੋਲਰ ਬਾਰੇ ਚੇਤਾ ਵੀ ਨਹੀਂ ਸੀ ਆਇਆ। ਪਰ ਬਰੂਨੋ ਨੂੰ ਅਚਾਨਕ ਲੱਗਿਆ ਕਿ ਉਹਨੇ ਸਿਆਣਪ ਨਾਲ ਹੁਣ ਜੇ ਕੁਝ ਵੀ ਨਾ ਕੀਤਾ ਤਾਂ ਉਹਨੂੰ ਭਰੋਸਾ ਹੁੰਦਾ ਜਾ ਰਿਹਾ ਸੀ ਕਿ ਉਹ ਗਲੀਆਂ 'ਚ ਆਪਣੇ ਆਪ ਨਾਲ ਲੜਾਈ ਕਰਦਿਆਂ ਪਾਲਤੂ ਕੁੱਤੇ ਬਿੱਲੀਆਂ ਨੂੰ ਸਮਾਜਿਕ ਮੌਕਿਆਂ ਤੇ ਸੱਦੇ ਦਿੰਦਾ ਫਿਰੇਗਾ। ਸਨਿਚਰਵਾਰ ਵਾਲੇ ਦਿਨ ਬਰੂਨੋ ਨੇ ਸਾਰੀ ਸਵੇਰ ਤੇ ਦੁਪਹਿਰ ਪਿੱਛੋਂ ਵਾਲਾ ਸਾਰਾ ਸਮਾਂ ਆਪਣੇ ਲਈ ਕੁਝ ਨਵਾਂ ਕਰਨ ਤੇ ਹੀ ਲਾ ਦਿੱਤਾ। ਉਹਦੇ ਕਮਰੇ ਦੀ ਖਿੜਕੀ ਵਿੱਚੋਂ ਤਾਂ ਦਿਸਦਾ ਨਹੀਂ ਸੀ, ਪਰ ਗ੍ਰੈਟਲ ਦੇ ਕਮਰੇ ਵਾਲੇ ਪਾਸੇ ਕੁਝ ਦੂਰ ਇੱਕ ਬਲੂਤ ਦਾ ਰੁੱਖ ਸੀ ਜਿਹਦਾ ਤਣਾ ਬਹੁਤ ਭਾਰਾ ਸੀ। ਇੱਕ ਲੰਮਾ ਰੁੱਖ ਸੀ ਉਹ ਜਿਹਦੇ ਡਾਹਣੇ ਵੱਡੇ ਵੱਡੇ ਸਨ, ਜਿਹੜਾ ਇੱਕ ਛੋਟੇ ਬੱਚੇ ਲਈ ਬਹੁਤ ਮਜ਼ਬੂਤ ਸੀ। ਉਹ ਰੁੱਖ ਇੰਨਾ ਪੁਰਾਣਾ ਲੱਗਦਾ ਸੀ ਕਿ ਬਰੂਨੋ ਨੇ ਸੋਚਿਆ ਕਿ ਕਿਸੇ ਨੇ ਇਹਨੂੰ ਮੱਧਕਾਲ ਵਿੱਚ ਲਾਇਆ ਹੋਵੇਗਾ। ਇਹ ਮੱਧਕਾਲ ਸਮੇਂ ਬਾਰੇ ਆਪਣੀਆਂ ਕਿਤਾਬਾਂ 'ਚ ਪੜ੍ਹਦਾ ਰਿਹਾ ਸੀ ਜੋ ਉਹਨੂੰ ਚੰਗਾ ਤੇ ਦਿਲਚਸਪ ਲੱਗਦਾ ਸੀ। ਖਾਸ ਕਰ ਮੱਧਕਾਲ ਦੇ ਉਸ ਸਮਿਆਂ ਬਾਰੇ ਪੜ੍ਹਦਿਆਂ ਉਹਨੂੰ ਚੰਗਾ ਲੱਗਦਾ ਸੀ ਜਦੋਂ ਯੁੱਧ ਦੂਜੇ ਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਕੁਝ ਨਵੀਂ ਖੋਜ ਕਰਿਆ ਕਰਦੇ ਸਨ ਤੇ ਕੁਝ ਦਿਲਚਸਪ ਕਰਿਆ ਕਰਦੇ ਸਨ। ਜਦੋਂ ਉਹਨਾਂ ਨਵੀਆਂ ਥਾਵਾਂ ਤੇ ਜਾਂਦੇ ਸਨ, ਸਿਰਫ 2 ਹੀ ਚੀਜ਼ਾਂ ਚਾਹੀਦੀਆਂ ਸਨ ਬਰੂਨੋ ਨੂੰ ਜੇ ਉਹਨੂੰ ਆਪਣੇ ਨਵੇਂ ਮਨੋਰੰਜਨ ਲਈ ਕੁਝ ਕਰਨਾ ਸੀ। ਇੱਕ ਰੱਸੀ ਤੇ ਦੂਜਾ ਟਾਇਰ। ਰੱਸੀ ਤਾਂ ਸੁਖਾਲੀ ਲੱਭ ਗਈ ਸੀ। ਹੇਠਾਂ ਬੇਸਮੈਂਟ 'ਚ ਰੱਸੀਆਂ ਦੇ ਢੇਰ ਪਏ ਸਨ। ਉਹਨੇ ਚਾਕੂ ਨਾਲ ਲੰਮੀਆਂ ਲੋੜੀਂਦੀਆਂ ਰੱਸੀਆਂ ਕੱਟ ਲਈਆਂ। ਉਹ ਰੱਸੇ ਲੈ ਕੇ ਰੁੱਖ ਕੋਲ ਗਿਆ ਤੇ ਰੱਸੇ ਰੁੱਖ ਦੇ ਹੇਠਾਂ ਸਾਂਭ ਕੇ ਰੱਖ ਦਿੱਤੇ ਤਾਂ ਕਿ ਆਉਣ ਵਾਲੇ ਸਮੇਂ 'ਚ ਕੰਮ ਆ ਸਕਣ। ਤੇ ਹੁਣ ਟਾਇਰ ਦੀ ਗੱਲ ਹੋਰ ਸੀ। ਇਸ ਮੌਕੇ ਨਾ ਮਾਂ ਘਰ ਸੀ ਤੇ ਨਾ ਹੀ ਪਿਤਾ ਜੀ। ਮਾਂ ਨੇ ਸਵੇਰੇ ਸਵੇਰੇ ਜਾ ਕੇ ਕਿਸੇ ਨੇੜਲੇ ਸ਼ਹਿਰ ਹਵਾਖੋਰੀ ਲਈ ਗੱਡੀ ਫੜ ਲਈ ਸੀ ਤੇ ਪਿਤਾ ਜੀ ਨੂੰ ਉਹਨੇ ਝੌਂਪੜੀਆਂ ਵੱਲ ਜਾਂਦਿਆਂ ਦੇਖਿਆ ਸੀ। ਇਹ ਸਭ ਬਰੂਨੋ ਨੇ ਆਪਣੀ ਖਿੜਕੀ 'ਚੋਂ ਦੇਖਿਆ ਸੀ ਤੇ ਰੋਜ਼ ਦੀ ਤਰ੍ਹਾਂ ਘਰ ਦੇ ਨੇੜੇ ਬਹੁਤ ਸਾਰੇ ਸਿਪਾਹੀ ਟਰੱਕ ਤੇ ਜੀਪਾਂ ਖੜੇ ਦਿਖ ਰਹੇ ਸਨ। ਉਹਨੂੰ ਪਤਾ ਸੀ ਕਿ ਕਿਸੇ ਦੀ ਗੱਡੀ ਤੋਂ ਟਾਇਰ ਲਾ ਸਕਣ 'ਚ ਮੌਕਾ ਬਿਲਕੁਲ ਨਹੀਂ ਸੀ। ਇੱਕ ਸੰਭਾਵਨਾ ਜਿਹੜੀ ਸੀ ਉਹ ਸੀ ਕਿ ਕਿਧਰੋਂ ਕੋਈ ਫਾਲਤੂ ਟਾਇਰ ਜੇ ਮਿਲ ਸਕੇ ਤਾਂ ਠੀਕ ਹੈ। ਜਦੋਂ ਉਹ ਬਾਹਰ ਆਇਆ ਤਾਂ ਉਹਨੇ ਦੇਖਿਆ ਕਿ ਗ੍ਰੈਟਲ ਲੈਫਟੀਨੈਂਟ ਕੋਟਲਰ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਨੇ ਸੋਚਿਆ ਕਿ ਸਮਝਦਾਰੀ ਇਸੇ 'ਚ ਹੋਏਗੀ ਕਿ ਉਹ ਲੈਫਟੀਨੈਂਟ ਕੋਟਲਰ ਨੂੰ ਹੀ ਪੁੱਛ ਲਵੇ। ਲੈਫਟੀਨੈਂਟ ਕੋਟਲਰ ਨੂੰ ਪਹਿਲੇ ਹੀ ਦਿਨ ਉਹਨੇ ਦੇਖਿਆ ਸੀ ਜਿਸ ਦਿਨ ਉਹ ਆਊਟਵੇਦ ਪਹੁੰਚੇ ਸਨ। ਉਹ ਜਵਾਨ ਅਫਸਰ ਉਹਨਾਂ ਦੇ ਘਰ ਆਇਆ ਸੀ ਤੇ ਬਰੂਨੋ ਨੂੰ ਦੇਖਦੇ ਹੀ ਆਪਣਾ ਸਿਰ ਹਿਲਾਇਆ ਸੀ। ਜਦੋਂ ਘਰੋਂ ਬਾਹਰ ਜਾ ਰਿਹਾ ਸੀ ਉਸ ਦਿਨ ਪਿੱਛੋਂ ਬਰੂਨੋ ਨੇ ਉਹਨੂੰ ਕਈ ਵਾਰੀ ਦੇਖਿਆ ਸੀ। ਉਹਨਾਂ ਦੇ ਘਰ ਇਉਂ ਆਉਂਦਾ ਜਾਂਦਾ ਸੀ ਜਿਵੇਂ ਉਹ ਥਾਂ ਉਹਨੇ ਖਰੀਦ ਰੱਖੀ ਹੋਵੇ। ਪਿਤਾ ਦੇ ਦਫ਼ਤਰ 'ਚ ਆਉਣ ਜਾਣ ਲਈ ਉੱਤੇ ਕੋਈ ਪਾਬੰਦੀ ਨਹੀਂ ਸੀ, ਪਰ ਉਹਨਾਂ ਦੀ ਆਪਸ 'ਚ ਕਦੇ ਗੱਲਬਾਤ ਨਹੀਂ ਸੀ ਹੋ ਸਕੀ। ਬਰੂਨੋ ਨੂੰ ਪਤਾ ਨਹੀਂ ਸੀ ਕਿ ਕਿਉਂ, ਪਰ ਇੰਨਾ ਅਹਿਸਾਸ ਸੀ ਕਿ ਉਹ ਉਹਨੂੰ ਪਸੰਦ ਨਹੀਂ ਸੀ ਕਰਦਾ। ਉਸ 'ਚ ਕੁਝ ਅਜਿਹਾ ਸੀ ਜਿਹੜਾ ਬਰੂਨੋ ਨੂੰ ਠੰਡਾ ਕਰ ਜਾਂਦਾ ਸੀ, ਪਰ ਹੋਰ ਕੋਈ ਹੈ ਵੀ ਨਹੀਂ ਸੀ ਨੇੜੇ ਤੇੜੇ।
ਬਰੂਨੋ ਭਰੋਸੇ ਨਾਲ ਉਸ ਵੱਲ ਉਹਨੂੰ ਹੈਲੋ ਕਹਿਣ ਲਈ ਚਲਾ ਗਿਆ। ਬਹੁਤੇ ਦਿਨਾਂ ਤੱਕ ਉਹ ਜਵਾਨ ਲੈਫਟੀਨੈਂਟ ਬੜਾ ਚੁਸਤ ਲੱਗਦਾ ਰਿਹਾ। ਉਹ ਇੱਕ ਅਜਿਹੀ ਚੁਸਤ ਵਰਦੀ 'ਚ ਹੁੰਦਾ ਜਿਹੜੀ ਪ੍ਰੈਸ ਕੀਤੀ ਹੁੰਦੀ। ਉਹਦੇ ਕਾਲੇ ਬੂਟ ਪਾਲਿਸ਼ ਕੀਤੇ ਹੁੰਦੇ ਚਮਕਦੇ ਰਹਿੰਦੇ। ਉਹਦੇ ਸੁਨਹਿਰੀ ਪੀਲੇ ਵਾਲਾਂ 'ਚ ਇੱਕ ਪਾਸੇ ਤੋਂ ਚੀਰ ਕੱਢਿਆ ਹੁੰਦਾ ਤੇ ਵਾਲਾਂ 'ਚ ਕੁਝ ਅਜਿਹਾ ਲੱਗਦਾ ਸੀ ਜਿਵੇਂ ਹੁਣੇ-ਹੁਣੇ ਕੰਘੀ ਕਰਕੇ ਆਇਆ ਹੋਵੇ, ਜਿਵੇਂ ਕਿਸੇ ਨੇ ਖੇਤ ਵਿੱਚ ਹੁਣੇ-ਹੁਣੇ ਹਲ ਚਲਾਇਆ ਹੋਵੇ ਤੇ ਉਹਨੇ ਆਪਣੇ ਉੱਤੇ ਖੁਸ਼ਬੂ ਇਉਂ ਛਿੜਕੀ ਹੁੰਦੀ ਕਿ ਦੂਰੋਂ ਆਉਂਦੇ ਦਾ ਪਤਾ ਸੁੰਘ ਕੇ ਲੱਗ ਜਾਂਦਾ ਸੀ। ਬਰੂਨੋ ਜਦੋਂ ਵੀ ਆਉਂਦਾ ਤਾਂ ਹੇਠਾਂ ਬਾਹਰ ਜਾ ਕੇ ਖੜਾ ਨਹੀਂ ਸੀ ਹੁੰਦਾ ਕਿ ਕਿਧਰੇ ਉਸ ਤੋਂ ਆਉਂਦੀ ਗੰਧ ਨਾਲ ਬੇਹੋਸ਼ ਨਾ ਹੋ ਜਾਏ। ਉਸ ਦਿਨ ਸ਼ਨਿਚਰਵਾਰ ਸੀ। ਸਵੇਰੇ ਸਵੇਰੇ ਧੁੱਪ ਵੀ ਕਾਫੀ ਚੜ੍ਹ ਚੁੱਕੀ ਸੀ। ਉਹ ਚੰਗੀ ਤਰ੍ਹਾਂ ਨਹਾਤਾ ਧੋਤਾ ਵੀ ਨਹੀਂ ਸੀ ਲੱਗ ਰਿਹਾ। ਅਸਲ 'ਚ ਆਪਣੀ ਪੈਂਟ ਦੇ ਉੱਤੋਂ ਉਹਨੇ ਬਨੈਣ ਪਾਈ ਹੋਈ ਸੀ। ਉਹਦੇ ਸਿਰ ਦੇ ਵਾਲ ਮੱਥੇ ਤੱਕ ਬੜੀ ਬੇਪਰਵਾਹੀ ਨਾਲ ਖਿਲਰੇ ਹੋਏ ਲੱਗਦੇ ਸੀ। ਉਹਦੀਆਂ ਬਾਹਾਂ ਧੁੱਪ 'ਚ ਸੇਕ ਨਾਲ ਭੂਰੀਆਂ ਹੋ ਗਈਆਂ ਸੀ। ਉਹਦੇ ਡੋਲੇ, ਬਰੂਨੋ ਨੂੰ ਲੱਗਾ ਕਿ ਉਹਦੇ ਡੋਲਿਆਂ ਵਰਗੇ ਜੇ ਕਿਧਰੇ ਉਹਦੇ ਵੀ ਹੋਣ। ਉਹ ਅੱਜ ਬੜਾ ਸੋਹਣਾ ਜਵਾਨ ਲੱਗ ਰਿਹਾ ਸੀ। ਬਰੂਨੋ ਉਹਨੂੰ ਦੇਖਦਾ ਰਿਹਾ। ਉਹਨੂੰ ਆਪਣੇ ਸਕੂਲ 'ਚ ਵੱਡੀਆਂ ਕਲਾਸਾਂ ਵਾਲੇ ਮੁੰਡੇ ਯਾਦ ਆਉਣ ਲੱਗ ਪਏ, ਜਿਨ੍ਹਾਂ ਨਾਲ ਕਦੇ ਵੀ ਉਹ ਪੰਗਾ ਨਹੀਂ ਸੀ ਲੈਣਾ ਚਾਹੁੰਦਾ ਤੇ ਉਹਨਾਂ ਤੋਂ ਦੂਰ ਹੀ ਰਹਿੰਦਾ ਸੀ। ਲੈਫਟੀਨੈਂਟ ਕੋਟਲਰ ਗ੍ਰੈਟਲਨ ਨਾਲ ਗੱਲਬਾਤ 'ਚ ਰੁੱਝਾ ਹੋਇਆ ਸੀ। ਜੋ ਕੁਝ ਵੀ ਉਹਨੂੰ ਕਹਿ ਰਹੀ ਸੀ ਜ਼ਰੂਰ ਹੀ ਕੋਈ ਹਾਸੇ ਵਾਲੀ ਗੱਲ ਹੋਏਗੀ, ਕਿਉਂਕਿ ਉਹ ਉੱਚੀ ਹੱਸ ਰਹੀ ਸੀ ਤੇ ਆਪਣੇ ਵਾਲ ਉਂਗਲ ਦੁਆਲੇ ਲਪੇਟ ਕੇ ਉਹਨਾਂ ਦੇ ਕੁੰਡਲ ਬਣਾ ਰਹੀ ਸੀ। ਹੈਲੋ, ਬਰੂਨੋ ਨੇ ਉਹਨਾਂ ਦੇ ਨੇੜੇ ਆ ਕੇ ਕਿਹਾ ਤਾਂ ਗ੍ਰੈਟਲ ਨੇ ਗੁੱਸੇ ਜਿਹੇ ਨਾਲ ਉਸ ਵੱਲ ਵੇਖਿਆ। ਕੀ ਚਾਹੀਦਾ ਤੈਨੂੰ? ਗ੍ਰੈਟਲ ਨੇ ਕਿਹਾ। ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਸਿਰਫ ਹੈਲੋ ਹੀ ਕਹਿਣ ਆਇਆ ਸੀ, ਬਰੂਨੋ ਨੇ ਗ੍ਰੈਟਲ ਵੱਲ ਵੇਖਦਿਆਂ ਕਿਹਾ। ਕਰਟ, ਮੇਰੇ ਛੋਟੇ ਭਰਾ ਨੂੰ ਮਾਫ ਕਰ ਦੇ, ਤੁਹਾਨੂੰ ਪਤਾ ਹੀ ਹੈ ਉਹ ਸਿਰਫ 9 ਸਾਲ ਦਾ ਹੈ, ਗ੍ਰੈਟਲ ਨੇ ਲੈਫਟੀਨੈਂਟ ਕੋਟਲਰ ਨੂੰ ਕਿਹਾ। ਗੁੱਡ ਮਾਰਨਿੰਗ ਛੋਟੇ ਜਿਹੇ ਬੰਦਿਆ, ਕਹਿੰਦਿਆਂ ਕੋਟਲਰ ਨੇ ਬਰੂਨੋ ਦੇ ਸਿਰ ਤੇ ਅਜਿਹਾ ਹੱਥ ਫੇਰਿਆ ਕਿ ਉਹਦੇ ਸਿਰ ਦੇ ਸਾਰੇ ਵਾਲ ਇੱਧਰ ਉੱਧਰ ਹੋ ਗਏ। ਇਸ ਹਰਕਤ ਨਾਲ ਬਰੂਨੋ ਨੂੰ ਗੁੱਸਾ ਆਇਆ। ਉਹਦਾ ਜੀਅ ਕਰਦਾ ਕਿ ਉਹਨੂੰ ਹੇਠਾਂ ਸੁੱਟ ਕੇ ਉਹਦੇ ਸਿਰ ਦੇ ਉੱਤੇ ਹੇਠਾਂ ਛਾਲਾ ਮਾਰੇ। ਤੇ ਸ਼ਨਿਚਰਵਾਰ ਇੰਨਾ ਸਵੇਰੇ ਸਵੇਰੇ ਤੈਨੂੰ ਕੀ ਸੁਝਿਆ ਕਿ ਤੂੰ ਉੱਠ ਕੇ ਆ ਗਿਆ? ਹੁਣ ਸਵੇਰ ਕਿੱਥੇ? 10 ਵੱਜ ਚੁੱਕੇ ਨੇ, ਬਰੂਨੋ ਨੇ ਕਿਹਾ। ਲੈਫਟੀਨੈਂਟ ਕੋਟਲਰ ਨੇ ਆਪਣੇ ਮੋਢੇ ਝਟਕਦਿਆਂ ਕਿਹਾ, ਜਦੋਂ ਮੈਂ ਤੇਰੀ ਉਮਰ ਦਾ ਸੀ ਤੇ ਮੇਰੀ ਮਾਂ ਮੈਨੂੰ ਦੁਪਹਿਰ ਦੇ ਖਾਣੇ ਤੱਕ ਮੰਜੀ ਤੋਂ ਨਹੀਂ ਸੀ ਉਠਾ ਸਕਦੀ। ਉਹ ਕਿਹਾ ਕਰਦੀ ਸੀ, ਮੈਂ ਕਦੀ ਵੱਡਾ ਨਹੀਂ ਹੋ ਸਕਾਂਗਾ ਨਾ ਹੀ ਤਾਕਤਵਰ ਜੇ ਮੈਂ ਸਾਰੀ ਉਮਰ ਇਸੇ ਤਰ੍ਹਾਂ ਸੁੱਤਾ ਰਿਹਾ। ਉਹ ਕਿੰਨੀ ਗਲਤ ਸੀ ਮੇਰੀ ਮਾਂ। ਇਸ ਤੇ ਗ੍ਰੈਟਲ ਖੁਸ਼ ਹੋ ਰਹੀ ਸੀ। ਬਰੂਨੋ ਨੇ ਉਸ ਵੱਲ ਭੈੜੀ ਜੀ ਨਜ਼ਰ ਨਾਲ ਦੇਖਿਆ। ਉਹਦੀ ਆਵਾਜ਼ ਬੜੀ ਅਜੀਬ ਜਿਹੀ ਹੋ ਗਈ ਸੀ, ਜਿਵੇਂ ਉਹਦੇ ਦਿਮਾਗ 'ਚ ਕੁਝ ਵੀ ਨਾ ਹੋਵੇ। ਬਰੂਨੋ ਹੁਣ ਉਹਨਾਂ ਕੋਲੋਂ ਤੁਰ ਜਾਣਾ ਚਾਹੁੰਦਾ ਸੀ ਤੇ ਉਹਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉੱਥੇ ਕੀ ਗੱਲਾਂ ਕਰ ਰਹੇ ਸਨ ਉਸ ਨਾਲ ਉਹਨੂੰ ਕੋਈ ਮਤਲਬ ਨਹੀਂ ਸੀ। ਫਿਰ ਵੀ ਉਹਨੂੰ ਇਸ ਗੱਲ 'ਚ ਰੁਚੀ ਸੀ ਕਿ ਇਸ ਬਾਰੇ ਲੈਫਟੀਨੈਂਟ ਕੋਟਲਰ ਨਾਲ ਗੱਲ ਕਰਨੀ ਚਾਹੁੰਦਾ ਸੀ। ਕੀ ਮੈਂ ਤੁਹਾਨੂੰ ਕਿਸੇ ਮਦਦ ਲਈ ਬੇਨਤੀ ਕਰ ਸਕਦਾ? ਬਰੂਨੋ ਨੇ ਕਿਹਾ। ਪੁੱਛ, ਲੈਫਟੀਨੈਂਟ ਕੋਟਲਰ ਨੇ ਕਿਹਾ। ਭਾਵੇਂ ਗੱਲ ਕੋਈ ਹਾਸੇ ਵਾਲੀ ਨਹੀਂ ਸੀ, ਪਰ ਫਿਰ ਵੀ ਗ੍ਰੈਟਲ ਹੱਸਣ ਲੱਗ ਪਈ ਸੀ। ਮੈਂ ਸੋਚ ਰਿਹਾ ਸੀ ਕਿ ਜੇ ਕਿਧਰੇ ਇੱਕ ਫਾਲਤੂ ਟਾਇਰ ਮਿਲ ਸਕਦਾ। ਬਰੂਨੋ ਨੇ ਆਪਣੀ ਗੱਲ ਜਾਰੀ ਰੱਖੀ। ਸ਼ਾਇਦ ਕਿਸੇ ਜੀਪ ਦਾ ਟਾਇਰ ਜਾਂ ਕਿਸੇ ਟਰੱਕ ਦਾ, ਇਹੋ ਜਿਹਾ ਜਿਹੜਾ ਕੰਮ ਦਾ ਨਾ ਹੋਵੇ। ਇੱਕੋ ਫਾਲਤੂ ਟਾਇਰ। ਪਿਛਲੇ ਦਿਨਾਂ 'ਚ ਮੈਂ ਸਾਰਜੈਂਟ ਹੌਫਸ਼ਨਾਈਡਰ ਕੋਲ ਹੀ ਸੀ ਤੇ ਉਹ ਹਮੇਸ਼ਾ ਇਹਨੂੰ ਆਪਣੇ ਲੱਕ ਦੁਆਲੇ ਬੰਨ੍ਹ ਕੇ ਰੱਖਦਾ ਹੈ। ਲੈਫਟੀਨੈਂਟ ਕੋਟਲਰ ਨੇ ਇੰਜ ਕਿਹਾ ਕਿ ਜਿਵੇਂ ਉਹ ਮੁਸਕਰਾ ਕੇ ਇਹ ਕਹਿ ਰਿਹਾ ਹੋਵੇ। ਬਰੂਨੋ ਲਈ ਇਹ ਗੱਲ ਦਾ ਕੋਈ ਮਤਲਬ ਨਹੀਂ ਸੀ, ਪਰ ਗ੍ਰੈਟਲ ਲਈ ਇਹ ਇੰਨੀ ਦਿਲਚਸਪ ਸੀ ਕਿ ਜਿੱਥੇ ਉਹ ਖੜੀ ਸੀ ਉੱਥੇ ਜਿਵੇਂ ਉਹ ਨੱਚਣ ਲੱਗ ਪਈ ਹੋਵੇ। ਅੱਛਾ, ਤੇ ਕੀ ਉਹ ਇਹਨੂੰ ਵਰਤ ਰਿਹਾ? ਬਰੂਨੋ ਨੇ ਪੁੱਛਿਆ। ਕੌਣ? ਸਾਰਜੈਂਟ ਹੌਫਸ਼ਨਾਈਡਰ? ਲੈਫਟੀਨੈਂਟ ਕੋਟਲਰ ਨੇ ਪੁੱਛਿਆ। ਹਾਂ, ਮੇਰਾ ਖਿਆਲ ਹੈ ਕਿ ਉਹ ਆਪਣੇ ਇਸ ਫਾਲਤੂ ਟਾਇਰ ਨੂੰ ਹੱਦੋਂ ਵੱਧ ਪਿਆਰ ਕਰਦਾ ਹੈ। ਬਸ ਕਰ ਕਰਟ, ਉਹਨੂੰ ਤੇਰੀਆਂ ਗੱਲਾਂ ਨਹੀਂ ਸਮਝ ਆਉਂਦੀਆਂ। ਇਹ ਸਿਰਫ 9 ਸਾਲ ਦਾ ਹੀ ਹੈ, ਗ੍ਰੈਟਲ ਨੇ ਆਪਣੀਆਂ ਅੱਖਾਂ ਪੂੰਝਦਿਆਂ ਕਿਹਾ। ਉਹ ਤੂੰ ਕਿਰਪਾ ਕਰਕੇ ਚੁੱਪ ਵੀ ਕਰੇਂਗੀ? ਬਰੂਨੋ ਨੇ ਖਿੱਚ ਕੇ ਆਪਣੀ ਭੈਣ ਵੱਲ ਝਾਕਦਿਆਂ ਕਿਹਾ। ਉਹ ਇੱਕ ਬੁਰਾ ਸਮਾਂ ਹੀ ਸੀ ਜਦੋਂ ਬਰੂਨੋ ਨੇ ਕੋਈ ਮਦਦ ਮੰਗੀ, ਪਰ ਇਹ ਤੋਂ ਬੁਰੀ ਗੱਲ ਉਸ ਵੇਲੇ ਹੋਈ ਜਦੋਂ ਉਹਦੀ ਆਪਣੀ ਭੈਣ ਨੇ ਉਹਨੂੰ ਤੰਗ ਕਰਨਾ ਸ਼ੁਰੂ ਕਰਤਾ। ਤੂੰ ਸਿਰਫ 12 ਸਾਲਾਂ ਦੀ ਹੈ, ਆਪਣੀ ਉਮਰ ਤੋਂ ਵੱਡਾ ਹੋਣ ਦੀ ਨਾਟਕ ਕਰਨਾ ਬੰਦ ਕਰ ਦੇ। ਕਰਟ, ਮੈਂ 13 ਸਾਲਾਂ ਦੀ ਹੋਣ ਵਾਲੀ ਹਾਂ, ਉਹਨੇ ਝਟਕਿਆ। ਹੁਣ ਉਹਨੂੰ ਹਾਸਾ ਵੀ ਨਹੀਂ ਸੀ ਆ ਰਿਹਾ। ਮੈਂ ਕੁਝ ਹਫ਼ਤਿਆਂ ਪਿੱਛੋਂ 13 ਸਾਲ ਦੀ ਹੋ ਜਾਵਾਂਗੀ।
ਤੁਹਾਡੇ ਵਾਂਗ ਟੀਨਏਜਰ 13 to 18 ਸਾਲ ਦੀ ਉਮਰ ਵਾਲੇ ਬੱਚੇ। ਲੈਫਟੀਨੈਂਟ ਕੋਟਲਰ ਨੇ ਆਪਣਾ ਸਿਰ ਹਿਲਾਇਆ ਪਰ ਕਿਹਾ ਕੁਝ ਨਹੀਂ। ਬਰੂਨੋ ਨੇ ਇਸ ਵੱਲ ਵੇਖਿਆ। ਜੇ ਕੋਈ ਹੋਰ ਬਾਲਗ ਬੰਦਾ ਉਹਦੇ ਸਾਹਮਣੇ ਖੜਾ ਹੁੰਦਾ ਤਾਂ ਉਹਨੇ ਆਪਣੀ ਅੱਖਾਂ ਘੁਮਾ ਕੇ ਅਗਲੇ ਨੂੰ ਇਸ਼ਾਰਾ ਕਰਨਾ ਸੀ ਤਾਂ ਕਿ ਉਹ ਸਮਝ ਸਕੇ ਕਿ ਕੁੜੀਆਂ ਕੰਮ ਅਕਲ ਹੁੰਦੀਆਂ ਨੇ ਤੇ ਭੈਣਾਂ ਤਾਂ ਉਸ ਤੋਂ ਵੀ ਨਖਿੱਧ। ਪਰ ਇਹ ਕੋਈ ਹੋਰ ਬਾਲਗ ਬੰਦਾ ਨਹੀਂ ਸੀ, ਇਹ ਲੈਫਟੀਨੈਂਟ ਕੋਟਲਰ ਸੀ। ਕੋਈ ਗੱਲ ਨਹੀਂ, ਬਰੂਨੋ ਨੇ ਆਪਣੀ ਭੈਣ ਦੀ ਗੁੱਸੇ ਵਾਲੀ ਤੱਕਣੀ ਨੂੰ ਨਕਾਰਦਿਆਂ ਕਿਹਾ। ਉਸ ਤੋਂ ਬਿਨਾਂ ਕੋਈ ਹੋਰ ਕਿਸੇ ਥਾਂ ਜਿੱਥੋਂ ਇੱਕ ਫਾਲਤੂ ਟਾਇਰ ਮਿਲ ਸਕਦਾ ਹੋਵੇ? ਹਾਂ ਬਿਲਕੁਲ, ਲੈਫਟੀਨੈਂਟ ਕੋਟਲਰ ਨੇ ਕਿਹਾ। ਹੁਣ ਉਹ ਮੁਸਕਰਾ ਵੀ ਨਹੀਂ ਸੀ ਰਿਹਾ ਕਿਉਂਕਿ ਇਸ ਸਾਰੇ ਸਿਲਸਿਲੇ 'ਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ। ਪਰ ਤੈਨੂੰ ਇਹ ਟਾਇਰ ਚਾਹੀਦਾ ਕਿਸ ਲਈ ਹੈ? ਮੈਂ ਸੋਚ ਰਿਹਾ ਸੀ ਕਿ ਮੈਂ ਇੱਕ ਪੀਂਘ ਬਣਾ ਸਕਦਾ। ਤੁਹਾਨੂੰ ਤਾਂ ਪਤਾ ਹੀ ਹੈ ਕਿ ਇੱਕ ਟਾਇਰ ਨੂੰ ਰੱਸਾ ਬੰਨ੍ਹ ਕੇ ਕਿਸੇ ਰੁੱਖ ਦੇ ਟਾਹਣੇ ਨਾਲ ਪੀਂਘ ਬਣਾਈ ਜਾ ਸਕਦੀ ਹੈ, ਬਰੂਨੋ ਨੇ ਕਿਹਾ। ਬਿਲਕੁਲ, ਲੈਫਟੀਨੈਂਟ ਕੋਟਲਰ ਨੇ ਕਿਹਾ, ਬੜੀ ਸਮਝਦਾਰੀ ਨਾਲ ਸਿਰ ਹਿਲਾਉਂਦਿਆਂ ਕਿਹਾ ਸੀ। ਪਰ ਸਮਾਂ ਲੰਘ ਜਾਣ ਪਿੱਛੋਂ ਉਸ ਲਈ ਇਹ ਯਾਦਾਂ ਪੁਰਾਣੀਆਂ ਹੋ ਚੁੱਕੀਆਂ ਸਨ। ਜਿਵੇਂ ਗ੍ਰੈਟਲ ਨੇ ਕਿਹਾ ਸੀ, ਹੁਣ ਉਹ ਬੱਚਾ ਵੀ ਨਹੀਂ ਸੀ ਰਿਹਾ ਤੇ ਜਵਾਨ ਹੋ ਗਿਆ ਸੀ। ਹਾਂ, ਮੈਂ ਵੀ ਜਦੋਂ ਬੱਚਾ ਸਾਂ ਤੇ ਅਸੀਂ ਕਈ ਦੋਸਤ ਮਿਲ ਕੇ ਦੁਪਹਿਰ ਮਗਰੋਂ ਪੀਂਘਾਂ ਝੂਟਿਆ ਕਰਦੇ ਸੀ। ਬਰੂਨੋ ਹੈਰਾਨ ਸੀ ਕਿ ਉਸ ਨਾਲ ਉਹਦੀ ਕੋਈ ਵੀ ਸਾਂਝ ਕਿਵੇਂ ਹੋ ਸਕਦੀ ਹੈ। ਉਹ ਇਹ ਸੁਣ ਕੇ ਹੋਰ ਵੀ ਹੈਰਾਨ ਸੀ ਕਿ ਲੈਫਟੀਨੈਂਟ ਕੋਟਲਰ ਵਰਗੇ ਦੇ ਦੋਸਤ ਵੀ ਹੁੰਦੇ ਸਨ। ਸੋ ਤੁਹਾਡਾ ਕੀ ਖਿਆਲ ਹੈ, ਆਲੇ ਦੁਆਲੇ ਕੋਈ ਟਾਇਰ ਮਿਲ ਜਾਏਗਾ? ਬਰੂਨੋ ਨੇ ਕਿਹਾ। ਲੈਫਟੀਨੈਂਟ ਕੋਟਲਰ ਨੇ ਉਸ ਵੱਲ ਤੱਕਿਆ। ਉਹ ਕੁਝ ਇਸ ਬਾਰੇ ਸੋਚ ਰਿਹਾ ਸੀ ਕਿ ਉਹਨੂੰ ਕੀ ਸਿੱਧਾ ਜਵਾਬ ਦੇਵੇ ਜਾਂ ਉਹਨੂੰ ਪਰੇਸ਼ਾਨ ਕਰਨ ਲਈ ਕੁਝ ਅਜਿਹਾ ਕਰੇ ਜਿਹੜਾ ਉਹ ਅਕਸਰ ਕਿਹਾ ਕਰਦਾ ਸੀ। ਇੰਨੇ 'ਚ ਉਹਦੀ ਨਜ਼ਰ ਪਾਵੇਲ ਤੇ ਪੈ ਗਈ। ਪਾਵੇਲ ਇੱਕ ਬਜ਼ੁਰਗ ਸੀ ਜਿਹੜਾ ਹਰ ਰੋਜ਼ ਦੁਪਹਿਰ ਮਗਰੋਂ ਰਸੋਈ 'ਚ ਸਬਜ਼ੀਆਂ ਛਿੱਲਣ ਤੇ ਕੱਟਣ ਲਈ ਆ ਜਾਇਆ ਕਰਦਾ ਸੀ। ਉਹ ਹਰ ਰੋਜ਼ ਆਪਣੀ ਚਿੱਟੀ ਜੈਕਟ ਪਾ ਕੇ ਖਾਣੇ ਵਾਲੇ ਮੇਜ਼ ਨੇੜੇ ਖੜਾ ਹੋ ਜਾਇਆ ਕਰਦਾ ਸੀ। ਪਾਵੇਲ ਅਜੇ ਘਰ ਵੱਲ ਆ ਰਿਹਾ ਸੀ ਜਦੋਂ ਲੈਫਟੀਨੈਂਟ ਕੋਟਲਰ ਨੂੰ ਮਨ 'ਚ ਇੱਕ ਹੋਰ ਗੱਲ ਸੁੱਝੀ। ਓਏ ਤੂੰ, ਉਹਨੇ ਉੱਚੀ ਆਵਾਜ਼ 'ਚ ਕਿਹਾ। ਇੱਕ ਹੋਰ ਸ਼ਬਦ ਵੀ ਕਿਹਾ ਜਿਹਦੀ ਬਰੂਨੋ ਨੂੰ ਸਮਝ ਨਹੀਂ ਸੀ ਆਈ। ਓਏ ਇੱਧਰ ਆ, ਇੱਧਰ। ਉਹਨੇ ਉਹੀ ਸ਼ਬਦ ਫਿਰ ਦੁਬਾਰਾ ਵਰਤਿਆ। ਉਸ ਸ਼ਬਦ ਦੇ ਖਰਵੇਪਣ ਨੇ ਬਰੂਨੋ ਨੂੰ ਦੂਜੇ ਪਾਸੇ ਝਾਕਣ ਲਈ ਮਜਬੂਰ ਕਰ ਦਿੱਤਾ। ਉਹਨੂੰ ਸ਼ਰਮ ਆ ਰਹੀ ਸੀ ਕਿ ਉਹਨੂੰ ਅਜਿਹੀ ਗੱਲਬਾਤ ਦਾ ਹਿੱਸਾ ਬਣਨਾ ਪੈ ਰਿਹਾ ਸੀ। ਪਾਵੇਲ ਉਹਨਾਂ ਕੋਲ ਪਹੁੰਚ ਗਿਆ ਸੀ ਤਾਂ ਕੋਟਲਰ ਨੇ ਬੜੀ ਡਾਂਟ ਨਾਲ ਉਸ ਨਾਲ ਗੱਲ ਕੀਤੀ ਸੀ। ਇੱਕ ਸੱਚਾਈ ਇਹ ਵੀ ਸੀ ਕਿ ਕੋਟਲਰ ਉਹਦੇ ਪੋਤਰਿਆਂ ਦੀ ਉਮਰ ਦਾ ਸੀ। ਇਸ ਛੋਟੇ ਜਿਹੇ ਬੰਦੇ ਨੂੰ ਘਰ ਦੇ ਪਿਛਲੇ ਪਾਸੇ ਜਿਹੜਾ ਸਟੋਰ ਹੈ ਉਹਦੀ ਕੰਧ ਨਾਲ ਕਰਕੇ ਕੁਝ ਪੁਰਾਣੇ ਟਾਇਰ ਪਏ ਨੇ। ਉਹਨਾਂ 'ਚ ਇਹ ਜਿਹੜਾ ਵੀ ਟਾਇਰ ਕਹੇਗਾ ਤੂੰ ਉਹਨੂੰ ਚੁੱਕ ਕੇ ਜਿੱਥੇ ਇਹ ਕਹੇ ਉੱਥੇ ਲੈ ਜਾਈਂ। ਆਈ ਗੱਲ ਸਮਝ? ਪਾਵੇਲ ਨੇ ਆਪਣੀ ਟੋਪੀ ਲਾ ਕੇ ਆਪਣੇ ਹੱਥਾਂ 'ਚ ਫੜੀ ਹੋਈ ਸੀ ਤੇ ਉਹਦਾ ਸਿਰ ਆਮ ਨਾਲੋਂ ਵੀ ਹੁਣ ਬਹੁਤਾ ਨੀਵਾਂ ਸੀ। ਜੀ ਹਜ਼ੂਰ, ਇਹ ਸ਼ਬਦ ਉਹਨੇ ਇੰਨੀ ਹੌਲੀ ਕਹੇ ਸਨ ਜਿਵੇਂ ਉਹਨੇ ਕੁਝ ਕਿਹਾ ਨਹੀਂ ਸੀ। ਤੇ ਇਸ ਤੋਂ ਪਿੱਛੋਂ ਜਦੋਂ ਵੀ ਤੂੰ ਰਸੋਈ 'ਚ ਜਾਏਂਗਾ ਤਾਂ ਚੰਗੀ ਤਰ੍ਹਾਂ ਆਪਣੇ ਹੱਥ ਧੋ ਕੇ ਹੀ ਕਿਸੇ ਖਾਣ ਵਾਲੀ ਚੀਜ਼ ਨੂੰ ਲਾਈਂ। ਜਾਂ ਦਫਾ ਹੋ ਤੂੰ। ਤੇ ਲੈਫਟੀਨੈਂਟ ਕੋਟਲਰ ਨੇ ਉਹੀ ਸ਼ਬਦ ਵਰਤਿਆ ਜਿਹੜਾ ਪਹਿਲਾਂ ਹੀ 2 ਵਾਰੀ ਵਰਤ ਚੁੱਕਾ ਸੀ। ਤੇ ਜਦੋਂ ਕੋਟਲਰ ਬੋਲਦਾ ਸੀ ਤਾਂ ਉਹਦੇ ਮੂੰਹ 'ਚੋਂ ਥੁੱਕ ਦੇ ਤੁਪਕੇ ਬਾਹਰ ਆਉਂਦੇ ਦਿਸਦੇ ਸਨ। ਬਰੂਨੋ ਨੇ ਗ੍ਰੈਟਲ ਵੱਲ ਦੇਖਿਆ ਜਿਹੜੀ ਕੋਟਲਰ ਵਾਲੇ ਉਹ ਦੇਖ ਰਹੀ ਸੀ ਜਿਵੇਂ ਉਹਨੂੰ ਕੋਟਲਰ ਦੇ ਵਾਲਾਂ ਵੱਲੋਂ ਆ ਰਹੀ ਧੁੱਪ ਦਿਖ ਰਹੀ ਸੀ। ਪਰ ਉਹਦਾ ਭਰਾ ਨੇੜੇ ਖੜਾ ਪਰੇਸ਼ਾਨ ਸੀ। ਉਹਨਾਂ ਦੋਹਾਂ ਨੇ ਪਾਵੇਲ ਨਾਲ ਕਦੇ ਗੱਲ ਹੀ ਨਹੀਂ ਸੀ ਕੀਤੀ। ਉਹ ਬੜਾ ਚੰਗਾ ਖਾਨਸਾਮਾ ਸੀ ਤੇ ਜਿਵੇਂ ਉਹਨਾਂ ਦੇ ਪਿਤਾ ਜੀ ਕਿਹਾ ਕਰਦੇ ਨੇ, ਇਹੋ ਜਿਹੇ ਲੋਕ ਰੁੱਖਾਂ ਤੇ ਨਹੀਂ ਉੱਗਦੇ। ਜਾਂ ਦਫਾ ਹੋ ਹੁਣ, ਲੈਫਟੀਨੈਂਟ ਕੋਟਲਰ ਨੇ ਪਾਵੇਲ ਨੂੰ ਰੁੱਖੀ ਜਿਹੀ ਆਵਾਜ਼ ਨਾਲ ਕਿਹਾ। ਉਹ ਮੁੜਿਆ ਤੇ ਸਟੋਰ ਵੱਲ ਚੱਲ ਪਿਆ। ਬਰੂਨੋ ਉਹਦੇ ਪਿੱਛੇ ਪਿੱਛੇ ਤੁਰਨ ਲੱਗ ਪਿਆ ਤੇ ਕਦੇ-ਕਦੇ ਮੁੜ ਕੇ ਆਪਣੀ ਭੈਣ ਵੱਲ ਤੇ ਜਵਾਨ ਸਿਪਾਹੀ ਵੱਲ ਦੇਖਦਾ ਰਿਹਾ। ਉਹਦਾ ਦਿਲ ਕਰਦਾ ਸੀ ਕਿ ਉਹ ਜਾ ਕੇ ਖਿੱਚ ਕੇ ਗ੍ਰੈਟਲ ਨੂੰ ਉੱਥੋਂ ਘਰ ਲੈ ਜਾਏ। ਭਾਵੇਂ ਉਹ ਅਕਸਰ ਉਸ ਨਾਲ ਬਦਤਮੀਜ਼ੀ ਕਰਦੀ ਰਹਿੰਦੀ ਸੀ ਤੇ ਆਪਣੀ ਆਈ ਕਰਦੀ ਸੀ। ਇਹ ਤਾਂ ਉਹਦਾ ਰੋਜ਼ ਦਾ ਕੰਮ ਸੀ। ਉਹਦੀ ਭੈਣ ਸੀ ਪਰ ਉਹਨੂੰ ਕੋਟਲਰ ਵਰਗੇ ਬੰਦੇ ਨਾਲ ਇਕੱਲਾ ਛੱਡਣਾ ਉਹਨੂੰ ਸਖਤ ਨਫ਼ਰਤ ਸੀ। ਇਸ ਨਾਲ ਇਹਦਾ ਕੋਈ ਇਲਾਜ ਵੀ ਨਹੀਂ ਸੀ। ਉਹ ਕਮੀਨਾ ਬੰਦਾ ਸੀ। ਹਾਦਸਾ ਕੁਝ ਘੰਟਿਆਂ ਮਗਰੋਂ ਹੋਇਆ ਸੀ ਜਦੋਂ ਬਰੂਨੋ ਨੇ ਆਪਣੀ ਪਸੰਦ ਦਾ ਟਾਇਰ ਚੁਣਿਆ ਸੀ ਤੇ ਪਾਵੇਲ ਉਹਨੂੰ ਉਸ ਵੱਡੇ ਰੁੱਖ ਹੇਠਾਂ ਲੈ ਆਇਆ ਸੀ, ਗ੍ਰੈਟਲ ਵਾਲੇ ਪਾਸੇ ਵੱਲ। ਉਸ ਵੇਲੇ ਬਰੂਨੋ ਰੁੱਖ ਤੇ ਕਈ ਵਾਰ ਚੜ੍ਹਿਆ ਉਤਰਿਆ ਸੀ ਤੇ ਰੱਸੀ ਰੁੱਖ ਦੇ ਟਾਹਣੇ ਨਾਲ ਬੰਨ੍ਹ ਕੇ ਟਾਇਰ ਨਾਲ ਬੰਨ੍ਹ ਦਿੱਤੀ ਗਈ ਸੀ। ਸਾਰਾ ਕੰਮ ਬੜੀ ਕਾਮਯਾਬੀ ਨਾਲ ਸਿਰੇ ਚੜ੍ਹ ਗਿਆ ਸੀ। ਉਹਨੇ ਪਹਿਲਾਂ ਵੀ ਇੱਕ ਵਾਰੀ ਪੀਂਘ ਪਾਉਣ ਲਈ ਕਾਮਯਾਬੀ ਹਾਸਲ ਕੀਤੀ ਸੀ ਪਰ ਉਸ ਵੇਲੇ ਉਹਦੇ ਦੋਸਤ ਕਾਰਲ, ਡੈਨੀਅਲ ਤੇ ਮਾਰਟਨ ਉਹਦੀ ਮਦਦ ਕਰਨ ਲਈ ਸਨ। ਇਸ ਵਾਰੀ ਉਹਨੂੰ ਇਕੱਲੇ ਨੂੰ ਹੀ ਇਹ ਕੰਮ ਕਰਨਾ ਪਿਆ ਸੀ। ਉਹਨੇ ਇਸ ਵਾਰ ਕੁਝ ਘੰਟਿਆਂ ਅੰਦਰ ਹੀ ਇੱਕ ਕੰਮ ਪੂਰਾ ਕਰ ਲਿਆ ਸੀ
ਤੇ ਠੀਕ ਟਾਇਰ ਦੇ ਵਿਚਕਾਰ ਰੱਸੀ ਬੰਨ੍ਹ ਕੇ ਉਹਨੂੰ ਅੱਗੇ ਪਿੱਛੇ ਹਿਲਾ ਰਿਹਾ ਸੀ। ਭਾਵੇਂ ਉਹ ਭੁੱਲ ਗਿਆ ਸੀ ਕਿ ਇਹ ਉਹਦਾ ਆਪਣੇ ਜੀਵਨ ਦੀ ਸਭ ਤੋਂ ਬੇਆਰਾਮ ਪੀਂਘ ਸੀ। ਉਸ ਟਾਇਰ ਵਿੱਚੋਂ ਦੀ ਪੈਰ ਕੱਢ ਕੇ ਉਹਨੇ ਉਹਨੂੰ ਧੱਕਾ ਦੇਣਾ ਚਾਹਿਆ। ਹਰ ਵਾਰ ਜਦੋਂ ਵੀ ਟਾਇਰ ਅੱਗੇ ਪਿੱਛੇ ਹਵਾ 'ਚ ਹੁੰਦੇ ਤਾਂ ਰੁੱਖ ਦੇ ਤਣੇ ਨਾਲ ਟਕਰਾਉਂਦੀ ਰਹਿ ਜਾਂਦੀ, ਪਰ ਜਦੋਂ ਟਾਇਰ ਰੁੱਖ ਦੇ ਨੇੜੇ ਆਉਂਦੀ ਤਾਂ ਬਰੂਨੋ ਪੈਰਾਂ ਨਾਲ ਧੱਕਾ ਦੇ ਕੇ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਅਗਲੀ ਵਾਰ ਉਹ ਹੋਰ ਉੱਚੀ ਹੋ ਜਾਏ। ਉਹ ਕੁਛ ਦੇਰ ਤਾਂ ਠੀਕ ਠਾਕ ਚੱਲਦਾ ਰਿਹਾ, ਪਰ ਅਚਾਨਕ ਉਹਦੀ ਪਕੜ ਟਾਇਰ ਤੇ ਢਿੱਲੀ ਪੈ ਗਈ ਤੇ ਇਸ ਵਾਰੀ ਜਦੋਂ ਉਹਨੇ ਰੁੱਖ ਦੇ ਤਣੇ ਕੋਲ ਪਹੁੰਚ ਕੇ ਪੈਰ ਨਾਲ ਧੱਕਾ ਮਾਰਿਆ ਤਾਂ ਉਹਦਾ ਸਾਰਾ ਸਰੀਰ ਟਾਇਰ ਦੇ ਅੰਦਰ ਹੀ ਘੁੰਮ ਗਿਆ। ਉਹਨੂੰ ਮਹਿਸੂਸ ਹੋਇਆ ਕਿ ਕੁਝ ਗੜਬੜ ਹੋ ਗਈ ਹੈ। ਉਹ ਅਜੇ ਟਾਇਰ ਦੇ ਅੰਦਰ ਹੀ ਸੀ ਕਿ ਉਹ ਟਾਇਰ ਤੋਂ ਬਾਹਰ ਆ ਕੇ ਮੂੰਹ ਪਾਰ ਹੇਠਾਂ ਧੜਮ ਕਰਕੇ ਡਿੱਗ ਪਿਆ। ਕੁਝ ਪਲਾਂ ਲਈ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਕੁਝ ਦੇਰ ਮਗਰੋਂ ਉਹਨੂੰ ਸੁਰਤ ਆਈ ਤੇ ਉਹਨੂੰ ਦਿਖਣ ਲੱਗਾ। ਉਹ ਹੇਠਾਂ ਬੈਠ ਗਿਆ ਤਾਂ ਟਾਇਰ ਜਦੋਂ ਘੁੰਮ ਕੇ ਵਾਪਸ ਪਰਤਿਆ ਤਾਂ ਉਹਦੇ ਸਿਰ ਤੇ ਵੱਜਾ ਤਾਂ ਉਹਨੇ ਚੀਕ ਮਾਰੀ ਤੇ ਟਾਇਰ ਤੋਂ ਪਾਸੇ ਹੋ ਗਿਆ। ਜਦੋਂ ਖੜਾ ਹੋਇਆ ਤਾਂ ਉਹਨੂੰ ਲੱਗਾ ਜਿਵੇਂ ਉਹਦੀ ਲੱਤ ਤੇ ਬਾਂਹ ਤੇ ਸੱਟ ਲੱਗੀ ਹੋਵੇ। ਜਿਵੇਂ ਉਹ ਟਾਇਰ ਵਿੱਚੋਂ ਨਿਕਲ ਕੇ ਡਿੱਗਾ ਸੀ ਤਾਂ ਹੋ ਸਕਦਾ ਲੱਤ ਤੇ ਬਾਂਹ ਉੱਤੇ ਸਾਰੇ ਸਰੀਰ ਦਾ ਭਾਰ ਆਉਣ ਕਰਕੇ ਕੋਈ ਹੱਡੀ ਟੁੱਟ ਗਈ ਹੋਵੇ। ਉਹਨੇ ਆਪਣੇ ਹੱਥ ਵੱਲ ਵੇਖਿਆ ਤਾਂ ਉਹਨੂੰ ਉੱਤੇ ਝਰੀਟਾਂ ਪਈਆਂ ਸਨ ਤੇ ਜਦੋਂ ਆਪਣੀ ਕੂਹਣੀ ਵੱਲ ਦੇਖਿਆ ਤਾਂ ਉੱਤੇ ਜ਼ਖਮ ਹੋ ਗਿਆ ਸੀ। ਉਹਦੀ ਲੱਤ ਦਾ ਤਾਂ ਬੁਰਾ ਹਾਲ ਸੀ। ਜਦੋਂ ਉਹਨੇ ਗੋਡੇ ਤੋਂ ਹੇਠਾਂ ਜਿੱਥੋਂ ਤੱਕ ਨਿੱਕਰ ਦਾ ਪਹੁੰਚਾ ਜਾਂਦਾ ਸੀ ਤਾਂ ਉੱਥੇ ਵੀ ਜ਼ਖਮ ਹੋ ਚੁੱਕਾ ਸੀ। ਅਜੇ ਆਪਣੇ ਸਰੀਰ ਦੇ ਇਸ ਹਿੱਸੇ ਨੂੰ ਦੇਖ ਹੀ ਰਿਹਾ ਸੀ ਕਿ ਉਹਨਾਂ 'ਚੋਂ ਲਹੂ ਸਿਮਣਾ ਸ਼ੁਰੂ ਹੋ ਗਿਆ। ਓਹੋ, ਬਰੂਨੋ ਦੇ ਮੂੰਹ ਉੱਚੀ ਨਾਲੇ ਸ਼ਬਦ ਨਿਕਲੇ ਸਨ। ਉਹ ਆਪਣੇ ਲਹੂ ਲੁਹਾਣ ਅੰਗਾਂ ਨੂੰ ਵੇਖ ਕੇ ਸੋਚ ਰਿਹਾ ਸੀ ਕਿ ਉਹ ਕੀ ਕਰੇ। ਉਹਨੂੰ ਬਹੁਤਾ ਸੋਚਣਾ ਨਹੀਂ ਪਿਆ। ਪੀਂਘ ਘਰ 'ਚ ਰਸੋਈ ਵਾਲੇ ਪਾਸੇ ਬਾਹਰ ਪਾਈ ਹੋਈ ਸੀ। ਪਾਵੇਲ ਜਿਹਨੇ ਉਹਨੂੰ ਟਾਇਰ ਲੱਭਣ 'ਚ ਮਦਦ ਕੀਤੀ ਸੀ, ਉਹ ਖਿੜਕੀ ਦੇ ਨੇੜੇ ਖੜਾ ਆਲੂ ਛਿੱਲ ਰਿਹਾ ਸੀ। ਜਦੋਂ ਬਰੂਨੋ ਨੇ ਉੱਪਰ ਵੱਲ ਦੇਖਿਆ ਤਾਂ ਉਹਨੂੰ ਛੇਤੀ ਨਾਲ ਪਵੇਲ ਉਸ ਵੱਲ ਆਉਂਦਾ ਦਿਸ ਪਿਆ। ਜਦੋਂ ਤੇਜ਼ੀ ਨਾਲ ਬਰੂਨੋ ਕੋਲ ਪਹੁੰਚ ਗਿਆ ਤਾਂ ਉਹਦੇ ਮਨ ਨੂੰ ਤਸੱਲੀ ਹੋਈ ਤਾਂ ਉਹਦੇ ਮਨ ਦੀ ਪੀੜ ਥੋੜੀ ਘਟ ਗਈ। ਪਵੇਲ ਨੇ ਉਹਨੂੰ ਆ ਕੇ ਆਪਣੀਆਂ ਬਾਹਾਂ 'ਚ ਚੁੱਕ ਲਿਆ। ਮੈਨੂੰ ਨਹੀਂ ਪਤਾ ਇਹ ਕਦੋਂ ਕੀ ਹੋ ਗਿਆ। ਉਸ ਵੇਲੇ ਤਾਂ ਇੰਨਾ ਖਤਰਨਾਕ ਨਹੀਂ ਸੀ ਲੱਗਦਾ, ਬਰੂਨੋ ਨੇ ਕਿਹਾ। ਤੁਸੀਂ ਬਹੁਤ ਉੱਚਾ ਚਲੇ ਗਏ ਸੀ, ਪਵੇਲ ਨੇ ਹੌਲੀ ਜਿਹੀ ਕਿਹਾ। ਉਸੇ ਪਲ ਹੀ ਬਰੂਨੋ ਨੂੰ ਲੱਗਾ ਕਿ ਹੁਣ ਉਹਨੂੰ ਕੋਈ ਖਤਰਾ ਨਹੀਂ। ਮੈਂ ਤਾਂ ਦੇਖ ਰਿਹਾ ਸੀ, ਮੈਨੂੰ ਲੱਗਦਾ ਸੀ ਕਿ ਤੁਹਾਡੀ ਸ਼ਰਾਰਤ ਕੁਛ ਨਾ ਕੁਛ ਕਰਕੇ ਰਹੇਗੀ ਤੇ ਮੈਂ ਕੀਤਾ ਵੀ, ਬਰੂਨੋ ਨੇ ਕਿਹਾ। ਹਾਂ, ਇਹ ਤਾਂ ਹੋਣਾ ਹੀ ਸੀ। ਪਵੇਲ ਉਹਨੂੰ ਚੁੱਕ ਕੇ ਘਰ ਦੇ ਪਿਛਲੇ ਪਾਸੇ ਲੈ ਗਿਆ ਤੇ ਫਿਰ ਰਸੋਈ 'ਚ ਡੱਠੀ ਇੱਕ ਲੱਕੜ ਦੀ ਕੁਰਸੀ ਤੇ ਉਹਨੂੰ ਬਿਠਾ ਦਿੱਤਾ। ਮਾਂ ਕਿੱਥੇ ਹੈ? ਬਰੂਨੋ ਨੇ ਕਿਹਾ। ਜਦੋਂ ਵੀ ਉਹਨੂੰ ਸੱਟ ਲੱਗ ਜਾਂਦੀ ਤਾਂ ਉਹ ਮਾਂ ਨੂੰ ਲੱਭਦਾ। ਉਹਨੇ ਇੱਧਰ ਉੱਧਰ ਘਰ 'ਚ ਦੇਖਦਿਆਂ ਕਿਹਾ। ਤੁਹਾਡੇ ਪਿਤਾ ਜੀ ਅਜੇ ਤੱਕ ਵਾਪਸ ਨਹੀਂ ਆਏ, ਪਵੇਲ ਨੇ ਕਿਹਾ। ਉਹ ਹੇਠਾਂ ਫਰਸ਼ ਤੇ ਬੈਠ ਕੇ ਬਰੂਨੋ ਦੇ ਗੋਡੇ ਹੇਠਲੇ ਜ਼ਖਮ ਨੂੰ ਦੇਖ ਰਿਹਾ ਸੀ। ਹੁਣ ਮੈਂ ਘਰ 'ਚ ਇਕੱਲਾ ਹੀ ਹਾਂ। ਫਿਰ ਹੁਣ ਕੀ ਹੋਏਗਾ? ਬਰੂਨੋ ਨੇ ਕੁਝ ਫਿਕਰ ਕਰਦਿਆਂ ਪੁੱਛਿਆ। ਉਹਦੀਆਂ ਭਾਵਨਾਵਾਂ ਨਾਲ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਹੋ ਸਕਦਾ ਖੂਨ ਰੁਕੇ ਹੀ ਨਾ ਤੇ ਮੇਰੀ ਮੌਤ ਹੋ ਜਾਏ, ਬਰੂਨੋ ਨੇ ਫਿਕਰਮੰਦ ਹੁੰਦਿਆਂ ਕਿਹਾ। ਪਵੇਲ ਨੇ ਹੱਸਦਿਆਂ ਸਿਰ ਹਿਲਾ ਕੇ ਕਿਹਾ, ਤੁਹਾਡੀ ਖੂਨ ਨਿਕਲਣ ਨਾਲ ਮੌਤ ਨਹੀਂ ਹੋਏਗੀ। ਉਹਨੇ ਇੱਕ ਸਟੂਲ ਨੇੜੇ ਖਿੱਚਿਆ ਤੇ ਬਰੂਨੋ ਦੀ ਲੱਤ ਨੂੰ ਉਸ ਤੇ ਆਰਾਮ ਨਾਲ ਟਿਕਾਉਂਦਿਆਂ ਕਿਹਾ ਸੀ, ਤੁਸੀਂ ਇੱਕ ਪਲ ਲਈ ਇੱਥੋਂ ਹਿੱਲਣਾ ਨਹੀਂ। ਇੱਥੇ ਨੇੜੇ ਤੇੜੇ ਫਸਟ ਏਡ ਬਕਸਾ ਵੀ ਹੈ। ਬਰੂਨੋ ਨੇ ਉਹਨੂੰ ਰਸੋਈ ਵਿੱਚ ਇੱਧਰ ਉੱਧਰ ਆਉਂਦਿਆਂ ਦੇਖਿਆ ਤਾਂ ਉਹਨੇ ਇੱਕ ਹਰੇ ਰੰਗ ਦਾ ਫਸਟ ਏਡ ਬਕਸਾ ਇੱਕ ਖਾਨੇ 'ਚੋਂ ਕੱਢ ਲਿਆਂਦਾ। ਫਿਰ ਉਹਨੇ ਇੱਕ ਗਲਾਸ 'ਚ ਪਾਣੀ ਪਾਇਆ ਤੇ ਉਸ ਪਾਣੀ ਨੂੰ ਉਂਗਲ ਡੁਬੋ ਕੇ ਚੈੱਕ ਕੀਤਾ ਕਿ ਬਹੁਤਾ ਠੰਡਾ ਤਾਂ ਨਹੀਂ। ਕੀ ਮੈਨੂੰ ਹਸਪਤਾਲ ਜਾਣਾ ਪਏਗਾ? ਬਰੂਨੋ ਨੇ ਪੁੱਛਿਆ। ਨਹੀਂ ਨਹੀਂ, ਪਵੇਲ ਨੇ ਮੁੜ ਗੋਡਿਆਂ ਭਾਰ ਹੋ ਕੇ ਉਹਦੇ ਅੱਗੇ ਬੈਠਦਿਆਂ ਕਿਹਾ। ਉਹਨੇ ਇੱਕ ਕੱਪੜੇ ਦਾ ਟੁਕੜਾ ਗਲਾਸ 'ਚ ਭਿਉਂ ਕੇ ਬਰੂਨੋ ਦੇ ਜ਼ਖਮ ਤੇ ਬੜੇ ਆਰਾਮ ਨਾਲ ਰੱਖਣਾ ਸ਼ੁਰੂ ਕੀਤਾ, ਜਿਸ ਨਾਲ ਬਰੂਨੋ ਤਰਬ ਗਿਆ ਜਦੋਂ ਉਹਨੂੰ ਪੀੜ ਹੋਈ। ਅਸਲ 'ਚ ਉਹਨੂੰ ਇੰਨੀ ਬਹੁਤੀ ਪੀੜ ਵੀ ਨਹੀਂ ਸੀ। ਇਹ ਤਾਂ ਛੋਟਾ ਜਿਹਾ ਜ਼ਖਮ ਹੈ ਤੇ ਇਹਨੂੰ ਟਾਂਕੇ ਲਾਉਣ ਦੀ ਵੀ ਲੋੜ ਨਹੀਂ ਪੈਣੀ। ਬਰੂਨੋ ਪੀੜ ਨਾਲ ਫੇਰ ਤਰਬ ਗਿਆ ਤੇ ਉਹਨੇ ਆਪਣਾ ਬੁੱਲ ਦੰਦਾਂ ਹੇਠ ਦੇ ਲਿਆ। ਪਵੇਲ ਨੇ ਜ਼ਖਮ ਤੋਂ ਲਹੂ ਸਾਫ਼ ਕੀਤਾ ਤੇ ਫਿਰ ਦੂਜੇ ਕੱਪੜੇ ਨਾਲ ਕੁਝ ਮਿੰਟਾਂ ਲਈ ਦਬਾ ਕੇ ਢੱਕ ਕੇ ਰੱਖਿਆ। ਜਦੋਂ ਉਹਨੂੰ ਹੌਲੀ ਜਿਹੀ ਉਸ ਕੱਪੜੇ ਦੇ ਟੁਕੜੇ ਨੂੰ ਹਟਾਇਆ ਤਾਂ ਖੂਨ ਬੰਦ ਹੋ ਚੁੱਕਾ ਸੀ। ਫਿਰ ਉਹਨੇ ਹਰੇ ਰੰਗ ਦੀ ਦਵਾਈ ਵਾਲੀ ਸ਼ੀਸ਼ੀ ਬਕਸੇ 'ਚੋਂ ਕੱਢੀ ਤੇ ਉਸ ਦਵਾਈ ਨੂੰ ਜ਼ਖਮ ਤੇ ਲਾਇਆ, ਜਿਸ ਨਾਲ ਬਰੂਨੋ ਨੂੰ ਪੀੜ ਹੋਈ ਤੇ ਉਹਦੇ ਮੂੰਹੋਂ ਕਈ ਵਾਰ ਛੋਟੀ ਜਿਹੀ ਚੀਕ ਨਿਕਲੀ। ਇੰਨਾ ਬਹੁਤਾ ਵੀ ਪੀੜ ਨਹੀਂ ਕਰੇਗਾ, ਪਵੇਲ ਨੇ ਬੜੀ ਧੀਮੀ ਤੇ ਆਰਾਮਦਾਇਕ ਆਵਾਜ਼ 'ਚ ਕਿਹਾ। ਇੰਨਾ ਵੀ ਸੋਚਣ ਦੀ ਲੋੜ ਨਹੀਂ ਕਿ ਜਿੰਨੀ ਪੀੜ ਹੋ ਰਹੀ ਹੈ ਉਸ ਤੋਂ ਵੱਧ ਮਹਿਸੂਸ ਹੋਵੇ। ਬਰੂਨੋ ਨੂੰ ਉਹਦੀ ਗੱਲ ਸਮਝਦਾਰੀ ਵਾਲੀ ਲੱਗੀ ਤੇ ਉਹਨੇ ਉਹੀ ਕਹਿਣ ਤੋਂ ਬਿਨਾਂ ਹੀ ਪੀੜ ਸਹਿਣੀ ਸ਼ੁਰੂ ਕਰ ਦਿੱਤੀ।
ਆ ਲੈ, ਹੁਣ ਠੀਕ ਹੈ ਨਾ? ਪਾਵੇਲ ਨੇ ਕਿਹਾ। ਬਰੂਨੋ ਨੇ ਹਾਂ 'ਚ ਸਿਰ ਹਿਲਾਇਆ। ਉਹਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿ ਉਹਨੇ ਇਸ ਵੇਲੇ ਬਹਾਦਰੀ ਕਿਉਂ ਨਹੀਂ ਦਿਖਾਈ। ਪਾਵੇਲ ਨੇ ਬਕਸੇ 'ਚੋਂ ਪੱਟੀ ਕੱਢ ਕੇ ਹੁਣ ਤੱਕ ਜ਼ਖਮ ਤੇ ਵੀ ਪੱਟੀ ਕਰ ਦਿੱਤੀ ਸੀ। ਸ਼ੁਕਰੀਆ, ਬਰੂਨੋ ਨੇ ਕਿਹਾ। ਤੁਹਾਡਾ ਸਵਾਗਤ ਹੈ, ਪਾਵੇਲ ਨੇ ਕਿਹਾ ਸੀ। ਹੁਣ ਤੁਸੀਂ ਕੁਝ ਹੋਰ ਮਿੰਟ ਇੱਥੇ ਬੈਠੇ ਰਹਿਣਾ ਠੀਕ ਹੈ। ਇਹ ਤੋਂ ਪਹਿਲਾਂ ਕਿ ਤੁਸੀਂ ਝੱਟ ਹੀ ਉੱਠ ਕੇ ਤੁਰਨਾ ਫਿਰਨਾ ਸ਼ੁਰੂ ਕਰ ਦਿਓ। ਤੇ ਹਾਂ, ਅੱਜ ਉਸ ਪੀਂਗ ਦੇ ਨੇੜੇ ਵੀ ਨਹੀਂ ਜਾਣਾ। ਬਰੂਨੋ ਨੇ ਹਾਂ 'ਚ ਸਿਰ ਹਿਲਾਇਆ ਤੇ ਆਪਣੀ ਲੱਤ ਨੂੰ ਕੁਝ ਦੇਰ ਹੋਰ ਸਟੂਲ ਤੇ ਹੀ ਰਹਿਣ ਦਿੱਤਾ। ਉਸ ਪਿੱਛੋਂ ਪਾਵੇਲ ਰਸੋਈ 'ਚ ਜਾ ਕੇ ਨਲ ਹੇਠਾਂ ਆਪਣੇ ਹੱਥ ਧੋਣ ਲੱਗ ਪਿਆ। ਉਹਨੇ ਚੰਗੀ ਤਰ੍ਹਾਂ ਹੱਥ ਧੋਤੇ, ਇੱਥੋਂ ਤੱਕ ਕਿ ਆਪਣੇ ਨਹੁੰ ਉਹਨੇ ਇੱਕ ਤਾਰਾਂ ਵਾਲੇ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕੀਤੇ। ਉਸ ਪਿੱਛੋਂ ਉਹ ਆਲੂਆਂ ਨੂੰ ਛਿੱਲਣ ਲੱਗਾ ਸੀ। ਕੀ ਤੁਸੀਂ ਮਾਂ ਨੂੰ ਦੱਸੋਗੇ ਕਿ ਕੀ ਹੋਇਆ ਸੀ? ਬਰੂਨੋ ਨੇ ਪੁੱਛਿਆ। ਬਰੂਨੋ ਪਿਛਲੇ ਕੁਝ ਮਿੰਟਾਂ ਤੋਂ ਸੋਚ ਰਿਹਾ ਸੀ। ਉਹਨੂੰ ਅਜਿਹਾ ਹਾਦਸਾ ਸਹਿਣ ਲਈ ਇੱਕ ਹੀਰੋ ਸਮਝਿਆ ਜਾਏਗਾ ਜਾਂ ਕੋਈ ਖਲਨਾਇਕ, ਕਿਉਂਕਿ ਉਹਨੇ ਪੀਂਗ ਬਣਾ ਕੇ ਇੱਕ ਮੌਤ ਦੀ ਕੜਕੀ ਬਣਾਈ ਸੀ। ਮੈਂ ਸੋਚ ਰਿਹਾ ਕਿ ਉਹ ਆਪੇ ਦੇਖ ਲੈਣਗੇ। ਪਾਵੇਲ ਨੇ ਗਾਜਰਾਂ ਮੇਜ਼ ਤੇ ਲਿਆ ਰੱਖੀਆਂ ਤੇ ਉਹਨੇ ਬਰੂਨੋ ਦੇ ਸਾਹਮਣੇ ਬੈਠਦਿਆਂ ਕਿਹਾ। ਉਹਨੇ ਗਾਜਰਾਂ ਇੱਕ ਪੁਰਾਣੇ ਅਖਬਾਰ ਤੇ ਰੱਖ ਕੇ ਛਿੱਲਣੀਆਂ ਸ਼ੁਰੂ ਕਰ ਦਿੱਤੀਆਂ। ਹਾਂ, ਮੈਂ ਵੀ ਇਹੋ ਸੋਚ ਰਿਹਾ। ਸ਼ਾਇਦ ਉਹ ਮੈਨੂੰ ਡਾਕਟਰ ਕੋਲ ਲੈ ਜਾਣਾ ਚਾਹੁਣਗੇ, ਬਰੂਨੋ ਨੇ ਕਿਹਾ। ਮੈਨੂੰ ਨਹੀਂ ਲੱਗਦਾ, ਪਾਵੇਲ ਨੇ ਹੌਲੀ ਜਿਹੀ ਕਿਹਾ। ਕੀ ਪਤਾ ਹੈ ਕਿ ਬਰੂਨੋ ਨੇ ਕਿਹਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਹਦਾ ਹਾਦਸਾ ਇੰਨਾ ਛੋਟਾ ਵੀ ਨਹੀਂ ਸੀ ਜਿਹੜਾ ਭੁਲਾਇਆ ਜਾ ਸਕੇ। ਆਖਰ 'ਚ ਜਦੋਂ ਦੇ ਅਸੀਂ ਇੱਥੇ ਆਏ ਹਾਂ, ਸਭ ਤੋਂ ਉਤੇਜਿਤ ਵਾਕਿਆ ਹੀ ਇਹ ਸੀ। ਇਹ ਇਸ ਤੋਂ ਵੀ ਭੈੜਾ ਹਾਦਸਾ ਹੋ ਸਕਦਾ ਸੀ, ਬਰੂਨੋ ਨੇ ਕਿਹਾ। ਮੈਨੂੰ ਨਹੀਂ ਲੱਗਦਾ, ਪਾਵੇਲ ਨੇ ਹੌਲੀ ਜਿਹੀ ਕਿਹਾ, ਜਿਹੜਾ ਲੱਗਦਾ ਸੀ ਕਿ ਉਹ ਬਰੂਨੋ ਦੀ ਗੱਲ ਨਹੀਂ ਸੁਣ ਰਿਹਾ ਸੀ, ਜਦ ਕਿ ਗਾਜਰਾਂ ਵੱਲ ਉਹਦਾ ਬਹੁਤਾ ਧਿਆਨ ਸੀ। ਤੁਹਾਨੂੰ ਕਿਵੇਂ ਪਤਾ? ਤੁਸੀਂ ਕੋਈ ਡਾਕਟਰ ਥੋੜ੍ਹਾ ਹੀ ਹੋ, ਬਰੂਨੋ ਨੇ ਝੱਟ ਪੁੱਛਿਆ, ਜਦੋਂ ਕਿ ਇਹ ਉਹੀ ਬੰਦਾ ਸੀ ਜਿਹਨੇ ਉਹਨੂੰ ਬਾਹਰ ਭੱਜ ਕੇ ਆ ਕੇ ਚੁੱਕਿਆ ਸੀ ਤੇ ਉਹਦੀ ਪੱਟੀ ਕੀਤੀ ਸੀ। ਪਾਵੇਲ ਨੇ ਗਾਜਰਾਂ ਛਿੱਲਣੀਆਂ ਰੋਕ ਕੇ ਮੇਜ਼ ਤੋਂ ਸਿੱਧਾ ਬਰੂਨੋ ਵੱਲ ਦੇਖਿਆ। ਉਹਦਾ ਸਿਰ ਨੀਵਾਂ ਸੀ ਤੇ ਅੱਖਾਂ ਨਾਲ ਉੱਪਰ ਵੱਲ ਵੇਖਦਿਆਂ ਸੋਚ ਰਿਹਾ ਸੀ ਕਿ ਉਹਨੂੰ ਅਜਿਹੀ ਗੱਲ ਕਹਿਣੀ ਵੀ ਚਾਹੀਦੀ ਹੈ ਕਿ ਨਹੀਂ। ਉੱਤਰ ਦੇਣ ਲਈ ਲੰਮਾ ਸੋਚਦਾ ਰਿਹਾ ਤੇ ਅਖੀਰ ਉਹਨੇ ਕਿਹਾ, ਮੈਂ। ਬਰੂਨੋ ਹੈਰਾਨ ਹੋ ਕੇ ਉਸ ਵੱਲ ਵੇਖ ਰਿਹਾ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ। ਪਰ ਤੁਸੀਂ ਤਾਂ ਇੱਕ ਵੇਟਰ ਹੋ, ਉਹਨੇ ਹੌਲੀ ਜਿਹੀ ਕਿਹਾ, ਤੇ ਤੁਸੀਂ ਖਾਣੇ ਲਈ ਸਬਜ਼ੀਆਂ ਕੱਟਦੇ ਹੋ। ਤੁਸੀਂ ਇੱਕ ਡਾਕਟਰ ਵੀ ਕਿਵੇਂ ਹੋ ਸਕਦੇ? ਜਵਾਨ ਜੀ, ਪਾਵੇਲ ਨੇ ਕਿਹਾ। ਬਰੂਨੋ ਨੂੰ ਉਹਦੀ ਇਹ ਗੱਲ ਬੜੀ ਚੰਗੀ ਲੱਗੀ ਕਿ ਉਹਨੇ ਬਰੂਨੋ ਨੂੰ ਜਵਾਨ ਕਹਿ ਕੇ ਸੰਬੋਧਨ ਕੀਤਾ ਸੀ, ਨਾ ਕਿ ਛੋਟਾ ਬੰਦਾ ਕਿਹਾ ਸੀ, ਜਿਵੇਂ ਲੈਫਟੀਨੈਂਟ ਕੋਟਲਰ ਕਹਿੰਦਾ ਹੁੰਦਾ ਸੀ। ਬਰੂਨੋ ਨੂੰ ਪਤਾ ਸੀ ਜੋ ਪਾਵੇਲ ਨੇ ਕਿਹਾ ਸੀ ਉਹਦਾ ਮਤਲਬ ਕੀ ਸੀ, ਪਰ ਉਹਨੇ ਪਹਿਲੀ ਵਾਰ ਨੇੜਿਓਂ ਪਾਵੇਲ ਨੂੰ ਇੰਨਾ ਨੇੜਿਓਂ ਦੇਖਿਆ। ਉਹਦਾ ਕੱਦ ਕਾਠ ਕੋਈ ਬਹੁਤਾ ਨਹੀਂ ਸੀ ਤੇ ਪਤਲਾ ਜਿਹਾ ਬੰਦਾ ਸੀ, ਪਰ ਬੁੱਢਾ ਤਾਂ ਸੀ ਹੀ। ਇਸ ਤੋਂ ਪਹਿਲਾਂ ਜਦੋਂ ਤੋਂ ਉਹ ਆਊਟਵਿਦ 'ਚ ਆਏ ਸਨ, ਉਹਨੇ ਉਹਨੂੰ ਇੰਨਾ ਨੇੜਿਓਂ ਨਹੀਂ ਸੀ ਦੇਖਿਆ। ਉਹਦੀ ਉਮਰ ਪਿਤਾ ਜੀ ਤੋਂ ਵੱਧ ਹੋਏਗੀ, ਪਰ ਉਹ ਦਾਦਾ ਜੀ ਤੋਂ ਛੋਟਾ ਲੱਗਦਾ ਸੀ। ਉਹਦੇ ਚਿਹਰੇ ਤੋਂ ਲੱਗਦਾ ਸੀ ਕਿ ਉਹ ਦਾੜੀ ਰੱਖਦਾ ਸੀ, ਪਰ ਹੁਣ ਨਹੀਂ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ। ਬਰੂਨੋ ਇਸ ਗੱਲ ਦੀ ਜੜ ਤੱਕ ਪਹੁੰਚਣਾ ਚਾਹੁੰਦਾ ਸੀ। ਜੇ ਤੁਸੀਂ ਡਾਕਟਰ ਹੋ ਤਾਂ ਵੇਟਰ ਬਣਨ ਦਾ ਕੀ ਕਾਰਨ ਹੋਇਆ? ਤੁਸੀਂ ਕਿਸੇ ਹਸਪਤਾਲ 'ਚ ਕੰਮ ਕਿਉਂ ਨਹੀਂ ਕਰ ਰਹੇ? ਪਾਵੇਲ ਇਸ ਗੱਲ ਦਾ ਜਵਾਬ ਦੇਣ ਲਈ ਕੁਝ ਦੇਰ ਰੁਕਿਆ ਰਿਹਾ ਤੇ ਇੰਨੇ ਸਮੇਂ 'ਚ ਬਰੂਨੋ ਨੇ ਕੁਝ ਨਹੀਂ ਸੀ ਕਿਹਾ। ਉਹ ਸੋਚ ਰਿਹਾ ਸੀ ਕਿ ਇਹ ਕੋਈ ਚੰਗੀ ਗੱਲ ਨਹੀਂ ਹੋਏਗੀ। ਜਿੰਨਾ ਚਿਰ ਪਾਵੇਲ ਕੁਝ ਨਹੀਂ ਕਹਿੰਦਾ, ਉਹਨਾਂ ਚਿਰ ਕੋਈ ਵੀ ਗੱਲ ਕਰਨੀ ਠੀਕ ਨਹੀਂ। ਇੱਥੇ ਆਉਣ ਤੋਂ ਪਹਿਲਾਂ ਮੈਂ ਡਾਕਟਰ ਹੀ ਸੀ, ਆਖਰ ਉਹਨੇ ਕਿਹਾ। ਡਾਕਟਰ ਹੀ ਸੀ? ਬਰੂਨੋ ਨੂੰ ਇਹ ਗੱਲ ਦੀ ਪੂਰੀ ਸਮਝ ਨਹੀਂ ਸੀ ਆ ਰਹੀ। ਇਹਦਾ ਮਤਲਬ ਕਿ ਤੁਸੀਂ ਚੰਗੇ ਡਾਕਟਰ ਨਹੀਂ ਸੀ? ਬਰੂਨੋ ਨੇ ਕਿਹਾ। ਮੈਂ ਤਾਂ ਬਹੁਤ ਚੰਗਾ ਡਾਕਟਰ ਸੀ, ਪਾਵੇਲ ਨੇ ਮੁਸਕਰਾ ਕੇ ਕਿਹਾ। ਮੈਂ ਹਮੇਸ਼ਾ ਡਾਕਟਰ ਹੀ ਬਣਨਾ ਚਾਹੁੰਦਾ ਸੀ। ਤੁਸੀਂ ਦੇਖ ਹੀ ਰਹੇ ਹੋ, ਬਚਪਨ ਤੋਂ ਲੈ ਕੇ ਮੈਂ ਹਮੇਸ਼ਾ ਡਾਕਟਰ ਹੀ ਬਣਨਾ ਚਾਹੁੰਦਾ ਸੀ, ਜਦੋਂ ਤੋਂ ਮੈਂ ਤੁਹਾਡੀ ਉਮਰ ਦਾ ਸੀ। ਮੈਂ ਤਾਂ ਕੋਈ ਖੋਜ ਕਰਨੀ ਚਾਹੁੰਦਾ, ਬਰੂਨੋ ਨੇ ਝੱਟ ਕਿਹਾ। ਮੈਂ ਤੁਹਾਨੂੰ ਸ਼ੁਭ ਇੱਛਾਵਾਂ ਭੇਟ ਕਰਦਾ, ਪਾਵੇਲ ਨੇ ਧੀਮੀ ਆਵਾਜ਼ 'ਚ ਕਿਹਾ। ਸ਼ੁਕਰੀਆ। ਕੀ ਤੁਸੀਂ ਅਜੇ ਤੱਕ ਕੋਈ ਖੋਜ ਕੀਤੀ ਹੈ? ਪਿਛਲੇ ਬਰਲਿਨ ਵਾਲੇ ਘਰ 'ਚ ਖੋਜ ਕਰਨ ਲਈ ਬੜਾ ਕੁਝ ਸੀ, ਬਰੂਨੋ ਨੇ ਯਾਦ ਕਰਦਿਆਂ ਕਿਹਾ। ਪਰ ਉਹ ਬਹੁਤ ਵੱਡਾ ਘਰ ਸੀ, ਜਿੰਨਾ ਤੁਸੀਂ ਸੋਚ ਸਕਦੇ ਹੋ, ਉਹ ਤੋਂ ਵੀ ਕਿਤੇ ਵੱਡਾ। ਉੱਥੇ ਖੋਜ ਕਰਨ ਲਈ ਬੜੀਆਂ ਥਾਵਾਂ ਸਨ, ਪਰ ਇੱਥੇ ਕੁਝ ਵੀ ਨਹੀਂ। ਇੱਥੇ ਕੁਝ ਵੀ ਇਹੋ ਜਿਹਾ ਨਹੀਂ, ਪਾਵੇਲ ਨੇ ਸਹਿਮਤੀ ਦਿੱਤੀ। ਤੁਸੀਂ ਇੱਥੇ ਆਊਟਵਿਦ 'ਚ ਕਦੋਂ ਆਏ? ਬਰੂਨੋ ਨੇ ਪੁੱਛਿਆ। ਪਾਵੇਲ ਗਾਜਰਾਂ ਛਿੱਲਣ ਲਈ ਚਾਕੂ ਥੱਲੇ ਰੱਖਦਿਆਂ ਕੁਝ ਦੇਰ ਸੋਚਣ ਲੱਗ ਪਿਆ। ਕੁਝ ਪਲ ਸੋਚਣ ਮਗਰੋਂ ਕਿਹਾ, ਮੈਂ ਸੋਚਦਾ ਕਿ ਮੈਂ ਹਮੇਸ਼ਾ ਤੋਂ ਹੀ ਇੱਥੇ ਸਾਂ। ਪਾਵੇਲ ਨੇ ਆਖਰ ਧੀਮੀ ਆਵਾਜ਼ 'ਚ ਕਿਹਾ। ਕੀ ਤੁਸੀਂ ਇੱਥੇ ਹੀ ਵੱਡੇ ਹੋਏ ਸੀ? ਨਹੀਂ, ਪਾਵੇਲ ਨੇ ਸਿਰ ਹਿਲਾਉਂਦਿਆਂ ਕਿਹਾ, ਮੈਂ ਇੱਥੇ ਨਹੀਂ ਸੀ, ਪਰ ਹੁਣੇ ਤਾਂ ਤੁਸੀਂ ਕਿਹਾ ਸੀ।
ਇਹ ਤੋਂ ਪਹਿਲਾਂ ਕਿ ਉਹ ਕੁਝ ਕਹਿੰਦਾ ਬਾਹਰੋਂ ਮਾਂ ਦੀ ਆਵਾਜ਼ ਆਈ। ਜਿਉਂ ਹੀ ਪਾਵੇਲ ਨੇ ਉਹ ਆਵਾਜ਼ ਸੁਣੀ, ਉਹ ਝੱਟ ਆਪਣੀ ਕੁਰਸੀ ਤੋਂ ਉੱਠਦਿਆਂ ਤੇ ਰਸੋਈ ਵਾਲੇ ਨਲਕੇ ਹੇਠਾਂ ਜਾ ਕੇ ਛਿੱਲੜਾਂ ਨਾਲ ਭਰੇ ਅਖਬਾਰ ਨੂੰ ਪਾਸੇ ਰੱਖਦਿਆਂ ਬਰੂਨੋ ਵੱਲ ਪਿੱਠ ਮੋੜ ਕੇ ਉੱਥੇ ਹੀ ਖੜਾ ਰਿਹਾ ਤੇ ਮੁੜ ਕੇ ਇੱਕ ਸ਼ਬਦ ਵੀ ਉਹਦੇ ਮੂੰਹੋਂ ਨਹੀਂ ਸੀ ਨਿਕਲਿਆ। ਬਰੂਨੋ, ਤੈਨੂੰ ਕੀ ਹੋਇਆ? ਰਸੋਈ ਵਿੱਚ ਆਉਂਦਿਆਂ ਹੀ ਮਾਂ ਨੇ ਕਿਹਾ ਤੇ ਨੀਵਾਂ ਹੋ ਕੇ ਬਰੂਨੋ ਦੀਆਂ ਪੱਟੀਆਂ ਵੇਖਣ ਲੱਗ ਪਈ। ਮੈਂ ਇੱਕ ਪੀਂਘ ਪਾਈ ਸੀ, ਫਿਰ ਮੈਂ ਉਹ ਤੋਂ ਥੱਲੇ ਡਿੱਗ ਪਿਆ, ਬਰੂਨੋ ਨੇ ਕਿਹਾ। ਫਿਰ ਪੀਂਘ ਮੁੜ ਕੇ ਆ ਕੇ ਮੇਰੇ ਸਿਰ ਤੇ ਵੱਜੀ ਤੇ ਮੈਂ ਬੇਹੋਸ਼ ਜਿਹਾ ਹੋ ਗਿਆ। ਤਾਂ ਝੱਟ ਪਾਵੇਲ ਬਾਹਰ ਆਇਆ ਤੇ ਮੈਨੂੰ ਅੰਦਰ ਲੈ ਆਇਆ। ਉਹਨੇ ਮੇਰੇ ਜ਼ਖਮ ਸਾਫ਼ ਕਰਕੇ ਪੱਟੀ ਕੀਤੀ। ਪੀੜ ਤਾਂ ਮੈਨੂੰ ਬਹੁਤ ਹੋਈ ਸੀ, ਪਰ ਮੈਂ ਰੋਇਆ ਨਹੀਂ ਸੀ। ਪਾਵੇਲ, ਕੀ ਮੈਂ ਰੋਇਆ ਸੀ? ਪਾਵੇਲ ਨੇ ਉਹਨਾਂ ਵੱਲ ਆਪਣਾ ਸਰੀਰ ਥੋੜਾ ਮੋੜਿਆ, ਪਰ ਸਿਰ ਉੱਪਰ ਨਹੀਂ ਕੀਤਾ, ਨੀਵੀਂ ਪਾਈ ਰੱਖੀ। ਜ਼ਖਮ ਸਾਫ਼ ਹੋ ਚੁੱਕੇ ਨੇ। ਬਰੂਨੋ ਦੇ ਸਵਾਲ ਦਾ ਸੰਖੇਪ ਜਿਹਾ ਜਵਾਬ ਦਿੰਦਿਆਂ ਪਾਵੇਲ ਨੇ ਕਿਹਾ ਸੀ, ਹੁਣ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ। ਮਾਂ ਜਿਵੇਂ ਬਹੁਤ ਪਰੇਸ਼ਾਨ ਸੀ, ਉਹਨੇ ਅਖੀਰ ਕਿਹਾ, ਬਰੂਨੋ ਤੂੰ ਆਪਣੇ ਕਮਰੇ 'ਚ ਚਲਾ ਜਾ। ਪਰ ਮੇਰੇ ਨਾਲ ਬਹਿਸ ਨਾ ਕਰ, ਆਪਣੇ ਕਮਰੇ 'ਚ ਜਾ, ਜ਼ਿੱਦ ਨਾਲ ਮਾਂ ਨੇ ਕਿਹਾ। ਬਰੂਨੋ ਆਪਣੀ ਕੁਰਸੀ ਤੋਂ ਥੱਲੇ ਉਤਰਿਆ। ਉਹਨੇ ਆਪਣੀ ਜ਼ਖਮੀ ਲੱਤ ਤੇ ਸਾਰੇ ਸਰੀਰ ਦਾ ਭਾਰ ਪਾਇਆ, ਜਿਸ ਨਾਲ ਥੋੜਾ ਦਰਦ ਤਾਂ ਹੋਇਆ। ਮੁੜਿਆ ਤੇ ਕਮਰੇ ਦੇ ਬਾਹਰ ਚਲਾ ਗਿਆ ਤੇ ਪੌੜੀਆਂ ਤੱਕ ਜਾਂਦਿਆਂ ਆਪਣੀ ਮਾਂ ਨੂੰ ਪਾਵੇਲ ਦਾ ਸ਼ੁਕਰੀਆ ਕਰਦਿਆਂ ਸੁਣਦਾ ਰਿਹਾ। ਉਹਨੂੰ ਚੰਗਾ ਲੱਗ ਰਿਹਾ ਸੀ, ਕਿਉਂਕਿ ਜੇ ਪਾਵੇਲ ਮਦਦ ਨਾ ਕਰਦਾ ਤਾਂ ਬਰੂਨੋ ਦੀ ਸੋਚ ਅਨੁਸਾਰ ਖੂਨ ਨਿਕਰੇ ਕਰਕੇ ਉਹਦੀ ਮੌਤ ਵੀ ਹੋ ਸਕਦੀ ਸੀ। ਪੌੜੀਆਂ ਚੜ੍ਹਨ ਤੋਂ ਪਹਿਲਾਂ ਉਹਨੇ ਮਾਂ ਦੀ ਆਖਰੀ ਗੱਲ ਵੀ ਸੁਣ ਲਈ ਸੀ, ਜੋ ਕੁਝ ਉਹ ਵੇਟਰ ਬੜੇ ਡਾਕਟਰ ਨੂੰ ਕਹਿ ਰਹੀ ਸੀ। ਜੇ ਕਮਾਂਡਰ ਸਾਹਿਬ ਪੁੱਛਣ ਕਿ ਬਰੂਨੋ ਦੇ ਜ਼ਖਮ ਕਿਸ ਨੇ ਸਾਫ਼ ਕੀਤੇ ਨੇ ਤੇ ਪੱਟੀ ਕਿਨੇ ਕੀਤੀ ਸੀ, ਤਾਂ ਇਹੀ ਕਹੇਗਾ ਕਿ ਮਾਂ ਨੇ ਹੀ ਕੀਤੀ ਸੀ। ਬਰੂਨੋ ਨੇ ਇਹ ਗੱਲ ਬੜੀ ਖੁਦਗਰਜ਼ ਲੱਗੀ ਕਿ ਮਾਂ ਜੀ ਨੇ ਜੋ ਕੀਤਾ ਨਹੀਂ, ਉਹਦਾ ਲਾਭ ਵੀ ਉਹਨੂੰ ਨਹੀਂ ਹੋਣਾ ਚਾਹੀਦਾ। ਧੰਨਵਾਦ। 8ਵਾਂ ਅੰਗ, ਦਾਦੀ ਕਿਉਂ ਬਾਹਰ ਚਲੀ ਗਈ। ਬਰੂਨੋ ਨੂੰ ਦੋ ਘਰ ਦੇ ਜੀ ਬਹੁਤ ਯਾਦ ਆਉਂਦੇ ਸਨ, ਦਾਦਾ ਤੇ ਦਾਦੀ। ਉਹ ਫਲਾਂ ਵਾਲੀ ਮਾਰਕੀਟ ਦੇ ਨੇੜੇ ਇੱਕ ਛੋਟੇ ਜਿਹੇ ਫਲੈਟ 'ਚ ਰਹਿੰਦੇ ਸਨ। ਉਸ ਵੇਲੇ ਬਰੂਨੋ ਆਊਟਵਿਦ ਆ ਗਿਆ ਸੀ। ਦਾਦਾ ਜੀ 73 ਸਾਲ ਦੇ ਸਨ। ਬਰੂਨੋ ਦੀ ਸੋਚ ਅਨੁਸਾਰ ਦੁਨੀਆ ਦੇ ਸਭ ਤੋਂ ਬੁੱਢੇ ਆਦਮੀ ਸਨ। ਇੱਕ ਦਿਨ ਦੁਪਹਿਰ ਪਿੱਛੋਂ ਬਰੂਨੋ ਨੇ ਹਿਸਾਬ ਕਿਤਾਬ ਲਾਇਆ ਸੀ ਕਿ ਜੇ ਉਹ ਆਪਣੀ ਉਮਰ ਅਨੁਸਾਰ 8 ਵਾਰੀ ਮੁੜ ਕੇ ਜੀਵੇ ਤਾਂ ਫਿਰ ਵੀ ਉਹ ਦਾਦਾ ਜੀ ਤੋਂ 1 ਸਾਲ ਛੋਟਾ ਹੀ ਰਹੇਗਾ। ਦਾਦਾ ਜੀ ਸਾਰੀ ਉਮਰ ਸ਼ਹਿਰ ਦੇ ਵਿਚਕਾਰ ਇੱਕ ਰੈਸਟੋਰੈਂਟ ਚਲਾਉਂਦੇ ਰਹੇ ਸਨ। ਉਹਨਾਂ ਦੇ ਨੌਕਰ ਵਜੋਂ ਬਰੂਨੋ ਦੇ ਇੱਕ ਦੋਸਤ ਮਾਰਟਿਨ ਦੇ ਪਿਤਾ ਕੰਮ ਕਰਦੇ ਰਹੇ ਸਨ, ਜੋ ਕਿ ਰਸੋਈਏ ਦਾ ਕੰਮ ਕਰਦੇ ਸਨ। ਭਾਵੇਂ ਦਾਦਾ ਜੀ ਨਾ ਤਾਂ ਰਸੋਈ 'ਚ ਕੰਮ ਕਰਦੇ ਸਨ ਤੇ ਨਾ ਹੀ ਮੇਜ਼ਾਂ 'ਤੇ ਜਾ ਕੇ ਵੇਟਰ ਵਾਲਾ ਕੰਮ ਕਰਦੇ ਸਨ, ਪਰ ਬਹੁਤੇ ਦਿਨ ਉਹਨਾਂ ਨੇ ਰੈਸਟੋਰੈਂਟ ਦੇ ਸ਼ਰਾਬਖਾਨੇ 'ਚ ਬਹਿ ਕੇ ਗੁਜ਼ਾਰੇ ਸਨ, ਜਿੱਥੇ ਉਹ ਦੁਪਹਿਰ ਪਿੱਛੋਂ ਜਾ ਕੇ ਬੈਠ ਜਾਇਆ ਕਰਦੇ ਸਨ ਤੇ ਸ਼ਾਮ ਦਾ ਖਾਣਾ ਵੀ ਉੱਥੇ ਹੀ ਖਾਂਦੇ ਸਨ, ਜਿੰਨਾ ਚਿਰ ਰੈਸਟੋਰੈਂਟ ਬੰਦ ਨਹੀਂ ਸੀ ਹੁੰਦਾ। ਉਹਨਾਂ ਦਾ ਹਾਸਾ ਠਿੱਠਾ ਆਪਣੇ ਦੋਸਤਾਂ ਨਾਲ ਚੱਲਦਾ ਰਹਿੰਦਾ ਸੀ। ਜਿੱਥੋਂ ਤੱਕ ਦਾਦੀ ਦਿਸਦੀ ਸੀ, ਆਪਣੇ ਮੁੰਡਿਆਂ ਨਾਲੋਂ ਬਹੁਤੀ ਬੁੱਢੀ ਨਹੀਂ ਸੀ। ਜਦੋਂ ਬਰੂਨੋ ਨੂੰ ਪਤਾ ਲੱਗਿਆ ਕਿ ਹੈਰਾਨੀ ਹੋਈ ਕਿ ਉਹਦੀ ਉਮਰ 62 ਸਾਲ ਦੀ ਸੀ ਤੇ ਉਹ ਹੈਰਾਨ ਸੀ ਕਿ ਉਹ ਦਾਦਾ ਜੀ ਨੂੰ ਉਸ ਵੇਲੇ ਮਿਲੀ ਸੀ ਜਦੋਂ ਉਹ ਅਜੇ ਆਪ ਜਵਾਨ ਸੀ। ਦਾਦਾ ਜੀ ਨੇ ਦਾਦੀ ਦਾ ਇੱਕ ਡਰਾਮਾ ਵੇਖਣ ਮਗਰੋਂ ਉਹਨਾਂ ਨੂੰ ਦਾਦਾ ਜੀ ਨਾਲ ਵਿਆਹ ਕਰਨ ਲਈ ਮਨਾ ਲਿਆ ਸੀ ਤੇ ਭਾਵੇਂ ਦਾਦਾ ਜੀ ਦੇ ਆਪਣੇ ਕੁਝ ਔਗੁਣ ਸਨ, ਪਰ ਫਿਰ ਵੀ ਵਿਆਹ ਹੋ ਗਿਆ ਸੀ। ਦਾਦੀ ਦੇ ਲਾਲ ਲੰਮੇ ਵਾਲ ਸਨ, ਜਿਹੜੇ ਉਹਨਾਂ ਦੀ ਨੂੰਹ ਦੇ ਵਾਲਾਂ ਦਾ ਮੁਕਾਬਲਾ ਕਰਦੇ ਸਨ। ਦਾਦੀ ਦੀਆਂ ਅੱਖਾਂ ਦਾ ਰੰਗ ਹਰਾ ਸੀ, ਜਿਹੜਾ ਆਇਰਲੈਂਡ ਦੇ ਘਰਾਣੇ 'ਚੋਂ ਉਹ ਮਿਲਿਆ ਦੱਸਦੇ ਸਨ। ਬਰੂਨੋ ਨੂੰ ਸਦਾ ਹੀ ਪਤਾ ਰਹਿੰਦਾ ਸੀ ਕਿ ਪਰਿਵਾਰ 'ਚ ਜੇ ਕਦੇ ਕੋਈ ਪਾਰਟੀ ਹੁੰਦੀ ਤਾਂ ਦਾਦੀ ਪਿਆਨੋ ਤੇ ਜਾ ਕੇ ਬੈਠ ਜਾਇਆ ਕਰਦੀ ਸੀ। ਜਿੰਨਾ ਚਿਰ ਕੋਈ ਹੋਰ ਆ ਕੇ ਉੱਥੇ ਨਹੀਂ ਸੀ ਬਹਿੰਦਾ ਤੇ ਦਾਦੀ ਨੂੰ ਗਾਉਣ ਲਈ ਨਹੀਂ ਸੀ ਕਹਿੰਦਾ। ਉਹ ਕੀ ਹੈ, ਉਹ ਹਮੇਸ਼ਾ ਰੋ ਪੈਂਦੀ ਸੀ। ਇੱਕ ਹੱਥ ਹਿੱਕ ਤੇ ਸੋਚਣਾ ਹੀ ਬਹੁਤ ਸੀ, ਜਿਵੇਂ ਉਹਦੇ ਸਾਹ ਸੁੱਤੇ ਗਏ ਹੋਣ। ਕੀ ਇੱਕ ਗੀਤ ਸੁਣਨਾ ਚਾਹੋਗੇ? ਉਹ ਗਾਉਣ ਵਾਲੇ ਦਿਨ ਗੁਜ਼ਰ ਚੁੱਕੇ ਨੇ। ਮੈਨੂੰ ਡਰ ਲੱਗਦਾ ਜਵਾਨਾ, ਉਹ ਦਿਨ ਦੂਰ ਕਿਧਰੇ ਚਲੇ ਗਏ। ਗਾਓ ਗਾਓ, ਹਰ ਕੋਈ ਪਾਰਟੀ 'ਚ ਹਾਜ਼ਰ ਬੰਦਾ ਇਹੀ ਕਹਿੰਦਾ ਸੀ ਤੇ ਆਖਰ ਕੁਝ ਪਲਾਂ ਪਿੱਛੋਂ, ਕੋਈ 10-12 ਸਕਿੰਟਾਂ ਪਿੱਛੋਂ ਆਖਿਰ ਮੰਨ ਜਾਇਆ ਕਰਦੀ ਸੀ ਤੇ ਉਸ ਜਵਾਨ ਵੱਲ ਮੁੜ ਜਾਇਆ ਕਰਦੀ ਸੀ,
ਜਿਹੜਾ ਪਿਆਨੋ ਤੇ ਬੈਠਾ ਹੁੰਦਾ ਸੀ ਤੇ ਹਾਸੇ ਵਾਲੀ ਆਵਾਜ਼ ਟੋਕਿਆ ਕਰਦੀ ਸੀ, ਈ ਫਲੈਟ ਮਾਈਨਰ, ਤੇ ਕੋਸ਼ਿਸ਼ ਕਰਨਾ ਕਿ ਮੇਰੇ ਲਈ ਤਬਦੀਲੀ ਹੁੰਦੀ ਰਹੇ। ਬਰੂਨੋ ਦੇ ਘਰ ਹਰ ਪਾਰਟੀ ਹਮੇਸ਼ਾ ਦਾਦੀ ਦੀ ਮਰਜ਼ੀ ਨਾਲ ਚੱਲਦੀ ਸੀ। ਜਦੋਂ ਵੀ ਗਾਉਂਦੀ ਸੀ ਤੇ ਲਗਭਗ ਹਰ ਪਾਰਟੀ 'ਚ ਕੁਝ ਕਾਰਨ ਅਜਿਹੇ ਵੀ ਸਨ ਜਿਹੜੇ ਮਾਂ ਦੇ ਰਸੋਈ 'ਚ ਚਲੇ ਜਾਣ ਨਾਲ ਮੇਲ ਖਾਂਦੇ ਸਨ ਤੇ ਮਾਂ ਦੇ ਪਿੱਛੇ ਪਿੱਛੇ ਮਾਂ ਦੀਆਂ ਸਹੇਲੀਆਂ ਵੀ ਉੱਠ ਜਾਣ ਲੱਗਦੀਆਂ ਸਨ। ਪਿਤਾ ਜੀ ਹਮੇਸ਼ਾ ਗੀਤ ਸੁਣਨ ਲਈ ਰੁਕ ਜਾਇਆ ਕਰਦੇ ਸਨ ਤੇ ਬਰੂਨੋ ਵੀ ਰੁਕ ਜਾਇਆ ਕਰਦਾ ਸੀ। ਉਸ ਪਲ ਲਈ ਖਾਸ ਕਰਕੇ ਜਦੋਂ ਦਾਦੀ ਆਵਾਜ਼ ਉੱਚੀ ਚੁੱਕ ਕੇ ਗਾਇਆ ਕਰਦੀ ਸੀ ਤੇ ਉੱਥੇ ਸਾਰੇ ਲੋਕ ਤਾੜੀਆਂ ਵਜਾਇਆ ਕਰਦੇ ਸਨ। ਉਹ ਗੀਤ ਉਹਨੂੰ ਕਾਂਬਾ ਛੇੜ ਦਿਆ ਕਰਦਾ ਸੀ, ਜਿਸ ਨਾਲ ਉਹਦੀ ਗਰਦਨ ਤੇ ਪਿਛਲੇ ਵਾਲ ਖੜੇ ਹੋ ਜਾਇਆ ਕਰਦੇ ਸਨ। ਦਾਦੀ ਦੀ ਇਹ ਸੋਚ ਸੀ ਕਿ ਬਰੂਨੋ ਤੇ ਗ੍ਰੈਟਲ ਸਟੇਜ ਤੇ ਉਹਦੇ ਪਿੱਛੇ ਆ ਜਾਣਗੇ ਤੇ ਹਰ ਕ੍ਰਿਸਮਸ ਦੇ ਤਿਉਹਾਰ ਤੇ ਉਹ ਤਿੰਨੋਂ ਜਣੇ, ਮਾਂ, ਪਿਤਾ ਜੀ ਤੇ ਦਾਦਾ ਜੀ ਲਈ ਉਹ ਤਿੰਨੋਂ ਮਿਲ ਕੇ ਇੱਕ ਨਾਟਕ ਪੇਸ਼ ਕਰਿਆ ਕਰਦੇ ਸਨ। ਉਹ ਜਿਵੇਂ ਬਰੂਨੋ ਸੋਚਿਆ ਕਰਦਾ ਸੀ ਉਸੇ ਤਰ੍ਹਾਂ ਨਾਟਕ ਲਿਖਿਆ ਕਰਦੀ ਸੀ ਤੇ ਉਸ ਨਾਟਕ ਵਿੱਚ ਸਭ ਤੋਂ ਵਧੀਆ ਲਾਈਨਾਂ ਮਤਲਬ ਡਾਇਲੌਗ ਆਪਣੇ ਲਈ ਰੱਖ ਲਿਆ ਕਰਦੀ ਸੀ, ਪਰ ਉਹ ਇਸ ਬਾਰੇ ਬਹੁਤਾ ਨਹੀਂ ਸੀ ਸੋਚਦਾ। ਕੀ ਇਹ ਗੀਤ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ? ਉਹ ਪਹਿਲਾਂ ਇਹੋ ਪੁੱਛਿਆ ਕਰਦੀ ਸੀ। ਇਹੋ ਮੌਕਾ ਹੁੰਦਾ ਸੀ ਜਦੋਂ ਬਰੂਨੋ ਆਪਣਾ ਕੋਈ ਜਾਦੂ ਦਿਖਾ ਸਕਦਾ ਸੀ ਤੇ ਗ੍ਰੈਟਲ ਨੱਚ ਸਕਦੀ ਸੀ, ਤੇ ਉਹ ਨਾਟਕ ਹਰ ਵਾਰ ਬਰੂਨੋ ਦੀ ਇੱਕ ਕਵਿਤਾ ਨਾਲ ਹੀ ਖਤਮ ਹੋਇਆ ਕਰਦਾ ਸੀ ਜਿਹੜੀ ਕਿਸੇ ਵੱਡੇ ਮਸ਼ਹੂਰ ਕਵੀ ਨੇ ਲਿਖੀ ਹੁੰਦੀ ਸੀ। ਉਸ ਕਵਿਤਾ ਦੇ ਸ਼ਬਦ ਉਹਦੀ ਸਮਝ ਤੋਂ ਬਾਹਰ ਹੋ ਜਾਂਦੇ, ਪਰ ਹੌਲੀ-ਹੌਲੀ ਹੋਰ ਖੂਬਸੂਰਤ ਹੁੰਦੇ ਰਹਿੰਦੇ ਜਿਉਂ-ਜਿਉਂ ਉਹਨਾਂ ਨੂੰ ਪੜ੍ਹਦਾ ਰਹਿੰਦਾ ਸੀ। ਪਰ ਉਹ ਕੁਝ ਇਹਨਾਂ ਛੋਟੇ ਨਾਟਕਾਂ ਦਾ ਹਿੱਸਾ ਨਹੀਂ ਸੀ ਹੁੰਦਾ। ਸਭ ਤੋਂ ਸੋਹਣਾ ਹਿੱਸਾ ਉਹਨਾਂ ਵਿੱਚ ਉਹ ਹੁੰਦਾ ਸੀ ਜਿਸ ਵਿੱਚ ਦਾਦੀ ਦੇ ਹੱਥਾਂ ਨਾਲ ਬਣਾਈਆਂ ਪੁਸ਼ਾਕਾਂ ਹੁੰਦੀਆਂ ਸਨ। ਕੋਈ ਮਤਲਬ ਨਹੀਂ ਸੀ ਕਿ ਉਹਨੂੰ ਬੋਲਣ ਲਈ ਆਪਣੀ ਭੈਣ ਜਾਂ ਦਾਦੀ ਦੇ ਮੁਕਾਬਲੇ ਕਿੰਨੀਆਂ ਲਾਈਨਾਂ ਬੋਲਣ ਦਾ ਮੌਕਾ ਮਿਲਦਾ ਸੀ। ਬਰੂਨੋ ਨੂੰ ਹਮੇਸ਼ਾ ਇੱਕ ਰਾਜਕੁਮਾਰ ਵਾਂਗ ਸਜਣ ਦਾ ਮੌਕਾ ਮਿਲਦਾ ਸੀ ਜਾਂ ਕਿਸੇ ਅਰਬ ਦੇ ਸ਼ੇਖ ਵਾਂਗ, ਤੇ ਇੱਕ ਵਾਰੀ ਤਾਂ ਉਹਨੂੰ ਰੋਮ ਦੇ ਯੋਧੇ ਵਾਂਗ ਸਜਣਾ ਪਿਆ ਸੀ। ਸਿਰ ਤੇ ਤਾਜ ਹੁੰਦੇ ਸਨ ਤੇ ਤਾਜ ਨਹੀਂ ਤਾਂ ਲੰਮੇ ਸੇਲੇ ਬਰਛੇ ਹੁੰਦੇ ਸਨ। ਜਦੋਂ ਬਰਛੇ ਨਹੀਂ ਸਨ ਹੁੰਦੇ ਤਾਂ ਕੋੜੇ ਤੇ ਪਗੜੀਆਂ ਹੋਇਆ ਕਰਦੀਆਂ ਸਨ। ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਅਗਲੀ ਵਾਰੀ ਦਾਦੀ ਕੀ ਨਵਾਂ ਲੈ ਕੇ ਆਏਗੀ, ਪਰ ਹਰ ਸਾਲ ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ਬਰੂਨੋ ਤੇ ਗ੍ਰੈਟਲ ਨੂੰ ਦਾਦੀ ਆਪਣੇ ਘਰ ਬੁਲਾ ਲੈਂਦੀ ਤੇ ਉਹਨਾਂ ਨੂੰ ਹਰ ਰੋਜ਼ ਰਿਹਰਸਲ ਕਰਨ ਲਈ ਜਾਣਾ ਪੈਂਦਾ ਸੀ। ਪਰ ਆਖਰੀ ਨਾਟਕ 'ਚ ਗੜਬੜ ਹੋ ਗਈ ਸੀ। ਬਰੂਨੋ ਉਸ ਬਾਰੇ ਸੋਚ ਕੇ ਉਦਾਸ ਹੋ ਜਾਇਆ ਕਰਦਾ ਸੀ, ਭਾਵੇਂ ਉਹਨੂੰ ਯਾਦ ਨਹੀਂ ਸੀ ਰਿਹਾ ਕਿ ਉਹ ਗਰਮ ਬਹਿਸ ਦਾ ਕਾਰਨ ਕੀ ਸੀ। ਕੋਈ ਇੱਕ ਹਫ਼ਤਾ ਪਹਿਲਾਂ ਘਰ 'ਚ ਉਤੇਜਿਤ ਗੱਲਾਂ ਹੋ ਰਹੀਆਂ ਸਨ, ਜਿਹਦਾ ਕਾਰਨ ਸੀ ਕਿ ਹੁਣ ਮਰੀਆ ਪਿਤਾ ਜੀ ਨੂੰ ਕਮਾਂਡੈਂਟ ਸਾਹਿਬ ਕਹਿ ਕੇ ਬੁਲਾਇਆ ਕਰੇਗੀ। ਰਸੋਈਆ ਲਾਰਸ, ਨੌਕਰ ਤੇ ਸਾਰੇ ਸਿਪਾਹੀ ਜੋ ਵੀ ਉਸ ਘਰ ਆਉਂਦਾ ਜਾਂਦਾ ਸੀ, ਹਰ ਕੋਈ ਇਹੋ ਗੱਲਾਂ ਕਰਦਾ ਸੀ। ਜਿੱਥੋਂ ਤੱਕ ਬਰੂਨੋ ਦਾ ਸਵਾਲ ਸੀ, ਉਹ ਸੋਚਦਾ ਸੀ ਕਿ ਜਿਵੇਂ ਉਹਨਾਂ ਦੀ ਸੋਚ ਹੀ ਹੋਏਗੀ, ਉਹਦੀ ਆਪਣੀ ਨਹੀਂ। ਕਈ ਹਫ਼ਤਿਆਂ ਤੱਕ ਇਹ ਉਤੇਜਨਾ ਬਣੀ ਰਹੀ ਸੀ। ਪਹਿਲਾਂ ਫਿਊਰੀ ਤੇ ਉਹ ਸੁਨਹਿਰੀ ਵਾਲਾਂ ਵਾਲੀ ਸੋਹਣੀ ਔਰਤ ਰਾਤ ਦਾ ਖਾਣਾ ਖਾਣ ਉਹਨਾਂ ਦੇ ਘਰ ਆਏ ਸਨ, ਜਿਸ ਨਾਲ ਸਾਰੇ ਘਰ 'ਚ ਜਿਵੇਂ ਸਭ ਕੁਝ ਰੁਕ ਗਿਆ ਹੋਇਆ ਸੀ। ਤੇ ਉਸ ਪਿੱਛੋਂ ਇਹ ਨਵਾਂ ਸਿਲਸਿਲਾ ਪਿਤਾ ਜੀ ਨੂੰ ਕਮਾਂਡੈਂਟ ਸਾਹਿਬ ਕਹਿਣ ਵਾਲਾ ਸ਼ੁਰੂ ਹੋਇਆ ਸੀ। ਮਾਂ ਨੇ ਬਰੂਨੋ ਨੂੰ ਪਿਤਾ ਜੀ ਨੂੰ ਖਾਸ ਵਧਾਈ ਦੇਣ ਲਈ ਕਿਹਾ ਸੀ। ਉਹਨੇ ਮਾਂ ਦੀ ਗੱਲ ਮੰਨ ਕੇ ਪਿਤਾ ਨੂੰ ਵਧਾਈ ਵੀ ਦੇ ਦਿੱਤੀ ਸੀ। ਉਸ ਵੇਲੇ ਬਰੂਨੋ ਆਪਣੇ ਆਪ ਨਾਲ ਸੱਚਾ ਸੁੱਚਾ ਰਿਹਾ ਸੀ, ਜਿਵੇਂ ਉਹ ਹਮੇਸ਼ਾ ਰਹਿਣਾ ਚਾਹੁੰਦਾ ਸੀ। ਉਹਨੂੰ ਪੂਰੀ ਤਰ੍ਹਾਂ ਮਨ 'ਚ ਤਸੱਲੀ ਨਹੀਂ ਸੀ ਹੋਈ ਕਿ ਉਹਨੇ ਕਿਹੜੀ ਗੱਲ ਦੀਆਂ ਵਧਾਈਆਂ ਦਿੱਤੀਆਂ ਸਨ। ਕ੍ਰਿਸਮਸ ਵਾਲੇ ਦਿਨ ਪਿਤਾ ਜੀ ਨੇ ਨਵੀਂ ਵਰਦੀ ਪਹਿਨੀ ਸੀ। ਉਹ ਨਵੀਂ ਕੋਰ ਵਰਦੀ, ਜਿਹਨੂੰ ਮਾਵਾ ਲਾਇਆ ਗਿਆ ਸੀ ਤੇ ਚੰਗੀ ਤਰ੍ਹਾਂ ਪ੍ਰੈਸ ਕੀਤੀ ਹੋਈ ਸੀ। ਇਹ ਵਰਦੀ ਹੁਣ ਉਹ ਹਰ ਰੋਜ਼ ਪਾਇਆ ਕਰਦੇ ਸਨ। ਜਦੋਂ ਪਹਿਲੀ ਵਾਰ ਇਹ ਨਵੀਂ ਵਰਦੀ ਉਹ ਪਾ ਕੇ ਆਏ ਸਨ ਤਾਂ ਸਾਰੇ ਪਰਿਵਾਰ ਨੇ ਖੁਸ਼ ਹੋ ਕੇ ਤਾੜੀਆਂ ਵਜਾਈਆਂ ਸਨ। ਇਹ ਵਰਦੀ ਕੁਝ ਖਾਸ ਹੀ ਸੀ। ਜਿਹੜੇ ਸਿਪਾਹੀ ਰੋਜ਼ ਘਰ ਆਇਆ ਜਾਇਆ ਕਰਦੇ ਸਨ, ਇਹ ਵਰਦੀ ਉਹਨਾਂ ਦੀ ਵਰਦੀ ਤੋਂ ਵੱਖਰੀ ਤੇ ਖਾਸ ਸੀ। ਉਹ ਇਸ ਵਰਦੀ ਨੂੰ ਦੇਖ ਕੇ ਪਿਤਾ ਜੀ ਲਈ ਖਾਸ ਸਤਿਕਾਰ ਦਾ ਪ੍ਰਗਟਾਵਾ ਕਰਿਆ ਕਰਦੇ ਸਨ। ਮਾਂ ਨੇ ਵੀ ਪਿਤਾ ਜੀ ਕੋਲ ਜਾ ਕੇ ਉਹਨਾਂ ਦੀ ਇੱਕ ਗੱਲ ਤੇ ਉਹਨਾਂ ਨੂੰ ਚੁੰਮਿਆ ਸੀ। ਮਾਂ ਨੇ ਆਪਣਾ ਹੱਥ ਵੀ ਵਰਦੀ ਤੇ ਫੇਰਿਆ ਸੀ, ਜਿਵੇਂ ਦੇਖ ਰਹੀ ਹੋਵੇ ਕਿ ਕਿੰਨਾ ਸੂਖਮ ਤੇ ਸੋਹਣਾ ਕੱਪੜਾ ਸੀ ਉਹ। ਬਰੂਨੋ ਨੂੰ ਵਰਦੀ ਤੇ ਲੱਗੇ ਚਮਕਦੇ ਤਮਗੇ ਵੀ ਬੜੇ ਅੱਛੇ ਲੱਗੇ ਸਨ। ਉਹਨੂੰ ਕੁਝ ਦੇਰ ਲਈ ਉਹਨਾਂ ਦੀ ਟੋਪੀ ਪਹਿਨਣ ਦਾ ਮੌਕਾ ਵੀ ਮਿਲਿਆ ਸੀ। ਉਹਨੂੰ ਟੋਪੀ ਪਹਿਨਣ ਤੋਂ ਪਹਿਲਾਂ ਆਪਣੇ ਹੱਥ ਵੀ ਦਿਖਾਉਣੇ ਪਏ ਸਨ ਕਿ ਉਹ ਸਾਫ਼ ਸਨ। ਦਾਦਾ ਜੀ ਨੂੰ ਵੀ ਆਪਣੇ ਪੁੱਤਰ ਤੇ ਬੜਾ ਮਾਣ ਹੋਇਆ ਸੀ ਜਦੋਂ ਉਹਨਾਂ ਨੇ ਪਹਿਲੀ ਵਾਰ ਪਿਤਾ ਜੀ ਨੂੰ ਉਸ ਵਰਦੀ 'ਚ ਦੇਖਿਆ ਸੀ। ਪਰ ਦਾਦੀ ਇੱਕੋ ਇੱਕ ਸੀ
ਜਿਹਨੂੰ ਖੁਸ਼ੀ ਨਹੀਂ ਸੀ ਹੋਈ। ਉਸ ਦਿਨ ਸ਼ਾਮ ਦਾ ਖਾਣਾ ਪਰੋਸਿਆ ਜਾ ਚੁੱਕਿਆ ਸੀ ਤੇ ਦਾਦੀ ਬਰੂਨੋ ਤੇ ਗ੍ਰੈਟਲ ਨੇ ਆਪਣੇ ਆਖਰੀ ਨਾਟਕ ਪੇਸ਼ ਕਰਨ ਪਿੱਛੋਂ ਦਾਦੀ ਇੱਕ ਆਰਾਮ ਕੁਰਸੀ ਤੇ ਜਾ ਕੇ ਬਹਿ ਗਈ ਸੀ ਤਾਂ ਉਹਨੇ ਉਦਾਸੀ ਨਾਲ ਪਿਤਾ ਜੀ ਵੱਲ ਦੇਖਿਆ ਸੀ ਤੇ ਆਪਣਾ ਸਿਰ ਬੜੀ ਨਿਰਾਸ਼ ਹੋ ਕੇ ਫੇਰਿਆ ਸੀ, ਜਿਵੇਂ ਉਹਨੂੰ ਘੋਰ ਨਿਰਾਸ਼ਾ ਹੋਈ ਹੋਵੇ। ਮੈਨੂੰ ਹੈਰਾਨੀ ਹੈ ਕਿ ਰਾਲਫ, ਮੈਂ ਕਿੱਥੇ ਗਲਤੀ ਕਰ ਬੈਠੀ ਸੀ। ਮੈਨੂੰ ਹੈਰਾਨੀ ਹੈ ਕਿ ਜਿੰਨੇ ਨਾਟਕ ਮੈਂ ਤੇਰੇ ਛੋਟੇ ਹੁੰਦਿਆਂ ਕੀਤੇ ਕਿ ਤੈਨੂੰ ਅੱਜ ਇੱਕ ਪੁਤਲੀ ਵਾਂਗ ਸਜਣਾ ਪਿਆ ਜਿਹਦੀ ਡੋਰ। ਮਾਂ, ਤੈਨੂੰ ਪਤਾ ਹੈ ਇਹ ਹੁਣ ਇਹ ਸਮਾਂ ਉਹ ਨਹੀਂ। ਉੱਥੇ ਖੜਾ ਇਸ ਵਰਦੀ 'ਚ ਜਿਵੇਂ ਇਹ ਤੈਨੂੰ ਕੋਈ ਖਾਸ ਚੀਜ਼ ਬਣਾ ਰਹੀ ਹੋਵੇ। ਕੋਈ ਪਰਵਾਹ ਨਹੀਂ। ਇਹਦਾ ਅਸਲ ਮਤਲਬ ਕੀ ਹੈ? ਇਹ ਕਿਸ ਲਈ ਹੈ? ਦਾਦੀ ਬੋਲਦੀ ਰਹੀ। ਨੈਥਲੀ, ਜਿਸ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਦਾਦਾ ਜੀ ਨੇ ਕਿਹਾ। ਭਾਵੇਂ ਸਾਰੇ ਜਾਣਦੇ ਸਨ ਕਿ ਜਦੋਂ ਦਾਦੀ ਨੇ ਕੋਈ ਗੱਲ ਕਹਿਣੀ ਹੁੰਦੀ ਸੀ ਤਾਂ ਉਹ ਆਪਣੀ ਗੱਲ ਕਹਿਣ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੀ ਸੀ, ਭਾਵੇਂ ਉਹ ਗੱਲ ਕਿੰਨੀ ਭੈੜੀ ਕਿਉਂ ਨਾ ਹੋਵੇ। ਮਥਾਇਸ, ਤੁਸੀਂ ਇਸ ਬਾਰੇ ਗੱਲ ਕਰ ਚੁੱਕੇ ਹੋ, ਦਾਦੀ ਨੇ ਕਿਹਾ। ਮੈਂ ਤਾਂ ਇੱਕ ਖਾਲੀ ਕੰਧ ਸੀ ਜਿਸ ਨਾਲ ਤੁਸੀਂ ਹਮੇਸ਼ਾ ਵਾਂਗ ਗੱਲਾਂ ਕੀਤੀਆਂ ਸੀ। ਮਾਂ, ਇੱਕ ਪਾਰਟੀ ਹੋ ਰਹੀ ਹੈ, ਪਿਤਾ ਜੀ ਨੇ ਹੌਕਾ ਜਿਹਾ ਲੈ ਕੇ ਕਿਹਾ ਸੀ, ਤੇ ਹੁਣ ਕ੍ਰਿਸਮਸ ਦਾ ਤਿਉਹਾਰ ਹੈ। ਸਾਨੂੰ ਇਹ ਬਰਬਾਦ ਨਹੀਂ ਕਰਨਾ ਚਾਹੀਦਾ। ਮੈਨੂੰ ਯਾਦ ਹੈ ਜਦੋਂ ਵੱਡੀ ਜੰਗ ਸ਼ੁਰੂ ਹੋਈ ਸੀ, ਦਾਦਾ ਜੀ ਨੇ ਕਿਹਾ। ਉਹ ਮੱਚਦੀ ਅੱਗ ਵੱਲ ਵੇਖ ਰਹੇ ਸਨ ਤੇ ਆਪਣਾ ਸਿਰ ਵੀ ਹਿਲਾ ਰਹੇ ਸਨ। ਮੈਨੂੰ ਯਾਦ ਹੈ ਜਦੋਂ ਤੂੰ ਘਰ ਆ ਕੇ ਗੱਲ ਆਖੀ ਸੀ ਕਿ ਕਿਵੇਂ ਤੂੰ ਅੰਦਰ ਗਿਆ ਸੀ। ਉਸ ਵੇਲੇ ਹੀ ਮੈਨੂੰ ਭਰੋਸਾ ਸੀ ਕਿ ਤੈਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ। ਉਹਦਾ ਨੁਕਸਾਨ ਹੋਇਆ ਮਥਾਇਸ, ਦਾਦੀ ਨੇ ਜ਼ੋਰ ਦੇ ਕੇ ਕਿਹਾ ਸੀ। ਆਪਣੀ ਤਸੱਲੀ ਲਈ ਇੱਕ ਵਾਰ ਉਹਦੇ ਮੂੰਹ ਵੱਲ ਤਾਂ ਵੇਖੋ, ਤੇ ਹੁਣ ਤੇਰੇ ਵੱਲ ਦੇਖੋ, ਦਾਦਾ ਜੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਸੀ। ਉਹਨਾਂ ਨੇ ਦਾਦੀ ਦੀ ਗੱਲ ਸੁਣੀ ਅਣਸੁਣੀ ਕਰਦਿਆਂ ਕਿਹਾ ਸੀ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਮੈਂ ਤੈਨੂੰ ਉੱਚੀ ਜ਼ਿੰਮੇਵਾਰੀ ਵਾਲੀ ਥਾਂ ਤੇ ਪਹੁੰਚਿਆ ਦੇਖਦਾ, ਆਪਣੇ ਦੇਸ਼ ਦੀ ਮਦਦ ਲਈ ਤੇ ਉਹਦਾ ਮਾਣ ਮੁੜ ਬਹਾਲ ਕਰਨ ਲਈ, ਖਾਸ ਕਰ ਉਸ ਵੇਲੇ ਜਦੋਂ ਸਾਡੇ ਦੇਸ਼ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਉੱਤੇ ਸਜ਼ਾਵਾਂ ਤੇ ਹੋਰ ਬੜਾ ਕੁਝ। ਓਹੋ, ਆਪਣੇ ਮਨ ਦੀ ਗੱਲ ਤਾਂ ਸੁਣ ਲਿਆ ਕਰੋ, ਦਾਦੀ ਨੇ ਚੀਕ ਕੇ ਕਿਹਾ ਸੀ। ਤੁਹਾਡੇ ਦੋਹਾਂ 'ਚੋਂ ਕੌਣ ਵੱਡਾ ਬੇਵਕੂਫ ਹੈ? ਮੈਂ ਤਾਂ ਹੈਰਾਨ ਹਾਂ। ਪਰ ਨਾਥੇਲੀ, ਕੀ ਤੁਹਾਨੂੰ ਨਹੀਂ ਲੱਗਦਾ ਕਿ ਰਾਲਫ ਇਸ ਵਰਦੀ 'ਚ ਕਿੰਨੇ ਸੋਹਣਾ ਲੱਗ ਰਿਹਾ? ਮਾਂ ਨੇ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਜਿਵੇਂ ਕਿਹਾ ਹੋਵੇ। ਸੋਹਣਾ? ਦਾਦੀ ਨੇ ਪੁੱਛਿਆ। ਉਹਨੇ ਅੱਗੇ ਹੋ ਕੇ ਆਪਣੀ ਨੂੰਹ ਵੱਲ ਵੇਖਦਿਆਂ ਕਿਹਾ, ਜਿਵੇਂ ਉਹ ਕੋਈ ਕਾਰਨ ਗੁਆ ਬੈਠੀ ਹੋਵੇ। ਸੋਹਣਾ ਤੂੰ ਕਿਹਾ? ਉਹ ਬੇਵਕੂਫ ਕੁੜੀਏ, ਤੇਰੇ ਲਈ ਦੁਨੀਆ 'ਚ ਇਹੋ ਇੱਕੋ ਇੱਕ ਇਹ ਗੱਲ ਅਹਿਮੀਅਤ ਰੱਖਦੀ ਹੈ, ਸੋਹਣਾ ਲੱਗਦਾ। ਕੀ ਮੈਂ ਰਿੰਗ ਮਾਸਟਰ ਵਾਲੀ ਵਰਦੀ 'ਚ ਸੋਹਣਾ ਲੱਗਦਾ? ਬਰੂਨੋ ਨੇ ਪੁੱਛਿਆ, ਕਿਉਂਕਿ ਉਹੀ ਕੱਪੜੇ ਉਹਨੇ ਉਸ ਰਾਤ ਪਾਰਟੀ 'ਚ ਪਾਏ ਹੋਏ ਸਨ। ਉਸ ਸਰਕਸ ਵਾਲੇ ਰਿੰਗ ਮਾਸਟਰ ਵਾਲੀ ਲਾਲ ਤੇ ਕਾਲੀਆਂ ਧਾਰੀਆਂ ਵਾਲੀ ਪੁਸ਼ਾਕ ਪਾਈ ਹੋਈ ਸੀ ਤੇ ਇਸ ਪੁਸ਼ਾਕ 'ਚੋਂ ਬੜਾ ਖੁਸ਼ ਸੀ ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਸੀ। ਜਿਹੜੇ ਪਲ ਵੀ ਉਹ ਇਹਦੀ ਨਿਖੇਧੀ ਕਰਦਾ ਤਾਂ ਸਾਰੇ ਉੱਥੇ ਹਾਜ਼ਰ ਵੱਡੇ ਲੋਕਾਂ ਨੇ ਗ੍ਰੈਟਲ ਵੱਲ ਦੇਖਣਾ ਸ਼ੁਰੂ ਕਰ ਦੇਣਾ ਸੀ, ਜਿਵੇਂ ਉਹ ਸਾਰੇ ਭੁੱਲ ਚੁੱਕੇ ਹੋਣ ਕਿ ਉਹ ਉੱਥੇ ਹਾਜ਼ਰ ਵੀ ਸਨ ਜਾਂ ਨਹੀਂ। ਬੱਚੇ ਉੱਪਰ ਜਾਓ, ਮਾਂ ਨੇ ਛੇਤੀ ਨਾਲ ਕਿਹਾ। ਜਾਓ, ਆਪੋ ਆਪਣੇ ਕਮਰਿਆਂ 'ਚ ਜਾਓ। ਪਰ ਅਸੀਂ ਅਜੇ ਨਹੀਂ ਜਾਣਾ ਚਾਹੁੰਦੇ, ਗ੍ਰੈਟਲ ਨੇ ਇਤਰਾਜ਼ ਕਰਦਿਆਂ ਕਿਹਾ। ਕੀ ਅਸੀਂ ਇੱਥੇ ਖੇਡ ਵੀ ਨਹੀਂ ਸਕਦੇ? ਨਾ ਬੱਚਿਓ, ਉੱਪਰ ਜਾਓ ਤੇ ਬੂਹਾ ਬੰਦ ਕਰਦੇ ਜਾਓ, ਮਾਂ ਨੇ ਜ਼ੋਰ ਨਾਲ ਕਿਹਾ। ਤੁਹਾਨੂੰ ਸਿਪਾਹੀਆਂ ਨੂੰ ਸਿਰਫ ਇਸੇ 'ਚ ਹੀ ਦਿਲਚਸਪੀ ਹੈ, ਬੱਚਿਆਂ ਦੀ ਪਰਵਾਹ ਕੀਤੇ ਬਿਨਾਂ ਦਾਦੀ ਨੇ ਕਿਹਾ। ਸੋਹਣੀਆਂ ਵਰਦੀਆਂ 'ਚ ਸੋਹਣੇ ਲੱਗਣਾ, ਇਹ ਵਰਦੀਆਂ ਪਾ ਕੇ ਕਿੰਨੀਆਂ ਭੈੜੀਆਂ ਭੈੜੀਆਂ ਹਰਕਤਾਂ ਕਰਦੇ ਹੋ ਤੁਸੀਂ। ਮੈਨੂੰ ਤਾਂ ਸ਼ਰਮ ਆਉਂਦੀ ਹੈ, ਪਰ ਇਹ ਮੇਰਾ ਹੀ ਕਸੂਰ ਹੈ ਰਾਲਫ, ਤੇਰਾ ਨਹੀਂ। ਬੱਚਿਓ, ਹੁਣ ਜਾਓ ਉੱਪਰ, ਮਾਂ ਨੇ ਦੋਹਾਂ ਹੱਥਾਂ ਦੀ ਤਾੜੀ ਵਜਾਉਂਦਿਆਂ ਕਿਹਾ। ਇਸ ਵਾਰ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ। ਉਹ ਦੋਵੇਂ ਉੱਠ ਕੇ ਕਮਰੇ ਤੋਂ ਬਾਹਰ ਚਲੇ ਗਏ ਸਨ। ਮਾਂ ਨੇ ਜੋ ਕਿਹਾ ਸੀ, ਪਰ ਬਜਾਏ ਉਹ ਆਪੋ ਆਪਣੇ ਕਮਰਿਆਂ 'ਚ ਜਾਂਦੇ, ਉਹਨਾਂ ਨੇ ਬੂਹਾ ਬੰਦ ਕਰਨ ਪਿੱਛੋਂ ਉਹ ਪੌੜੀਆਂ 'ਚ ਜਾ ਕੇ ਬਹਿ ਗਏ ਸੀ ਤਾਂ ਕਿ ਉਹ ਵੱਡਿਆਂ ਦੀਆਂ ਗੱਲਾਂ ਸੁਣ ਸਕਣ ਜੋ ਕੁਝ ਹੇਠਾਂ ਕਹਿ ਰਹੇ ਸਨ। ਫਿਰ ਵੀ ਮਾਂ ਤੇ ਪਿਤਾ ਜੀ ਦੀਆਂ ਆਵਾਜ਼ਾਂ ਚੰਗੀ ਤਰ੍ਹਾਂ ਨਹੀਂ ਸੀ ਸੁਣਾਈ ਦੇ ਰਹੀਆਂ। ਦਾਦਾ ਜੀ ਤਾਂ ਲੱਗਦਾ ਸੀ ਚੁੱਪ ਕਰ ਗਏ ਸਨ ਤੇ ਦਾਦੀ ਦੀਆਂ ਗੱਲਾਂ ਕਿਤੇ ਕਿਤੇ ਸੁਣਾਈ ਦੇ ਰਹੀਆਂ ਸਨ। ਕੁਝ ਮਿੰਟਾਂ ਪਿੱਛੋਂ ਬੂਹਾ ਖੁੱਲਣ ਦੀ ਆਵਾਜ਼ ਆਈ ਤਾਂ ਗ੍ਰੈਟਲ ਤੇ ਬਰੂਨੋ ਆਪਣੇ ਕਮਰਿਆਂ ਵੱਲ ਔਲੇ। ਇੰਨੇ 'ਚ ਦਾਦੀ ਨੇ ਟੰਗਣੇ ਤੋਂ ਆਪਣਾ ਕੋਟ ਚੁੱਕਿਆ ਤੇ ਕਿਹਾ, ਸ਼ਰਮ ਆਉਣੀ ਚਾਹੀਦੀ ਹੈ। ਕਹਿੰਦਿਆਂ ਉਹ ਜਾਣ ਲਈ ਤਿਆਰ ਸੀ। ਮੇਰੇ ਪੁੱਤਰ ਨੂੰ ਤਾਂ ਇਹੀ ਇੱਕ ਦੇਸ਼ ਭਗਤ, ਜਿਹਨੇ ਆਪਣੀ ਮਾਂ ਦੀ
ਕਿਸੇ ਵੀ ਗੱਲ 'ਚ ਦਖਲ ਦੇਣ ਦੀ ਕਦੇ ਵੀ ਜੁਰਤ ਨਹੀਂ ਸੀ ਕੀਤੀ। ਵੱਡਾ ਦੇਸ਼ ਭਗਤ ਨਾ ਹੋਵੇ ਤਾਂ, ਦਾਦੀ ਨੇ ਜ਼ੋਰ ਦੇ ਕੇ ਕਿਹਾ ਸੀ। ਜਿਹੜੇ ਲੋਕਾਂ ਨੂੰ ਘਰ ਬੁਲਾ ਕੇ ਖਾਣੇ ਖਵਾਉਣਾ ਹੈ ਉਹ ਮੈਨੂੰ ਉੱਕਾ ਪਸੰਦ ਨਹੀਂ, ਤੇ ਮੇਰਾ ਜੀ ਕਰਦਾ ਹੈ ਕਿ ਇਸ ਵਰਦੀ ਵਿੱਚ ਤੈਨੂੰ ਦੇਖਣ ਤੋਂ ਪਹਿਲਾਂ ਮੈਂ ਆਪਣੀਆਂ ਅੱਖਾਂ ਕੱਢ ਲਵਾਂ। ਉਸਨੇ ਇਹਨੇ ਸ਼ਬਦਾਂ ਨਾਲ ਆਪਣੇ ਪਿੱਛੇ ਬੂਹਾ ਬੰਦ ਕੀਤਾ ਤੇ ਚਲੀ ਗਈ। ਬਰੂਨੋ ਨੇ ਉਸ ਦਿਨ ਪਿੱਛੋਂ ਦਾਦੀ ਨੂੰ ਕਦੀ ਨਹੀਂ ਸੀ ਵੇਖਿਆ। ਉਹਨੂੰ ਤਾਂ ਦਾਦੀ ਨੂੰ ਆਊਟ ਵਿਦ ਜਾਣ ਤੋਂ ਪਹਿਲਾਂ ਦਾਦੀ ਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਸੀ ਮਿਲਿਆ। ਉਹ ਆਪਣੀ ਦਾਦੀ ਨੂੰ ਬਹੁਤ ਯਾਦ ਕਰਦਾ ਸੀ ਤੇ ਅਖੀਰ ਉਹਨੇ ਦਾਦੀ ਨੂੰ ਇੱਕ ਚਿੱਠੀ ਲਿਖਣ ਦਾ ਫੈਸਲਾ ਕੀਤਾ। ਉਸ ਦਿਨ ਉਹ ਇੱਕ ਪੈਨ ਤੇ ਪੇਪਰ ਲੈ ਕੇ ਬੈਠਾ ਤੇ ਉਹਨੇ ਦਾਦੀ ਨੂੰ ਲਿਖਿਆ ਕਿ ਉਹ ਇੱਥੇ ਕਿੰਨਾ ਦੁਖੀ ਸੀ। ਉਹਨੇ ਲਿਖਿਆ ਕਿ ਆਉਣ ਤੋਂ ਪਹਿਲਾਂ ਉਹਨੂੰ ਦਾਦੀ ਨੂੰ ਮਿਲਣ ਦਾ ਮੌਕਾ ਵੀ ਨਹੀਂ ਸੀ ਮਿਲਿਆ। ਜਦੋਂ ਉਹਨਾਂ ਨੇ ਆਊਟ ਵਿਦ ਆਉਣਾ ਸੀ, ਉਹਦਾ ਦਿਲ ਕਰਦਾ ਸੀ ਉਹ ਬਰਲਿਨ ਵਾਲੇ ਘਰ ਆ ਜਾਏ। ਉਹਨੇ ਘਰ ਬਾਰੇ ਤੇ ਬਾਗ ਵਿੱਚ ਉਸ ਬੈਂਚ ਬਾਰੇ ਵੀ ਲਿਖਿਆ ਜਿਸ ਤੇ ਚਮਕਦਾਰ ਪਲੇਟ ਲੱਗੀ ਹੋਈ ਸੀ। ਉਹਨੇ ਅੱਗੇ ਲਿਖਿਆ ਕਿ ਉੱਚੀਆਂ ਕੰਡਿਆਲੀਆਂ ਤਾਰਾਂ ਤੇ ਲੱਕੜ ਦੇ ਖੰਭੇ ਜਿਨ੍ਹਾਂ ਤੋਂ ਘੁਮਾਉਦਾਰ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਸਨ, ਕਿਵੇਂ ਉਹਨਾਂ ਦੇ ਘਰ ਤੋਂ ਦੂਰ ਇੱਕ ਖੁੱਲੀ ਥਾਂ 'ਚ ਝੌਂਪੜੀਆਂ ਤੇ ਛੋਟੀਆਂ ਇਮਾਰਤਾਂ ਸਨ, ਧੂਏ ਵਾਲੀਆਂ ਚਿਮਨੀਆਂ ਸਨ ਤੇ ਸਿਪਾਹੀ ਸਨ। ਪਰ ਬਹੁਤਾ ਉਹਨਾਂ ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਬਾਰੇ ਲਿਖਿਆ ਕਿਵੇਂ ਉਹਨਾਂ ਨੇ ਧਾਰੀਦਾਰ ਪਜਾਮੇ ਪਾਏ ਹੋਏ ਸਨ ਤੇ ਸਿਰਾਂ ਤੇ ਕੱਪੜੇ ਵਾਲੀਆਂ ਟੋਪੀਆਂ ਸਨ। ਤੇ ਅਖੀਰ 'ਚ ਉਹਨੇ ਲਿਖਿਆ ਸੀ ਕਿ ਉਹ ਉਹਨੂੰ ਬਹੁਤ ਯਾਦ ਆਉਂਦੀ ਸੀ ਤੇ ਚਿੱਠੀ ਦੇ ਹੇਠਾਂ ਅਖੀਰ 'ਚ ਉਹਨੇ ਤੁਹਾਡਾ ਪਿਆਰਾ ਪੋਤਰਾ ਲਿਖ ਕੇ ਆਪਣੇ ਦਸਖਤ ਕੀਤੇ ਸਨ, ਬਰੂਨੋ। ਧੰਨਵਾਦ। ਅੰਗ 9। ਬਰੂਨੋ ਨੂੰ ਉਹਦੀ ਖੋਜ ਯਾਦ ਆਈ। ਕੁਝ ਦੇਰ ਤੱਕ ਆਊਟ ਵਿਦ ਵਿੱਚ ਕੁਝ ਵੀ ਨਹੀਂ ਸੀ ਬਦਲਿਆ। ਬਰੂਨੋ ਨੂੰ ਅਜੇ ਵੀ ਗ੍ਰੈਟਲ ਨਾਲ ਹੀ ਰਹਿਣਾ ਪੈ ਰਿਹਾ ਸੀ, ਜਿਹੜੀ ਉਹਨੂੰ ਪਿਆਰ ਨਹੀਂ ਸੀ ਕਰਦੀ, ਖਾਸ ਕਰ ਉਸ ਵੇਲੇ ਜਦੋਂ ਉਹਨੂੰ ਗੁੱਸਾ ਚੜਿਆ ਹੁੰਦਾ ਸੀ। ਅਜਿਹਾ ਅਕਸਰ ਹੀ ਹੁੰਦਾ ਸੀ ਕਿਉਂਕਿ ਉਹ ਇੱਕ ਲਾ ਇਲਾਜ ਕੇਸ ਸੀ ਜਿਹਦਾ ਕੁਝ ਨਹੀਂ ਹੋ ਸਕਦਾ ਸੀ। ਫਿਰ ਵੀ ਉਹਦੀ ਇੱਛਾ ਸੀ ਕਿ ਕਿਵੇਂ ਨਾ ਕਿਵੇਂ ਉਹ ਬਰਲਿਨ ਵਾਲੇ ਘਰ ਪਰਤ ਕੇ ਚਲਾ ਜਾਵੇ। ਕਈ ਹਫ਼ਤਿਆਂ ਤੱਕ ਉਹ ਸੋਚਦਾ ਰਿਹਾ ਸੀ ਤੇ ਹੁਣ ਪੁਰਾਣੀਆਂ ਯਾਦਾਂ ਵੀ ਭੁੱਲਦੀਆਂ ਜਾ ਰਹੀਆਂ ਸਨ, ਪਰ ਅਜੇ ਵੀ ਉਹ ਸੋਚਦਾ ਰਹਿੰਦਾ ਸੀ ਤੇ ਅਖੀਰ ਉਹਨੇ ਸੋਚਿਆ ਕਿ ਉਹਦੇ ਦਾਦਾ ਦਾਦੀ ਨੂੰ ਇੱਕ ਹੋਰ ਚਿੱਠੀ ਲਿਖਣੀ ਚਾਹੀਦੀ ਹੈ। ਇਸ ਬਾਰੇ ਸੋਚਦਾ ਹੀ ਰਹਿੰਦਾ ਸੀ, ਪਰ ਕਦੇ ਵੀ ਉਹ ਚਿੱਠੀ ਲਿਖਣ ਲਈ ਬੈਠਾ ਨਹੀਂ ਸੀ। ਹਫ਼ਤੇ ਦੇ ਹਰ ਦਿਨ ਸਿਪਾਹੀ ਉਹਨਾਂ ਦੇ ਘਰ ਆਉਂਦੇ ਜਾਂਦੇ ਰਹੇ ਸਨ। ਉਹ ਪਿਤਾ ਜੀ ਦੇ ਦਫ਼ਤਰ 'ਚ ਮੀਟਿੰਗਾਂ ਕਰਨ ਆਉਂਦੇ, ਜਿਹੜਾ ਅਜੇ ਵੀ ਉਸ ਲਈ ਅੰਦਰ ਜਾਣ ਤੋਂ ਵਰਜਿਤ ਸੀ, ਭਾਵੇਂ ਕੁਝ ਹੋ ਜਾਵੇ। ਲੈਫਟੀਨੈਂਟ ਕੋਟਲਰ ਅਜੇ ਵੀ ਆਪਣੇ ਕਾਲੇ ਬੂਟ ਪਾ ਕੇ ਇੱਧਰ ਉੱਧਰ ਤੁਰਿਆ ਫਿਰਦਾ ਰਹਿੰਦਾ ਸੀ, ਜਿਵੇਂ ਪੂਰੀ ਦੁਨੀਆ 'ਚ ਉਸ ਤੋਂ ਜ਼ਰੂਰੀ ਕੋਈ ਬੰਦਾ ਨਾ ਹੋਵੇ। ਜਦੋਂ ਪਿਤਾ ਜੀ ਦੇ ਦਫ਼ਤਰ 'ਚ ਨਾ ਹੁੰਦਾ ਤਾਂ ਉਹ ਘਰ ਅੱਗੇ ਬਣੇ ਰਾਹ ਤੇ ਗ੍ਰੈਟਲ ਨਾਲ ਗੱਲਾਂ ਕਰਦਾ ਰਹਿੰਦਾ ਤੇ ਉੱਚੀ ਉੱਚੀ ਹੱਸਦਿਆਂ ਆਪਣੀਆਂ ਉਂਗਲਾਂ ਦੁਆਲੇ ਆਪਣੇ ਸਿਰ ਦੇ ਵਾਲ ਲਪੇਟਦੀ ਰਹਿੰਦੀ ਸੀ, ਜਾਂ ਕਮਰੇ 'ਚ ਜਾ ਕੇ ਮਾਂ ਨਾਲ ਘੁਸਰ ਮੁਸਰ ਕਰਦੀ ਰਹਿੰਦੀ। ਨੌਕਰ ਚਾਕਰ ਅਜੇ ਵੀ ਆ ਜਾ ਰਹੇ ਸਨ। ਸਾਫ਼ ਸਫਾਈ, ਝਾੜ ਪੂੰਝ, ਖਾਣਾ ਬਣਾਉਣਾ ਤੇ ਪਰੋਸਣਾ, ਜਿਹੜੀਆਂ ਚੀਜ਼ਾਂ ਇੱਧਰ ਉੱਧਰ ਕਰਨ ਵਾਲੀਆਂ ਸਨ, ਸਭ ਤੇ ਸਾਰੇ ਕੰਮ ਹੋ ਰਹੇ ਸਨ, ਪਰ ਉਹ ਆਪਣੇ ਮੂੰਹ ਬੰਦ ਰੱਖਦੇ ਸਨ। ਜਿੰਨਾ ਚਿਰ ਕਿਸੇ ਕੋਲੋਂ ਕੁਝ ਪੁੱਛਿਆ ਦੱਸਿਆ ਨਹੀਂ ਸੀ ਜਾਂਦਾ, ਉਹ ਚੁੱਪ ਹੀ ਰਹਿੰਦੇ ਸਨ। ਮਰੀਆ ਬਹੁਤ ਸਮਾਂ ਚੀਜ਼ਾਂ ਠੀਕ ਠਾਕ ਤੇ ਤਰਤੀਬਵਾਰ ਰੱਖਣ ਤੇ ਲੱਗੀ ਰਹਿੰਦੀ ਸੀ। ਬਰੂਨੋ ਦੇ ਪਾਉਣ ਵਾਲੇ ਕੱਪੜੇ ਅੱਡੋ ਅੱਡ ਖਾਨਿਆਂ 'ਚ ਸਾਂਭ ਕੇ ਰੱਖਦੀ ਰਹਿੰਦੀ ਸੀ ਤੇ ਪਾਵੇਲ ਹੁਣ ਵੀ ਘਰ ਵਿੱਚ ਦੁਪਹਿਰ ਮਗਰੋਂ ਆ ਜਾਇਆ ਕਰਦਾ ਸੀ। ਉਹ ਆਲੂ ਤੇ ਗਾਜਰਾਂ ਛਿੱਲਣ ਦਾ ਕੰਮ ਜਾਰੀ ਰੱਖਦਾ ਤੇ ਉਸ ਪਿੱਛੋਂ ਆਪਣੀ ਚਿੱਟੀ ਜੈਕਟ ਪਾ ਕੇ ਖਾਣੇ ਵਾਲੇ ਮੇਜ਼ ਤੇ ਜਾ ਖੜੋਂਦਾ। ਬਰੂਨੋ ਨੂੰ ਸਮੇਂ-ਸਮੇਂ ਦੇਖਦਾ, ਜਦੋਂ ਉਹਦੇ ਗੋਡੇ ਤੇ ਲੱਗੀ ਸੱਟ ਵਾਲੇ ਨਿਸ਼ਾਨ ਨੂੰ ਦੇਖਦਾ, ਜਿਹੜਾ ਹੁਣ ਇੱਕ ਨਿਸ਼ਾਨ ਹੀ ਰਹਿ ਗਿਆ ਸੀ, ਜਿਹੜਾ ਪੀਂਗ ਵਾਲੇ ਹਾਦਸੇ ਮਗਰੋਂ ਉਹਨੂੰ ਸੱਟ ਲੱਗਣ ਕਾਰਨ ਬਣ ਗਿਆ ਸੀ। ਇਸ ਤੋਂ ਬਿਨਾਂ ਉਹਨਾਂ ਦੋਹਾਂ ਨੇ ਆਪਸ ਵਿੱਚ ਕਦੇ ਕੋਈ ਗੱਲ ਨਹੀਂ ਸੀ ਕੀਤੀ। ਪਰ ਫਿਰ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ। ਪਿਤਾ ਜੀ ਨੇ ਫੈਸਲਾ ਕੀਤਾ ਕਿ ਹੁਣ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੋ ਜਾਣੀ ਚਾਹੀਦੀ ਹੈ। ਬਰੂਨੋ ਨੂੰ ਇਹ ਗੱਲ ਬੜੀ ਅਟਪਟੀ ਲੱਗੀ ਕਿ ਜਦੋਂ ਪੜ੍ਹਨ ਵਾਲੇ 2 ਹੀ ਬੱਚੇ ਹਨ ਤਾਂ ਸਕੂਲ ਦੀ ਕੀ ਲੋੜ ਹੈ। ਮਾਂ ਤੇ ਪਿਤਾ ਜੀ ਨੇ ਫੈਸਲਾ ਕੀਤਾ ਕਿ ਹਰ ਰੋਜ਼ ਇੱਕ ਅਧਿਆਪਕ ਘਰ ਆਇਆ ਕਰੇਗਾ ਤੇ ਬੱਚੇ ਸਵੇਰੇ ਤੇ ਦੁਪਹਿਰ ਮਗਰੋਂ ਪੜ੍ਹਾਈ ਕਰਿਆ ਕਰਨਗੇ। ਕੁਝ ਦਿਨਾਂ ਪਿੱਛੋਂ ਇੱਕ ਬੰਦਾ ਜਿਹਦਾ ਨਾਂ ਹੈਰ ਲਿਜ਼ਟ ਸੀ, ਉਹਨਾਂ ਦੇ ਘਰ ਦੇ ਅੱਗੇ ਸੜਕ ਤੇ ਆਪਣੀ ਹੱਡੀਆਂ ਰਿੜਕਣ ਵਾਲੀ ਪੁਰਾਣੀ ਜਿਹੀ ਕਾਰ 'ਚ ਆਇਆ। ਹੁਣ ਦੁਬਾਰਾ ਸਕੂਲ ਜਾਣ ਦਾ ਸਮਾਂ ਹੋ ਚੁੱਕਾ ਸੀ। ਹੈਰ ਲਿਜ਼ਟ ਬਰੂਨੋ ਲਈ ਇੱਕ ਬੁਝਾਰਤ ਸੀ, ਭਾਵੇਂ ਉਹ ਬਹੁਤਾ ਸਮਾਂ ਉਸ ਨਾਲ ਬੜੇ ਦੋਸਤਾਨਾ ਵਿਹਾਰ ਕਰਦਾ ਸੀ ਤੇ ਕਦੇ ਵੀ ਉਹਨੇ ਬਰਲਿਨ ਵਾਲੇ ਸਕੂਲ ਦੇ ਅਧਿਆਪਕ ਵਾਂਗ ਆਪਣੀ ਉਂਗਲ ਨਹੀਂ ਸੀ ਚੁੱਕੀ। ਪਰ ਫਿਰ ਵੀ ਬਰੂਨੋ ਨੂੰ ਉਹਦੀਆਂ ਅੱਖਾਂ 'ਚ ਕਿਧਰੇ ਗੁੱਸਾ ਦਿਸ ਪੈਂਦਾ ਸੀ, ਜਿਹੜਾ ਬਾਹਰ ਆਉਣ ਦੀ ਉਡੀਕ ਵਿੱਚ ਸੀ। ਹੈਜ਼ਲਿਟਸ ਨੂੰ ਖਾਸ ਕਰ ਇਤਿਹਾਸ ਤੇ ਭੂਗੋਲ ਚੰਗੇ ਲੱਗਦੇ ਸਨ
ਜਦ ਕਿ ਬਰੂਨੋ ਨੂੰ ਆਰਟ ਪੜ੍ਹਨਾ ਚੰਗਾ ਲੱਗਦਾ ਸੀ। ਇਹ ਸਾਰੀਆਂ ਚੀਜ਼ਾਂ ਤੇਰੇ ਲਈ ਫਜ਼ੂਲ ਤੇ ਫਾਲਤੂ ਨੇ, ਉਹ ਜ਼ੋਰ ਦੇ ਕੇ ਕਹਿੰਦਾ। ਅੱਜ ਕੱਲ੍ਹ ਸਮਾਜਿਕ ਵਿਗਿਆਨ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਦਾਦੀ ਬਰਲਿਨ 'ਚ ਹਮੇਸ਼ਾ ਸਾਨੂੰ ਨਾਟਕਾਂ 'ਚ ਹਿੱਸਾ ਲੈਣ ਦਿਆ ਕਰਦੀ ਸੀ, ਬਰੂਨੋ ਨੇ ਕਿਹਾ। ਤੁਹਾਡੀ ਦਾਦੀ ਕੋਈ ਤੁਹਾਡੀ ਅਧਿਆਪਕ ਥੋੜ੍ਹਾ ਸੀ, ਹੈ ਕਿ ਨਹੀਂ? ਉਹ ਤਾਂ ਤੁਹਾਡੀ ਦਾਦੀ ਸੀ ਤੇ ਇੱਥੇ ਮੈਂ ਹੁਣ ਤੁਹਾਡਾ ਅਧਿਆਪਕ ਹਾਂ। ਇਸ ਲਈ ਜੋ ਮੈਂ ਠੀਕ ਸਮਝਦਾ ਉਹੀ ਤੁਹਾਨੂੰ ਪੜ੍ਹਨਾ ਚਾਹੀਦਾ, ਨਾ ਕਿ ਉਹ ਪੜ੍ਹਾਈ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਵੇ। ਪਰ ਕੀ ਕਿਤਾਬਾਂ ਜ਼ਰੂਰੀ ਨਹੀਂ? ਬਰੂਨੋ ਨੇ ਪੁੱਛਿਆ। ਉਹ ਕਿਤਾਬਾਂ ਜਿਨ੍ਹਾਂ ਦੀ ਲੋੜ ਇਸ ਦੁਨੀਆ 'ਚ ਹੈ, ਬਿਲਕੁਲ, ਅਧਿਆਪਕ ਨੇ ਕਿਹਾ, ਪਰ ਕਹਾਣੀਆਂ ਵਾਲੀਆਂ ਕਿਤਾਬਾਂ ਨਹੀਂ। ਨਾ ਕਿ ਇਹੋ ਜਿਹੀਆਂ ਕਿਤਾਬਾਂ ਜਿਹੜੀਆਂ ਕਦੇ ਕੁਝ ਹੋਇਆ ਹੀ ਨਹੀਂ ਉਸ ਬਾਰੇ ਹੋਣ। ਤੈਨੂੰ ਇਤਿਹਾਸ ਬਾਰੇ ਕਿੰਨਾ ਕੁ ਪਤਾ ਜਵਾਨਾ? ਇਹ ਚੰਗੀ ਗੱਲ ਸੀ ਕਿ ਹੇਰ ਲੇਜ਼ਰ ਨੇ ਬਰੂਨੋ ਨੂੰ ਜਵਾਨ ਕਹਿ ਕੇ ਸੰਬੋਧਨ ਕੀਤਾ ਸੀ, ਪਵੇਲ ਵਾਂਗ ਹੀ, ਨਾ ਕਿ ਲੈਫਟੀਨੈਂਟ ਕੋਟਲਰ ਵਾਂਗ। ਮੈਨੂੰ ਪਤਾ ਹੈ, ਮੈਂ 15 ਅਪ੍ਰੈਲ 1934 ਵਾਲੇ ਦਿਨ ਪੈਦਾ ਹੋਇਆ ਸੀ, ਬਰੂਨੋ ਨੇ ਕਿਹਾ। ਤੁਹਾਡਾ ਇਤਿਹਾਸ ਨਹੀਂ, ਅਧਿਆਪਕ ਨੇ ਟੋਕਦਿਆਂ ਕਿਹਾ, ਨਾ ਕਿ ਤੁਹਾਡਾ ਆਪਣਾ ਜ਼ਾਤੀ ਇਤਿਹਾਸ ਕਿ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡੇ ਪਰਿਵਾਰ ਦਾ ਪਿਛੋਕੜ ਜਾਂ ਪਿਤਾ ਪੁਰਖੀ ਇਤਿਹਾਸ। ਬਰੂਨੋ ਨੇ ਹੈਰਾਨੀ ਨਾਲ ਉਹਦੀ ਗੱਲ ਸੁਣੀ। ਉਹਨੂੰ ਪੱਕਾ ਪਤਾ ਨਹੀਂ ਸੀ ਕਿ ਪਿਤਾ ਜੀ ਕਿਸੇ ਜ਼ਮੀਨ ਦੇ ਮਾਲਕ ਵੀ ਸਨ ਜਾਂ ਨਹੀਂ। ਭਾਵੇਂ ਬਰਲਿਨ ਵਾਲਾ ਘਰ ਬਹੁਤ ਵੱਡਾ ਸੀ, ਪਰ ਉਹਦੇ ਆਲੇ ਦੁਆਲੇ ਕਿਸੇ ਜ਼ਮੀਨ 'ਚ ਕੋਈ ਬਾਗ ਨਹੀਂ ਸੀ। ਹੁਣ ਉਹ ਇੰਨਾ ਵੱਡਾ ਤਾਂ ਹੋ ਚੁੱਕਾ ਸੀ ਕਿ ਉਹਨੂੰ ਪਤਾ ਸੀ ਕਿ ਆਊਟਵਿਦ ਵਿੱਚ ਉਹਨਾਂ ਦੀ ਆਪਣੀ ਕੋਈ ਥਾਂ ਨਹੀਂ ਸੀ, ਭਾਵੇਂ ਉੱਥੇ ਆਲੇ ਦੁਆਲੇ ਬੜੀ ਜ਼ਮੀਨ ਸੀ। ਨਹੀਂ, ਕੋਈ ਬਹੁਤੀ ਨਹੀਂ, ਉਹਨੇ ਇਹ ਗੱਲ ਮੰਨੀ। ਭਾਵੇਂ ਮੈਨੂੰ ਮੱਧਕਾਲ ਬਾਰੇ ਥੋੜ੍ਹਾ ਬਹੁਤ ਕੁਝ ਪਤਾ ਹੈ, ਮੈਨੂੰ ਯੋਧਿਆਂ ਬਾਰੇ, ਤਕੜੇ ਸਾਹਸ ਬਾਰੇ ਤੇ ਖੋਜ ਬਾਰੇ ਕਹਾਣੀਆਂ ਚੰਗੀਆਂ ਲੱਗਦੀਆਂ ਨੇ। ਹੈਰ ਲਿਜ਼ਰਟ ਨੇ ਆਪਣੇ ਦੰਦਾਂ 'ਚੋਂ ਅਜੀਬ ਜਿਹੀ ਆਵਾਜ਼ ਕੱਢੀ ਤੇ ਗੁੱਸੇ ਨਾਲ ਆਪਣਾ ਸਿਰ ਹਿਲਾਇਆ। ਇਹੋ ਹੀ ਤਾਂ ਮੈਂ ਬਦਲਣਾ ਹੈ, ਜਿਸ ਲਈ ਮੈਂ ਇੱਥੇ ਆਇਆ, ਉਹਨੇ ਬੜੀ ਅਜੀਬ ਜਿਹੀ ਆਵਾਜ਼ ਨਾਲ ਕਿਹਾ। ਤੁਹਾਡਾ ਸਿਰ ਇਹਨਾਂ ਤੁਹਾਡੀਆਂ ਕਹਾਣੀਆਂ ਵਾਲੀਆਂ ਕਿਤਾਬਾਂ 'ਚੋਂ ਬਾਹਰ ਕੱਢ ਕੇ ਤੁਹਾਨੂੰ ਇਹੋ ਪੜ੍ਹਾਉਣਾ ਹੈ ਕਿ ਤੁਸੀਂ ਕਿੱਥੋਂ ਆਏ, ਕਿੱਥੋਂ, ਤੁਹਾਡੇ ਨਾਲ ਕੀ ਕੀ ਬੁਰਾ ਵਾਪਰਿਆ ਤੇ ਕੀਤਾ ਗਿਆ। ਬਰੂਨੋ ਨੇ ਹਾਂ 'ਚ ਸਿਰ ਹਿਲਾਇਆ। ਉਹਨੂੰ ਇਸ ਗੱਲ ਦੀ ਖੁਸ਼ੀ ਸੀ ਤੇ ਉਹਨੇ ਅੰਦਾਜ਼ਾ ਲਾਇਆ ਕਿ ਹੁਣ ਉਹਨੂੰ ਇਸ ਗੱਲ ਦੀ ਸਮਝ ਆ ਸਕੇਗੀ ਕਿ ਕਿਉਂ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਆਰਾਮ ਦੇ ਘਰ 'ਚੋਂ ਇੱਥੇ ਇਸ ਭੈੜੀ ਥਾਂ ਤੇ ਲਿਆਂਦਾ ਗਿਆ। ਇਹ ਉਹਦੇ ਛੋਟੇ ਜਿਹੇ ਜੀਵਨ 'ਚ ਕਿੰਨੀ ਗਲਤ ਗੱਲ ਹੋਈ ਸੀ। ਬਰੂਨੋ ਇੱਕ ਦਿਨ ਆਪਣੇ ਕਮਰੇ 'ਚ ਇਕੱਲਾ ਬੈਠਾ ਸੋਚ ਰਿਹਾ ਸੀ ਕਿ ਆਊਟਵਿਦ ਆਉਣ ਤੋਂ ਪਹਿਲਾਂ ਬਰਲਿਨ ਵਾਲੇ ਘਰ 'ਚੋਂ ਕੀ ਕਰਦਾ ਹੁੰਦਾ ਸੀ, ਜਿਹੜਾ ਉਹ ਇੱਥੇ ਆ ਕੇ ਨਹੀਂ ਸੀ ਕਰ ਸਕਿਆ। ਬਹੁਤਾ ਤਾਂ ਉਹ ਇਹੋ ਸੋਚਦਾ ਸੀ ਕਿ ਇੱਥੇ ਉਹਦੇ ਕੋਈ ਦੋਸਤ ਨਹੀਂ ਸਨ ਜਿਨ੍ਹਾਂ ਨਾਲ ਉਹ ਖੇਡ ਸਕਦਾ। ਇਹ ਤਾਂ ਹੋ ਨਹੀਂ ਸੀ ਸਕਦਾ ਕਿ ਗ੍ਰੈਟਲ ਉਸ ਨਾਲ ਖੇਡੇਗੀ। ਪਰ ਇੱਕ ਚੀਜ਼ ਸੀ ਜਿਹੜੀ ਉਹ ਇੱਥੇ ਕਰ ਸਕਦਾ ਸੀ, ਜਿਹੜੀ ਉਹ ਬਰਲਿਨ ਵਾਲੇ ਘਰ ਕਰਿਆ ਕਰਦਾ ਸੀ, ਉਹ ਸੀ ਖੋਜ। ਬਰੂਨੋ ਆਪਣੇ ਆਪ ਨੂੰ ਜਿਵੇਂ ਕਹਿ ਰਿਹਾ ਹੋਵੇ, ਜਦੋਂ ਮੈਂ ਛੋਟਾ ਸੀ ਮੈਨੂੰ ਖੋਜ ਕਰਨੀ ਚੰਗੀ ਲੱਗਦੀ ਸੀ, ਉੱਥੇ ਮੈਂ ਘਰ ਚੱਕ ਤੇ ਪੱਟੀ ਬੰਨ੍ਹ ਕੇ ਵੀ ਕਈ ਚੀਜ਼ਾਂ ਲੱਭ ਲਿਆ ਕਰਦਾ ਸੀ। ਇੱਥੇ ਆ ਕੇ ਮੈਂ ਖੋਜ ਹੀ ਨਹੀਂ ਕੀਤੀ। ਸ਼ਾਇਦ ਹੁਣ ਸਮਾਂ ਆ ਗਿਆ ਕਿ ਮੈਂ ਕੁਝ ਸ਼ੁਰੂ ਕਰਾਂ। ਇਸ ਤੋਂ ਪਹਿਲਾਂ ਕਿ ਕੁਝ ਹੋਰ ਸੋਚਦਾ, ਬਰੂਨੋ ਇੱਕਦਮ ਆਪਣੇ ਮੰਜੇ ਤੋਂ ਉੱਠਿਆ ਤੇ ਆਪਣੇ ਕੱਪੜਿਆਂ ਵਾਲੇ ਖਾਨੇ 'ਚ ਕੁਝ ਲੱਭਣ ਲੱਗ ਪਿਆ। ਉਹ ਇੱਕ ਪੁਰਾਣਾ ਓਵਰਕੋਟ ਤੇ ਬੂਟਾਂ ਦਾ ਜੋੜਾ ਲੱਭ ਰਿਹਾ ਸੀ। ਇਹ ਉਹ ਕੱਪੜੇ ਸਨ ਜਿਨ੍ਹਾਂ ਨੂੰ ਪਾ ਕੇ ਉਹ ਖੋਜ ਕਰਨ ਲਈ ਜਾ ਸਕਦਾ ਸੀ ਤੇ ਪਾ ਕੇ ਘਰੋਂ ਬਾਹਰ ਜਾ ਸਕਦਾ ਸੀ। ਇਸ ਘਰ ਦੇ ਅੰਦਰ ਕਿਸੇ ਖੋਜ ਦਾ ਕੋਈ ਫਾਇਦਾ ਨਹੀਂ ਸੀ। ਆਖਰ ਇਹ ਘਰ ਬਰਲਿਨ ਵਾਲੇ ਘਰ ਵਰਗਾ ਤਾਂ ਬਿਲਕੁਲ ਨਹੀਂ ਸੀ, ਜਿੱਥੇ ਕਿੰਨੇ ਖੱਲਾਂ ਖੂੰਜੇ ਸਨ ਤੇ ਅਜੀਬ ਛੋਟੇ ਕਮਰੇ ਸਨ। ਬੇਸਮੈਂਟ ਮਿਲਾ ਕੇ ਉਸ ਘਰ ਦੀਆਂ 5 ਮੰਜ਼ਿਲਾਂ ਸਨ। ਇੱਕ ਕਮਰਾ ਸਭ ਤੋਂ ਉੱਪਰਲੀ ਮੰਜ਼ਿਲ ਤੇ ਸੀ, ਜਿਸ 'ਚ ਉਹ ਖਿੜਕੀ ਸੀ ਜਿਸ ਤੇ ਖੜ ਕੇ ਉਹ ਪੱਬਾਂ ਭਾਰ ਹੋ ਕੇ ਬਾਹਰ ਦੇਖ ਸਕਦਾ ਸੀ। ਨਹੀਂ, ਖੋਜ ਲਈ ਇਹ ਘਰ ਕਿਸੇ ਕੰਮ ਦਾ ਨਹੀਂ ਸੀ। ਜੇ ਕੁਝ ਹੋ ਸਕਦਾ ਸੀ ਤਾਂ ਉਸ ਘਰ ਦੇ ਬਾਹਰ ਹੀ ਹੋ ਸਕਦਾ ਸੀ। ਕਈ ਮਹੀਨਿਆਂ ਤੋਂ ਬਰੂਨੋ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਦੇਖਦਾ ਸੀ ਤਾਂ ਸਿਰਫ ਬਾਗ ਤੇ ਬੈਂਚ, ਉਸ ਤੇ ਲੱਗੀ ਚਮਕਦਾਰ ਪਲੇਟ, ਕੰਡਿਆਲੀ ਤਾਰ, ਲੰਮੇ ਲੱਕੜ ਵਾਲੇ ਖੰਭੇ ਤੇ ਹੋਰ, ਜਿਸ ਬਾਰੇ ਉਹ ਦਾਦੀ ਨੂੰ ਚਿੱਠੀ ਲਿਖ ਚੁੱਕਾ ਸੀ, ਕਈ ਤਰ੍ਹਾਂ ਦੇ ਲੋਕ ਜਿਹੜੇ ਧਾਰੀਦਾਰ ਪਜਾਮੇ ਪਾਈ ਫਿਰਦੇ ਸਨ। ਉਹਨੇ ਕਦੇ ਵੀ ਇਹ ਖਿਆਲ ਨਹੀਂ ਸੀ ਆਇਆ ਕਿ ਇਹ ਸਾਰਾ ਕੁਝ ਕੀ ਸੀ ਤੇ ਕਿਉਂ ਸੀ। ਜਿਵੇਂ ਕੋਈ ਵੱਖਰੀ ਕਿਸਮ ਦਾ ਸ਼ਹਿਰ ਹੋਵੇ ਜਿੱਥੇ ਸਾਰੇ ਲੋਕ ਇਕੱਠੇ ਰਹਿੰਦੇ ਸਨ ਤੇ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੇ ਨੇੜੇ ਹੋ ਕੇ ਕੰਮ ਕਰਦੇ ਸਨ, ਉਹ ਵੀ ਉਹਨਾਂ ਦੇ ਘਰ ਦੇ ਨੇੜੇ। ਤੇ ਕੀ ਉਹ ਵੱਖਰੇ ਸਨ? ਕੈਂਪ ਵਿੱਚ ਸਾਰੇ ਲੋਕ ਇੱਕੋ ਜਿਹੇ ਕੱਪੜੇ ਹੀ ਪਾਉਂਦੇ ਸਨ, ਉਹੀ ਧਾਰੀਦਾਰ ਪਜਾਮੇ, ਉਹੀ ਸਿਰਾਂ ਤੇ ਟੋਪੀਆਂ, ਤੇ ਉਹ ਲੋਕ ਜਿਹੜੇ ਉਹਨਾਂ ਦੇ ਘਰ 'ਚ ਆਉਂਦੇ ਜਾਂਦੇ ਰਹਿੰਦੇ ਸਨ। ਮਾਂ ਉਹਨੂੰ ਆਪ ਨੂੰ ਤੇ ਗ੍ਰੈਟਲ ਨੂੰ ਛੱਡ ਕੇ ਅੱਡ-ਅੱਡ ਕਿਸਮ ਦੀਆਂ ਵਰਦੀਆਂ ਪਾਉਂਦੇ ਸਨ, ਜਿਨ੍ਹਾਂ ਤੇ ਤਮਗੇ ਲੱਗੇ ਹੁੰਦੇ ਤੇ ਟੋਪੀਆਂ ਤੇ ਲੋਹ ਟੋਪ ਤੇ ਬਾਹਾਂ ਤੇ ਕਮੀਜ਼ਾਂ ਤੇ ਉੱਪਰ ਲਾਲ ਤੇ ਕਾਲੀਆਂ ਧਾਰੀਆਂ ਵਾਲੇ
ਬੈਂਡ ਪਾਏ ਹੁੰਦੇ, ਹੱਥਾਂ 'ਚ ਬੰਦੂਕਾਂ ਹੁੰਦੀਆਂ, ਹਮੇਸ਼ਾ ਸਤਰਕ ਲੱਗਦੇ ਸਨ, ਜਿਵੇਂ ਇਹ ਸਭ ਕੁਝ ਬਹੁਤ ਜ਼ਰੂਰੀ ਹੋਵੇ ਤੇ ਇਸ ਤੋਂ ਬਿਨਾਂ ਕੋਈ ਵੀ ਹੋਰ ਕੁਝ ਬਾਰੇ ਸੋਚੇ ਤੱਕ ਨਾ। ਅਸਲ 'ਚ ਫਰਕ ਕੀ ਸੀ? ਉਹ ਆਪਣੇ ਮਨ ਅੰਦਰ ਸੋਚਦਾ ਰਹਿੰਦਾ। ਇਹ ਫੈਸਲਾ ਕੌਣ ਕਰਦਾ ਸੀ ਕਿ ਕੁਝ ਲੋਕ ਧਾਰੀਦਾਰ ਪਜਾਮੇ ਪਾਉਣਗੇ ਤੇ ਕੁਝ ਵਰਦੀਆਂ ਪਾਉਣਗੇ? ਕਈ ਵਾਰ ਉਹ ਦੋਵੇਂ ਕਿਸਮ ਦੇ ਲੋਕ ਆਪਸ 'ਚ ਰਲ ਵੀ ਜਾਂਦੇ ਸੀ। ਉਹ ਅਕਸਰ ਦੇਖਦਾ ਸੀ ਕਿ ਕੰਡਿਆਲੀ ਤਾਰ ਤੇ ਇਸ ਪਾਸੇ ਵਾਲੇ ਲੋਕ ਤੇ ਉਸ ਪਾਸੇ ਵਾਲੇ ਲੋਕ ਤਾਂ ਉਹਨੂੰ ਸਮਝ ਆ ਜਾਂਦਾ ਸੀ। ਇਸ ਪਾਸੇ ਵਾਲੇ ਲੋਕ ਦੂਜਿਆਂ ਤੇ ਹੁਕਮ ਚਲਾ ਸਕਦੇ ਸਨ, ਪਜਾਮਿਆਂ ਵਾਲੇ ਲੋਕ ਇੱਕਦਮ ਸਤਰਕ ਹੋ ਕੇ ਖੜੇ ਹੋ ਜਾਇਆ ਕਰਦੇ ਸਨ। ਜਦੋਂ ਵੀ ਕੋਈ ਸਿਪਾਹੀ ਉਹਨਾਂ ਕੋਲ ਆਉਂਦਾ ਸੀ, ਕਈ ਵਾਰੀ ਤਾਂ ਉਹ ਪਜਾਮਿਆਂ ਵਾਲੇ ਲੋਕ ਧਰਤੀ ਤੇ ਲੰਮੇ ਪੈ ਜਾਇਆ ਕਰਦੇ ਸਨ ਤੇ ਕਈ ਵਾਰੀ ਉਹ ਉੱਠਦੇ ਨਹੀਂ ਸਨ ਤੇ ਉਹਨਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਸੀ। ਬਰੂਨੋ ਸੋਚ ਰਿਹਾ ਸੀ, ਕਿੰਨੀ ਅਜੀਬ ਗੱਲ ਸੀ। ਉਹਨਾਂ ਲੋਕਾਂ ਬਾਰੇ ਉਹਨੇ ਕਦੇ ਸੋਚਿਆ ਹੀ ਨਹੀਂ ਸੀ ਤੇ ਕਿੰਨੀ ਹਾਸੋਹੀਣੀ ਗੱਲ ਸੀ ਕਿ ਸਾਰਾ ਸਮਾਂ ਅਸੀਂ ਸਿਪਾਹੀਆਂ ਬਾਰੇ ਸੋਚਦੇ ਰਹਿੰਦੇ ਹਾਂ, ਜਿਹੜੇ ਉੱਥੇ ਜਾਂਦੇ ਰਹਿੰਦੇ ਨੇ। ਪਿਤਾ ਜੀ ਨੂੰ ਉਸਨੇ ਕਈ ਵਾਰ ਉੱਥੇ ਜਾਂਦਿਆਂ ਵੇਖਿਆ ਸੀ, ਪਰ ਉਹਨਾਂ ਵਿੱਚੋਂ ਕਿਸੇ ਨੂੰ ਵੀ ਇਸ ਘਰ 'ਚ ਬੁਲਾਇਆ ਨਹੀਂ ਗਿਆ ਸੀ। ਕਦੇ ਕਦੇ, ਅਕਸਰ ਆਮ ਤੌਰ ਤੇ ਨਹੀਂ, ਪਰ ਕਦੇ ਕਦੇ ਕੁਝ ਸਿਪਾਹੀ ਰਾਤ ਦਾ ਖਾਣਾ ਖਾਣ ਲਈ ਰੁਕ ਜਾਇਆ ਕਰਦੇ ਸਨ। ਜਦੋਂ ਵੀ ਖਾਣਾ ਖਾਣ ਲਈ ਰੁਕਦੇ ਤਾਂ ਝੱਗ ਵਾਲੇ ਡਰਿੰਕ ਉਹਨਾਂ ਨੂੰ ਪਰੋਸੇ ਜਾਂਦੇ ਸਨ ਤੇ ਜਦੋਂ ਬਰੂਨੋ ਤੇ ਗ੍ਰੈਟਲ ਖਾਣੇ ਦੀ ਆਖਰੀ ਬੁਰਕੀ ਮੂੰਹ 'ਚ ਪਾ ਲੈਂਦੇ ਤਾਂ ਉਹਨਾਂ ਨੂੰ ਝੱਟ ਉਹਨਾਂ ਦੇ ਕਮਰਿਆਂ 'ਚ ਜਾਣ ਲਈ ਕਿਹਾ ਜਾਂਦਾ ਤੇ ਉਸ ਪਿੱਛੋਂ ਹੇਠਾਂ ਤੋਂ ਬੜਾ ਸ਼ੋਰ ਸ਼ਰਾਬਾ ਸੁਣਿਆ ਜਾ ਸਕਦਾ ਸੀ ਤੇ ਕਈ ਤਰ੍ਹਾਂ ਦੇ ਭੱਦੇ ਗਾਣੇ ਵੀ ਸੁਣੇ ਜਾ ਸਕਦੇ ਸਨ। ਮਾਂ ਤੇ ਪਿਤਾ ਜੀ ਉਹਨਾਂ ਸਿਪਾਹੀਆਂ ਦੀਆਂ ਗੱਲਾਂ 'ਚ ਦਿਲਚਸਪੀ ਲੈ ਰਹੇ ਹੁੰਦੇ। ਬਰੂਨੋ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਸੀ, ਪਰ ਕਦੇ ਵੀ ਉਹਨਾਂ ਨੇ ਧਾਰੀਦਾਰ ਪਜਾਮਿਆਂ ਵਾਲੇ ਲੋਕਾਂ ਨੂੰ ਘਰ ਨਹੀਂ ਸੀ ਬੁਲਾਇਆ ਰਾਤ ਦੇ ਖਾਣੇ ਲਈ। ਬਰੂਨੋ ਘਰੋਂ ਬਾਹਰ ਜਾ ਕੇ ਘਰ ਦੇ ਪਿਛਲੇ ਪਾਸੇ ਪਹੁੰਚ ਗਿਆ। ਉੱਥੇ ਉਹ ਆਪਣੇ ਕਮਰੇ ਦੀ ਖਿੜਕੀ ਵੱਲ ਦੇਖਣ ਲੱਗ ਗਿਆ, ਜਿੱਥੋਂ ਉਹ ਇੱਧਰ ਹੇਠਾਂ ਵੱਲ ਦੇਖਿਆ ਕਰਦਾ ਸੀ। ਉਹ ਬਹੁਤੀ ਉੱਚੀ ਤਾਂ ਨਹੀਂ ਸੀ ਲੱਗੀ। ਜੇ ਉਹਨੂੰ ਕਦੇ ਉਸ ਖਿੜਕੀ 'ਚੋਂ ਹੇਠਾਂ ਕੁੱਦਣਾ ਪੈਂਦਾ ਤਾਂ ਬਹੁਤੀ ਸੱਟ ਨਹੀਂ ਸੀ ਲੱਗ ਸਕਦੀ। ਭਾਵੇਂ ਉਹਨਾਂ ਹਾਲਤਾਂ ਬਾਰੇ ਉਹ ਸੋਚ ਨਹੀਂ ਸੀ ਰਿਹਾ ਜਿਨ੍ਹਾਂ ਕਰਕੇ ਉਹਨੂੰ ਖਿੜਕੀ 'ਚ ਕੁੱਦਣਾ ਪੈਣਾ ਸੀ। ਸ਼ਾਇਦ ਜੇ ਕਦੇ ਘਰ ਦੇ ਅੰਦਰ ਅੱਗ ਲੱਗ ਜਾਏ ਤੇ ਅੰਦਰ ਫਸ ਜਾਏ ਤਾਂ ਵੀ ਖਿੜਕੀ 'ਚ ਕੁੱਦਣਾ ਜੋਖਮ ਭਰੀ ਗੱਲ ਸੀ। ਉਹਨੇ ਆਪਣੇ ਸੱਜੇ ਪਾਸੇ ਦੇਖਿਆ, ਜਿੱਥੋਂ ਤੱਕ ਉਹ ਦੇਖ ਸਕਦਾ ਸੀ। ਉਹਨੂੰ ਕੰਡਿਆਲੀ ਤਾਰ ਲੰਮੀ ਦੂਰ ਤੱਕ ਸੂਰਜ ਤੱਕ ਜਾਂਦੀ ਦਿਸੀ। ਉਹ ਹੁਣ ਖੁਸ਼ ਸੀ ਕਿ ਤਾਰ ਅਜਿਹੀ ਦਿਸ ਰਹੀ ਸੀ ਕਿ ਉਹਨੂੰ ਪਤਾ ਨਹੀਂ ਸੀ ਕਿ ਉਹ ਕਿੱਥੋਂ ਤੱਕ ਜਾਂਦੀ ਸੀ। ਉਹ ਇਹਦੀ ਲੰਬਾਈ ਦੇਖਣ ਲਈ ਦੂਰ ਤੱਕ ਜਾ ਸਕਦਾ ਸੀ ਤੇ ਇਸੇ ਨੂੰ ਖੋਜ ਕਹਿੰਦੇ ਨੇ। ਹੈਰ ਲਿਜਟ ਨੇ ਇਹ ਗੱਲ ਉਹਨੂੰ ਉਹਨਾਂ ਦੇ ਇਤਿਹਾਸ ਬਾਰੇ ਸਿਖਾਈ ਸੀ ਕਿ ਕ੍ਰਿਸਟੋਫਰ ਕੋਲੰਬਸ ਤੇ ਐਮਰੀਕੋ ਵੈਸਪੂਚੀ, ਜਿਨ੍ਹਾਂ ਬਾਰੇ ਖੋਜ ਬਾਰੇ ਕਹਾਣੀਆਂ ਮਸ਼ਹੂਰ ਹਨ ਤੇ ਉਹਨਾਂ ਦੀਆਂ ਦਿਲਚਸਪ ਜੀਵਨੀਆਂ ਬਾਰੇ ਉਹਨੂੰ ਦੱਸਿਆ ਗਿਆ ਸੀ। ਉਹਨਾਂ ਨੇ ਬਰੂਨੋ ਦੇ ਦਿਮਾਗ 'ਚ ਸੋਚ ਪੱਕੀ ਕਰ ਦਿੱਤੀ ਸੀ ਕਿ ਵੱਡਾ ਹੋ ਕੇ ਉਹਨਾਂ ਵਰਗਾ ਹੀ ਬਣਨਾ ਚਾਹੁੰਦਾ ਸੀ। ਉੱਧਰ ਉਸ ਪਾਸੇ ਜਾਣ ਤੋਂ ਪਹਿਲਾਂ ਉਹਨੇ ਇੱਕ ਚੀਜ਼ ਬਾਰੇ ਖੋਜ ਕਰਨੀ ਸੀ ਤੇ ਉਹ ਸੀ ਬੈਂਚ। ਕਿੰਨੇ ਮਹੀਨਿਆਂ ਤੋਂ ਦੂਰ ਇਸ ਬੈਂਚ ਨੂੰ ਦੇਖਦਾ ਰਿਹਾ ਸੀ, ਜਿਹਨੂੰ ਉਹ ਚਮਕਦਾਰ ਪਲੇਟ ਵਾਲਾ ਬੈਂਚ ਕਿਹਾ ਕਰਦਾ ਸੀ, ਪਰ ਉਹਨੂੰ ਪਤਾ ਨਹੀਂ ਸੀ ਕਿ ਇਸ ਪਲੇਟ ਤੇ ਲਿਖਿਆ ਕੀ ਸੀ। ਉਹਨੇ ਖੱਬੇ ਸੱਜੇ ਦੇਖਿਆ ਤੇ ਕੋਈ ਤਾਂ ਆ ਨਹੀਂ ਰਿਹਾ। ਉਹ ਭੱਜ ਕੇ ਬੈਂਚ ਕੋਲ ਗਿਆ ਤੇ ਅੱਖਾਂ ਸੁੰਗੇੜ ਕੇ ਦੇਖਣ ਲੱਗਾ। ਇਹ ਇੱਕ ਤਾਂਬੇ ਦੀ ਪਲੇਟ ਸੀ ਜਿਹਨੂੰ ਉਹ ਬੜੇ ਧਿਆਨ ਨਾਲ ਵੇਖ ਰਿਹਾ ਸੀ। ਖੁੱਲ੍ਹਣ ਦੇ ਮੌਕੇ ਭੇਟ ਕੀਤਾ ਗਿਆ। ਉਹ ਥੋੜਾ ਰੁਕਿਆ, ਪਰ ਸ਼ਬਦ ਆਊਟਵਿਦ ਸੀ, ਜਿਹਨੂੰ ਉਹਨੇ ਝਿਜਕ ਨਾਲ ਪੜ੍ਹਿਆ, ਜਿਵੇਂ ਉਹ ਆਮ ਝਿਜਕ ਜਾਇਆ ਕਰਦਾ ਸੀ। ਜੂਨ 1940। ਉਹਨੇ ਅੱਗੇ ਹੋ ਕੇ ਉਸ ਪਲੇਟ ਨੂੰ ਛੂਹਿਆ। ਤਾਂਬੇ ਦੀ ਪਲੇਟ ਠੰਡੀ ਲੱਗੀ ਤਾਂ ਉਹਨੇ ਇੱਕਦਮ ਆਪਣਾ ਹੱਥ ਖਿੱਚ ਲਿਆ ਤੇ ਲੰਮਾ ਸਾਹ ਲਿਆ ਤੇ ਆਪਣਾ ਸਫ਼ਰ ਜਾਰੀ ਰੱਖਿਆ। ਇੱਕ ਗੱਲ ਜਿਹੜੀ ਬਰੂਨੋ ਉਸ ਵੇਲੇ ਸੋਚ ਨਹੀਂ ਸੀ ਰਿਹਾ, ਉਹ ਸੀ ਕਿ ਮਾਂ ਤੇ ਪਿਤਾ ਜੀ ਨੇ ਕਈ ਵਾਰੀ ਕਈ ਮੌਕਿਆਂ ਤੇ ਇਹ ਕਿਹਾ ਸੀ ਕਿ ਉਹ ਉਸ ਪਾਸੇ ਵੱਲ ਕਦੇ ਵੀ ਨਹੀਂ ਜਾਏਗਾ, ਕਿ ਉਹ ਕਦੇ ਵੀ ਕੰਡਿਆਲੀ ਤਾਰ ਦੇ ਨੇੜੇ ਨਹੀਂ ਜਾਏਗਾ ਤੇ ਕੈਂਪ ਦੇ ਨੇੜੇ ਵੀ ਨਹੀਂ ਜਾਏਗਾ। ਖਾਸ ਤੌਰ ਤੇ ਆਊਟਵਿਦ ਵਿੱਚ ਕਿਸੇ ਵੀ ਕਿਸਮ ਦੀ ਖੋਜ ਦੀ ਸਖਤ ਮਨਾਹੀ ਸੀ, ਭਾਵੇਂ ਕੁਝ ਵੀ ਹੋ ਜਾਏ। ਧੰਨਵਾਦ।